राग आसा महला चौथा। सो पुरख एक ओंकार सतगुर प्रसाद। सो पुरख निरंजन हर पुरख निरंजन हर अगमा अगम अपारा। सो पुरख निरंजन हर पुरख निरंजन। हर वो अगमा पुरख है जड़ा निरंजन है, माया तो रहत है। हर पुरख है वो निरंजन है, माया तो रहत है। और माया तो रहत जड़ा निरंजन है, ताही नहीं ना अखा ना दीदा। ਉਹ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਉਹੀ ਗੱਲ ਪਿਛਲੀ ਉਹ ਕਹੀ ਆ ਜੋੜ ਕੇ ਨਾਲ। ਇਹ ਜਿਹੜੇ ਇੰਨੇ ਕੁ ਸ਼ਬਦ ਰੱਖੇ ਨੇ ਨਾ, ਜੇ ਇਹਨਾਂ ਨੂੰ ਸਾਰਿਆਂ ਨੂੰ ਵਿਚਾਰ ਲਈਏ ਰਹਿ ਰਾਸਤਿਆਂ ਨੂੰ ਜਿੰਨੇ ਕੁ ਸਾਨੂੰ ਦਿੱਤੇ ਨੇ ਬਾਣੀ 'ਚ, ਇਹ ਬ੍ਰਹਮ ਗਿਆਨ ਸਾਰਾ ਹੀ ਇੱਥੇ ਪਿਆ। ਸਾਰੇ ਪੱਖ ਸਾਰੇ ਆ ਜਾਂਦੇ ਨੇ। ਹੁਣ ਇੱਥੇ ਕਹਿਤਾ ਸੋ ਪੁਰਖ ਨਿਰੰਜਨ, ਅੱਗੇ ਸ਼ੁਰੂ ਹੋਈ ਹਰ ਪੁਰਖ ਨਿਰੰਜਨ। ਨਿਰੰਜਨ ਚੀਜ਼ ਆ, ਅੱਖ ਨਾਲ ਨਹੀਂ ਦਿੰਦੀ। ਅੰਜਨ ਤੋਂ ਰਹਿਤ, ਅੰਜਨ ਮਾਇਆ, ਮਾਇਆ ਅੰਜਨ, ਉਹ ਗਿਆਨ ਅੰਜਨ ਹੈ। ਫਿਰ ਉੱਥੇ ਗਿਆਨ ਨੂੰ ਵੀ ਅੰਜਨ ਕਿਹਾ। ਗਿਆਨ ਅੰਜਨ ਉਹ ਅੱਖ 'ਚ ਪੈਂਦਾ ਅੰਦਰਲੀ 'ਚ। ਗਿਆਨ ਅੰਜਨ ਨੇ ਨੇਤਰੀ ਪਾਇਆ। ਗਿਆਨ ਅੰਜਨ ਗੁਰਦੀ ਅਗਿਆਨ ਅੰਧੇਰ ਬਨਾਸ। ਐਸ ਅੱਖ ਨਾਲ ਜੋ ਦੀਦਾ ਉਹ ਮਾਇਆ ਦੀਦੀ ਹੈ, ਨਿਰੰਜਨ ਨਹੀਂ ਦੀਦਾ। ਕਬਜੇ ਨਿਰੰਜਨ ਦੇ ਚ ਸਭ ਕੁਛ। ਉਹ ਆਪ ਨਿਰੰਜਨ ਹੈ, ਉਹ ਤਾਂ ਨਿਰੰਜਨ ਹੈ। ਫਿਰ ਇਸ ਕਰਕੇ ਸਾਨੂੰ ਕੁਛ ਜਿਹੜਾ ਦੀਦਾ ਹੈ ਉਹ ਸੱਚ ਨਹੀਂ ਹੈ। ਜੋ ਸੱਚ ਹੈ ਸਾਨੂੰ ਦੀਦਾ ਨਹੀਂ ਹੈ। ਜਿਹਨੂੰ ਅਸੀਂ ਆਦਮੀ ਕਹਿੰਦੇ ਹਾਂ ਨਾ, ਆਦਮੀ ਕਹਿੰਦੇ ਹਾਂ, ਪੁਰਖ ਕਹਿੰਦੇ ਉਹ ਆਦਮੀ ਨਹੀਂ। ਗੁਰਬਾਣੀ ਨਹੀਂ ਬੰਦੀ। ਉਹ ਸਰੀਰ ਹੈ ਆਦਮੀ ਦਾ। ਆ ਕਹਿੰਦਾ ਆਦਮੀ ਦਾ ਸਰੀਰ ਹੈ। ਫਿਰ ਆਦਮੀ ਕੌਣ ਹੋਇਆ ਬਈ? ਆਦਮੀ ਕੌਣ? ਇੱਕ ਆਦਮੀ ਹੈ, ਇੱਕ ਆਦਮੀ ਦਾ ਸਰੀਰ ਹੈ। ਇੱਕ ਔਰਤ ਹੈ, ਇੱਕ ਔਰਤ ਦਾ ਸਰੀਰ ਹੈ। ਜੇ ਸਰੀਰ ਔਰਤ ਦਾ ਹੈ ਫਿਰ ਔਰਤ ਤਾਂ ਕੁਛ ਹੋਰ ਚੀਜ਼ ਹੋਈ ਨਾ। ਉਹ ਸਰੀਰ ਹੈ ਔਰਤ ਦਾ। ਫਿਰ ਇਵੇਂ ਇੱਕ ਦੇਵੀ ਹੈ, ਇੱਕ ਦੇਵੀ ਦੀ ਪ੍ਰਤਿਮਾ ਸਰੀਰ ਹੈ। ਦੇਵੀ ਦਾ ਕੁਝ ਹੋਰ ਸੀ ਨਾ। ਫਿਰ ਦੇਵੀ ਦਾ ਸਰੀਰ ਕੀ ਹੈ? ਦੇਵੀ ਦਾ ਸਰੀਰ ਮਾਇਆ। ਸਰੀਰ ਤਾਂ ਮਾਇਆ ਹੁੰਦੀ ਹੈ, ਦੀਸੇ, ਜੋ ਦੀਸੇ ਸੋ ਮਾਇਆ। ਜੋ ਸਾਨੂੰ ਦੀਦਾ ਮਾਇਆ, ਜਿਹਦਾ ਸਰੀਰ ਹੈ ਉਹ ਨਿਰੰਜਨ। ਅੱਖ ਨੂੰ ਦੀਦਾ ਨਹੀਂ। ਇਹੀ ਗੱਲ। ਸੋ ਪੁਰਖ ਨਿਰੰਜਨ ਹਰ ਇਹ ਜਿਹੜਾ ਸੀ ਤਾਂ ਨਹੀਂ ਉਹ ਦੇਖ, ਜਿਹਨੂੰ ਉਹ ਦਿਖ ਰਿਹਾ ਉਹਦੇ ਗਿਆਨ ਅੰਜਨ ਪਿਆ ਹੋਇਆ। ਜਿਹਨੂੰ ਦਿਖ ਨਹੀਂ ਰਿਹਾ ਉਹਦੇ ਗਿਆਨ ਅੰਜਨ ਹੈ ਨਹੀਂ। ਸੰਸਾਰ ਦੇ ਗਿਆਨ ਅੰਜਨ ਨਹੀਂ ਪਾਇਆ ਹੋਇਆ। ਇਸ ਕਰਕੇ ਅਸੀਂ ਪਦਾਰਥ ਉਹਦੇ ਨਹੀਂ ਮੰਨਦੇ। ਗੱਲ ਅਸੀਂ ਨਹੀਂ ਮੰਨਦੇ। ਸਭ ਨਿਧਾਨ ਦਾ ਸਿਧਾਨ ਠਾਕੁਰ ਕਰਤਾ ਧਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਾ ਧਰਿਆ। ਇਹ ਗੱਲ ਅਸੀਂ ਨਹੀਂ ਮੰਨਦੇ ਕਿਉਂਕਿ ਸਾਡੇ ਕੋਲ ਅੱਖ ਹੈ ਨਹੀਂ। ਵਧੀਆ ਕਿਵੇਂ? ਅੱਖ ਨਹੀਂ ਹੈ ਉਹ ਸਾਡੇ ਕੋਲ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹੁਣ ਸੰਸਾਰ ਕੋਲ ਜਿਹੜੀ ਅੱਖ ਹੈ ਦੇਖਦਾ, ਸੰਸਾਰ ਉਸੇ ਤੇ ਵਿਸ਼ਵਾਸ ਕਰੂਗਾ, ਹੋਰ ਕਿਤੇ ਕਰੂਗਾ? ਗੁਰਬਾਣੀ ਕਹਿੰਦੀ ਹੈ ਜੋ ਸਾਨੂੰ ਦੀਦਾ ਮਾਇਆ ਝੂਠ ਹੈ। ਅਸੀਂ ਜੋ ਦੀਦਾ ਉਹਨੂੰ ਸੱਚ ਬੋਲਦੇ। ਬੇਸਿਕ ਫਰਕ ਹੈ ਗੁਰਬਾਣੀ ਨਾਲੋਂ ਸੰਸਾਰ ਦਾ। ਅਸੀਂ ਜੋ ਦੀਦਾ ਇਹਨੂੰ ਸੱਚ ਮੰਨਦੇ ਹਾਂ। ਅਸਲ ਜਿਹੜਾ ਦੀਦਾ ਉਹ ਸੱਚ ਹੈ ਨਹੀਂ, ਝੂਠ ਹੈ। ਨਾਸਵੰਤ ਹੈ, ਉਹ ਹੈ ਨਹੀਂ। ਐਕਚੁਅਲੀ ਸੱਚ ਪੁਰਾਣਾ ਨਹੀਂ ਹੁੰਦਾ। ਜੋ ਦੀਦਾ ਸਭ ਕੁਝ ਪੁਰਾਣਾ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ, ਸੱਚ ਪੁਰਾਣਾ ਨਹੀਂ ਹੁੰਦਾ। ਜੋ ਦੀਦਾ ਸਭ ਕੁਝ ਪੁਰਾਣਾ ਹੁੰਦਾ। ਜੋ ਪੁਰਾਣਾ ਹੁੰਦਾ ਉਹ ਸੱਚ ਨਹੀਂ ਹੁੰਦਾ। ਸੱਚ ਨੂੰ ਹਿੰਦੂ ਮਤ ਵੀ ਸੱਚ ਕਹਿੰਦੇ ਨੇ, ਸੱਚ ਮੰਨਦੇ ਨੇ। ਅਸੀਂ ਵੀ ਮੰਨਦੇ ਹਾਂ।
ਸਾਰੇ ਹੀ ਮੰਨਦੇ ਨੇ। ਉਹ ਹਕੀਕਤ ਕਹਿੰਦੇ ਨੇ ਮੁਸਲਮਾਨ, ਅੰਗਰੇਜ਼ ਟੁੱਟ ਕਹਿੰਦੇ ਨੇ, ਮੰਨਦੇ ਨੇ ਸਾਰੇ ਸੱਚ ਨੂੰ। ਪਰ ਸੱਚ ਕੀ ਹੈ? ਇਹਦੀ ਵਿਆਖਿਆ ਗੁਰਮਤਿ ਤੋਂ ਬਿਨਾਂ ਜਾਂ ਵੇਦ ਤੋਂ ਬਿਨਾਂ ਕੋਈ ਨਹੀਂ ਕਰ ਰਿਹਾ। ਭਗਤਾਂ ਤੋਂ ਬਿਨਾਂ ਨਹੀਂ ਕਿਸੇ ਨੇ ਕੀਤੀ। ਭਗਤਾਂ ਨੇ ਵਿਆਖਿਆ ਕੀਤੀ ਹੈ ਸ਼ੁਰੂ ਤੋਂ ਲੈ ਕੇ, ਧਰੂ ਪ੍ਰਹਲਾਦ ਤੋਂ ਲੈ ਕੇ ਭਗਤਾਂ ਨੇ ਵਿਆਖਿਆ ਸ਼ੁਰੂ, ਉਦੋਂ ਵੀ ਪਹਿਲਾਂ ਤੋਂ ਲੈ ਕੇ ਸੱਚ ਦੀ ਵਿਆਖਿਆ ਕੀਤੀ ਹੋਈ ਹੈ। ਕੇਵਲ ਹਿੰਦੁਸਤਾਨ 'ਚ ਹੋਰ ਕਿਤੇ ਨਹੀਂ ਹੈ। ਹੋਰ ਕੋਈ ਮੁਲਕ ਨਹੀਂ ਹੈ ਜਿੱਥੋਂ ਸੱਚ ਦੀ ਵਿਆਖਿਆ ਦੇ ਗ੍ਰੰਥ ਮਿਲਦੇ ਹੋਣ। ਕੇਵਲ ਹਿੰਦੁਸਤਾਨ 'ਚ ਰਹੀ ਹੈ ਹੁਣ ਤੱਕ। ਹੋਰ ਕੋਈ ਭਾਸ਼ਾ ਵੀ ਨਹੀਂ ਹੈ ਸੰਸਾਰ ਦੇ ਵਿੱਚ ਜਿਹਦੇ ਵਿੱਚ ਸੱਚ ਦਾ ਗਿਆਨ ਹੋਵੇ। ਕਿਉਂ? ਜਿੱਥੇ ਹੁੰਦਾ ਹੈ, ਜੇ ਕੁਛ ਚਿਰ ਨਹੀਂ ਹੁੰਦਾ, ਕੁਛ ਚਿਰ ਬਾਅਦ ਫਿਰ ਪ੍ਰਗਟ ਹੋ ਜਾਂਦਾ। ਇਹ ਕੇਵਲ ਹਿੰਦੁਸਤਾਨ ਹੈ ਜਿੱਥੇ ਸੱਚ ਬਾਰ-ਬਾਰ ਪ੍ਰਗਟ ਹੁੰਦਾ, ਬਾਰ-ਬਾਰ ਭਗਤ ਪੈਦਾ ਹੁੰਦੇ ਨੇ। ਹੋਰ ਤੋਂ ਔਲੀਏ ਵਗੈਰਾ ਹੋਰ ਅਵਤਾਰ ਪੈਦਾ ਹੁੰਦੇ ਨੇ, ਹੋਰ ਤੋਂ ਵੀ ਚੰਗੇ ਬੰਦੇ ਪੈਦਾ ਹੁੰਦੇ ਨੇ, ਹੋਰ ਤੋਂ ਵੀ, ਇਹ ਨਹੀਂ ਵੀ ਨਹੀਂ ਹੁੰਦੇ। ਪਰ ਆ ਗਿਆਨ ਨਹੀਂ ਹੁੰਦਾ ਜਿਹੜਾ ਆ ਹੈ। ਜਿਹੜਾ ਮਾਇਆ ਰਹਿਤ ਹੈ ਤਾਂ ਦੇਹਧਾਰੀ, ਉਹ ਹੈ ਤਾਂ ਸਰੀਰ ਤਾਂ ਹੈਗਾ ਉਹਦਾ ਜੋ, ਪਰ ਸਰੀਰ ਹੁੰਦੇ ਹੋਏ ਵੀ ਉਹ ਨਿਰੰਜਨ ਮਾਇਆ ਤੋਂ ਰਹਿਤ ਹੈ। ਭੇਦ ਨੇ ਜਾਣੋ ਮਾਨਸ ਦੇ ਹਰ ਪੁਰਖ ਨਿਰੰਜਨ, ਜਿਹੜਾ ਹਰ ਪੁਰਖ ਨਿਰੰਜਨ ਹੈ। ਜਿਹੜੇ ਨਾ ਆਪਣੀ ਮਰਜ਼ੀ ਤਿਆਗਤੀ ਨਾ, ਮਰਜ਼ੀ ਕਾਹਦੇ ਵਾਸਤੇ? ਸਾਡੀ ਮਰਜ਼ੀ ਸਾਡੀ ਮਹਿਜ਼ ਸਰੀਰ ਵਾਸਤੇ ਹੈ। ਜੇ ਸਰੀਰ ਨਾ ਹੋਵੇ ਸਾਡੀ ਕੋਈ ਮਰਜ਼ੀ ਨਹੀਂ। ਸਰੀਰ ਇਹਦੀਆਂ ਲੋੜਾਂ ਨੇ, ਲੋੜਾਂ ਨੇ ਉਹਦੀ ਇੱਛਾ ਉੱਠਦੀ ਹੈ। ਇੱਛਾ ਪਿੱਛੇ ਹੀ ਫਿਰ ਖੋ ਖਿੱਚਾ ਸਾਡੇ 'ਚ ਪੈਦਾ ਹੋ ਗਈ, ਲੋਭ ਪੈਦਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਆ ਮੇਰਾ ਤੇਰਾ, ਮੈਂ ਬੜਾ, ਮੇਰੀ ਅਕਲ ਵਧੀਆ, ਜਿਵੇਂ ਮੈਂ ਕਹਿੰਦਾ ਮੇਰੀ ਮਗਰ ਲੱਗੋ। ਇਹ ਵੱਧਦਾ ਸਭ ਕੁਛ ਹੋਇਆ ਹੋਇਆ। ਜਦੋਂ ਪਰਮੇਸ਼ਰ ਦੇ ਮਗਰ ਲੱਗ ਜਾਈਏ, ਸੱਚ ਮਗਰ ਲੱਗ ਜਾਈਏ, ਆਪਣੀ ਮਰਜ਼ੀ ਅੰਤਰਾਤਮਾ ਦੇ ਅਨੁਸਾਰ ਜੇ ਕੰਮ ਕਰਨ, ਸਾਰੇ ਕੋਈ ਰੌਲਾ ਝਗੜਾ ਹੈ ਹੀ ਨਹੀਂ। ਹੱਕ ਇਨਸਾਫ ਤੇ ਮੁਸਲਮਾਨ ਕਹਿੰਦੇ ਜੇ ਸਾਰੇ ਆ ਜਾਣ, ਕੋਈ ਰੌਲੇ ਝਗੜੇ ਵਾਲੀ ਕੋਈ ਗੱਲ ਹੈ ਨਹੀਂ। ਸਾਰੀਆਂ ਮੱਤਾਂ ਇਹ ਕਹਿੰਦੀਆਂ ਨੇ, ਪਰ ਆਉਂਦੇ ਕੋਈ ਵੀ ਨਹੀਂ। ਕਹਿੰਦੇ ਸਾਰੇ ਹੀ ਨੇ, ਜਾਣਦੇ ਵੀ ਸਾਰੇ ਨੇ, ਪਰ ਮੰਨੇ ਕੌਣ? ਮੰਨਣ ਕਦੀ ਉਹ ਗੱਲ ਅੜੀ, ਇਹ ਜਾਣਦੇ ਸਭ ਨੇ। ਜਿਹਨੇ ਆਪਣੀ ਮਰਜ਼ੀ ਤਿਆਗਤੀ ਨਾ, ਇੱਛਾ ਤਿਆਗਤੀ, ਪਰਮੇਸ਼ਰ ਨੇ ਦੇ ਪਿੱਛੇ ਹੋ ਗਿਆ। ਜੋ ਦਵੇ ਦੇਵੇ ਸੋ ਖਾਓ, ਜਿਉਂ ਰੱਖੇ ਤਿਉਂ ਰਹੀਏ, ਜਿਉਂ ਚਲਾਏ ਤਿਉਂ ਚੱਲਣਾ ਸੋਭੀ। ਇਹ ਮਰਜ਼ੀ ਤਿਆਗੀ ਹੋਈ ਹੈ, ਮਰਿਆ ਹੋਇਆ ਜਾਂ ਜਿਉਂਦਾ ਹੋਇਆ ਉਹ, ਬਸ। ਉਹ ਕੌਣ ਹੈ? ਉਹ ਪੁਰਖ ਨਿਰੰਜਨ ਹੈ। ਫਿਰ ਉਹ ਉਸ ਪੁਰਖ ਨੂੰ ਕਿਹਾ ਨਿਰੰਜਨ ਹੈ। ਹਰ ਕਾ ਸੇਵ ਕਹੋ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇ। ਉਹਦਾ ਉਸ ਨੂੰ ਕਿਹਾ ਜੋ ਬਨ ਫਲ ਪੱਕੈ ਭੋਏ ਗਰੇ। ਇੱਥੋਂ ਪੱਕ ਗਿਆ ਤਿਰਕੁਟੀ ਚੋਂ ਬਣ, ਇਹ ਦਰਖਤ ਨੂੰ ਲੱਗਿਆ ਅਸੀਂ ਫਲ। ਇਹ ਸਰੀਰਕ ਬਿਰਛ ਹੈ ਮਾਇਆ ਦਾ, ਇਹਨੂੰ ਲੱਗਿਆ ਫਲ। ਜੀਵਾਤਮਾ ਫਲ ਗਿਆ ਪੱਕ, ਮਾਇਆ ਕੱਚੀ ਛੱਡਤੀ, ਸਰੀਰ ਕੱਚਾ ਛੱਡਤਾ, ਪੋਹੇ ਗਿਰ ਗਿਆ, ਹਿਰਦੇ 'ਚ ਗਿਰ ਗਿਆ, ਪੱਕ ਕੇ ਛੇਤੀ ਖੇਲਣ ਲੱਗ ਗਿਆ। ਉੱਥੇ ਪੱਕ ਕੇ ਛੇਤੀ ਖੇਲਦਾ ਹੈ, ਫੇਰ ਖੇਲਦਾ ਹੈ ਅੰਤਰਾਤਮਾ ਆਪਣੇ ਮੂਲ ਨਾਲ। ਫਿਰ ਆਪਣੇ ਮੂਲ ਨਾਲ ਜੁੜ ਕੇ ਖੇਲਦਾ ਬਾਜੀ। ਬਾਕੀ ਦੀ ਬਾਜੀ, ਜ਼ਿੰਦਗੀ ਦੀ ਬਾਜੀ ਆਪਣੇ ਮੂਲ ਨਾਲ ਰਲ ਕੇ ਖੇਲਦਾ। ਸੋ ਪੁਰਖ ਨਿਰੰਜਨ। ਕੌਣ ਪੁਰਖ ਨਿਰੰਜਨ? ਹਰ ਪੁਰਖ ਨਿਰੰਜਨ। ਜਿਹੜਾ ਹਰ ਪੁਰਖ ਨਿਰੰਜਨ ਦੇ ਵਰਗਾ ਉਹਦੇ ਨਾਲ ਹੀ ਜੁੜ ਗਿਆ, ਉਹ ਪੁਰਖ ਨਿਰੰਜਨ। ਹਰ ਪੁਰਖ ਨਿਰੰਜਨ ਜਿੱਥੇ ਹੈ, ਅੰਤਰਾਤਮਾ ਦੇ ਨਾਲ ਜੁੜ ਗਿਆ, ਜਿਹੜਾ ਆਪਣੇ ਮੂਲ ਨਾਲ ਜਾ ਕੇ ਜੁੜ ਗਿਆ, ਉਹ ਪੁਰਖ ਵੀ ਉਹਦੇ ਵਰਗਾ ਹੀ ਹੈ, ਨਿਰੰਜਨ ਹੀ ਹੈ ਉਹ। ਤਿਰਕੁਟੀ ਛੁੱਟਾ, 10ਵਾਂ ਦੁਆਰ ਖੁੱਲ੍ਹਾ,
त्रिकुटी छुट गई, 10 द्वार खुल गया, ਉਹ ਨਿਰੰਜਨ ਹੋ ਗਿਆ ਉੱਥੇ ਜਾ ਕੇ। ਹਰ ਅਗਮਾ ਅਗਮ ਅਪਾਰਾ, ਹਰ ਜਿਹੜਾ ਹੈਗਾ ਉਹ ਤਾਂ ਅਗਮ ਹੁੰਦਾ ਜਿੱਥੇ ਮਨੁੱਖੀ ਬੁੱਧੀ ਜਿਹਨੂੰ ਨਾ ਬੁੱਝ ਸਕੇ ਨਾ ਪਛਾਣ ਸਕੇ, ਮਨੁੱਖੀ ਬੁੱਧੀ ਹਰ ਉਹਨੂੰ ਕਹਿੰਦੇ ਨੇ। ਅਗਮ ਬਹੁਤ ਸਾਰੀਆਂ ਚੀਜ਼ਾਂ ਮਾਇਆ 'ਚ ਵੀ ਨੇ, ਸਾਡੀ ਬੁੱਧੀ ਤੋਂ ਪਰੇ। ਮਾਇਆ ਵਿੱਚ ਵੀ ਬਹੁਤ ਕੁਝ ਹੈ ਜਿਹੜਾ ਸਾਡੀ ਮਨੁੱਖੀ ਬੁੱਧੀ ਤੋਂ ਪਰੇ ਹੈ। ਖੋਜ ਹੋ ਰਹੀ ਹੈ ਮਾਇਆ ਦੀ ਰੋਜ਼। ਇਸ ਕਰਕੇ ਜੋ ਕੁਛ ਮਾਇਆ 'ਚ ਅਗੰਮ ਉਹ ਤੋਂ ਗਾਹਾਂ ਹੈ, ਉਹ ਅਗੰਮ ਅਗਮਾ ਅਗਮ ਅਪਾਰਾ। ਹਾਂ, ਜੋ ਕੁਛ ਮਾਇਆ 'ਚ ਸਾਡੀ ਬੁੱਧੀ ਤੋਂ ਪਰੇ ਹੈ, ਜੇ ਸਾਰੀ ਵੀ ਮਾਇਆ ਦੀ ਖੋਜ ਕਰ ਲਵੇ ਆਦਮੀ, ਉਹ ਹਰਦਾ ਤਾਂ ਵੀ ਨਹੀਂ ਪਤਾ ਲੱਗਦਾ। ਜੇ ਮਾਇਆ ਦੀ ਟੋਟਲ ਖੋਜ ਕਰ ਲਵੇ, ਹਰ ਉਦੋਂ ਅੱਗੇ ਹੈ, ਫਿਰ ਉਹ ਅਗਮਾ ਅਗਮ ਹੈ। ਔਰ ਮਾਇਆ ਦਾ ਪਾਰ ਹੈ, ਉਹ ਅਪਾਰ ਹੈ। ਜੋਤ ਅਪਾਰਾ ਹੈ, ਜੋਤ ਦਾ ਪਰਲਾ ਪਾਸਾ ਨਹੀਂ ਹੈ, ਕੋਈ ਜੰਮਦੀ ਮਰਦੀ ਹੋ ਨਹੀਂ ਹੈ। ਇਹਦਾ ਆਦੰਤ ਹੈ ਮਾਇਆ ਦਾ, ਮਾਇਆ ਦੇ ਰੂਪ ਦਾ ਆਦੰਤ ਹੈ, ਉਹਦਾ ਆਦੰਤ ਨਹੀਂ ਹੈ, ਉਹਦਾ ਅੰਤ ਹੈ ਨਾ ਉਹਦਾ ਆਦ ਹੈ। ਇਸ ਕਰਕੇ ਅਪਾਰ ਹੈ ਉਹ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੁਣ ਧਿਆਉਂਦੇ ਤੇ ਸਾਰੇ ਹਰ ਨੂੰ ਨੇ, ਤੈਨੂੰ ਧਿਆਉਂਦੇ ਨੇ ਨਿਰਾਕਾਰ ਨੂੰ, ਪਰ ਧਿਆਉਂਦੇ ਬਾਹਰ ਨੂੰ ਧਿਆਨ ਰੱਖਦੇ ਨੇ। ਹੈਗਾ ਤੂੰ ਅੰਦਰ, ਬਸ ਇੱਥੇ ਹੀ ਫਰਕ ਹੈ ਗੁਰਮਤਿ ਦਾ ਬਾਕੀ ਮਤਾਂ ਦਾ। ਉਹ ਬਾਹਰ ਮੰਨੀ ਬੈਠੇ ਨੇ, ਹੈ ਤੂੰ ਅੰਦਰ। ਤੇ ਤੂੰ ਸਾਹ ਲੈ ਰਿਹਾ ਤਾਂ ਸਰੀਰ ਜਿਉਂਦਾ, ਬਸ ਜਿੱਥੇ ਸਾਹ ਆਉਂਦਾ ਉੱਥੇ ਬੈਠਾ। ਇਹ ਕਿੱਥੇ ਦੱਸਿਆ ਦਖੜਿਆਂ ਦੇ ਵਿੱਚ, ਨਾਨਕ ਬੈਠਾ ਪੱਖੇ ਪਾਓ, ਲੰਮੇ ਸੇਵੇ ਦਰ ਖੜਾ। ਉਹ ਜਿਹੜਾ ਬੈਠਾ ਪੱਖੇ ਪਾਓ ਹੈ ਨਾ, ਹਵਾ ਸਾਹ ਲੈਂਦਾ, ਉਹੀ ਤਾਂ ਹੈ ਉਹ। ਨਹੀਂ ਸਾਹ ਅਸੀਂ ਤਾਂ ਸਮਝ ਜਾਂਦੇ ਸਾਹ ਕਿਵੇਂ ਹੁੰਦਾ, ਕੌਣ ਲੈਂਦਾ ਸਾਹ? ਉਹੀ ਲੈਂਦਾ। ਸਾਹ ਲੈਂਦੀ ਸਭ ਲਵਾਇਆ ਸੱਸ, ਉਹ ਲੈਂਦਾ ਤਾਂ ਸਾਹ ਹੁੰਦਾ, ਉਹ ਤਾਂ ਸੌਦਾ ਹੀ ਨਹੀਂ। ਸਤਿਗੁਰ ਜਾਗਤਾ ਹੈ ਤੇ ਉਹ ਭੋਲੀ ਮਰਨੀ ਹੈ। ਉਹ ਤਾਂ ਜਾਗਤ ਜੋਤ ਹੈ, ਜਾਗਦਾ ਜਗਤ ਜੋਤ ਹੁਣ ਜਾਗਦਾ ਹੀ ਰਹਿੰਦਾ। ਉਹ ਸੌਦਾ ਨਹੀਂ। ਸੌ ਗਿਆ ਤਾਂ ਮਰ ਗਿਆ, ਜਿਹੜਾ ਸੌ ਗਿਆ ਉਹ ਮਰ ਗਿਆ। ਜੋਤ ਮਰਦੀ ਨਹੀਂ ਹੁੰਦੀ, ਸੌਂਦੀ ਉਹ ਹੁੰਦੀ ਹੈ। ਇਹਦਾ ਸੌਣਾ ਹੀ ਮਰਨਾ ਮੰਨਿਆ ਹੋਇਆ। ਦੀਵਾ ਬੁਝ ਗਿਆ, ਦੀਵਾ ਤਾਂ ਹੈਗਾ, ਬੱਤੀ ਵੀ ਹੈਗੀ, ਤੇਲ ਵੀ ਹੈਗਾ, ਬੁਝਿਆ ਹੋਇਆ ਹੀ ਹੈ। ਜੇ ਦੀਵਾ ਬੁਝ ਗਿਆ ਤਾਂ ਇਹਦਾ ਮਤਲਬ ਇਹ ਦੀਵਾ ਖਤਮ ਤਾਂ ਨਹੀਂ ਹੋ ਗਿਆ, ਬੁਝ ਗਿਆ ਬਸ। ਲਾਈਟ ਆਫ ਕਰਤੀ, ਬਲਬ ਵੀ ਹੈਗਾ, ਤਾਰ ਵੀ ਹੈਗੀ, ਸਭ ਕੁਝ ਹੈਗਾ। ਸਵਿਚ ਆਫ ਹੋ ਗਈ, ਸਵਿਚ ਆਨ ਹੋ ਜੂ, ਫੇਰ ਜਲ ਪੂ। ਇਹਦੀ ਸਵਿਚ ਆਫ ਆਨ ਹੁੰਦੀ ਹੈ, ਹੋਰ ਕੁਝ ਨਹੀਂ ਹੈ। ਤੇ ਲਾਈਟ ਕਿੱਥੋਂ ਆਉਣੀ ਹੈ? ਲਾਈਟ ਜਿਹੜਾ ਸਾਹ ਆਉਂਦਾ ਉਹ ਚੋਂ ਹੀ ਆਉਣੀ ਹੈ ਲਾਈਟ, ਤਾਂ ਸਵਿਚ ਆਨ ਆਫ ਉਹੀ ਕਰਦਾ। ਇਹ ਤਾਂ ਸਾਹ ਬੁਝਦਾ ਜਗਦਾ ਹੀ ਹੈ ਦੀਵਾ। ਉਹ ਜਾਗਦਾ ਤੇ ਉਹ ਹੈ, ਇਹ ਜਗਦਾ ਬੁਝਦਾ ਬਸ। ਕਦੇ ਜਗਦਾ ਕਦੇ ਨਹੀਂ ਜਗਦਾ। ਜਿੰਨਾ ਚਿਰ ਜਾਗਦਾ ਆਪਾਂ ਕਹਿੰਦੇ ਜਾਗਦੇ। ਦੇਖੋ ਦੁੱਧ ਨੂੰ ਵੀ ਕਹਿੰਦੇ ਜਾਗ ਲਾ ਦੋ, ਦੁੱਧ ਨੂੰ ਜਾਂ ਦਹੀਂ ਜਮਾਨੇ ਜਾਗ ਨਹੀਂ ਕਹਿੰਦੇ ਲਾ ਦੋ, ਜਗਾਉਣੇ। ਹਾਂ ਉਹ ਤਾਂ ਮੱਖਣ ਜੋ ਅੱਡ ਹੁੰਦਾ, ਫਿਰ ਉਦੋਂ ਦੁੱਧ ਵੀ ਜਾਗਦਾ ਨਹੀਂ, ਸੁੱਤਾ ਪਿਆ ਵੀ ਮੱਖਣ ਵਿੱਚ, ਪਤਾ ਹੀ ਨਹੀਂ ਕਿੱਥੇ ਹੈ। ਜਦ ਇਹ ਜਾਗਦਾ ਹੈ, ਅੱਡ ਹੁੰਦਾ ਸਰੀਰ ਨੂੰ, ਫਿਰ ਇਹ ਵੀ ਇਹ 'ਚ ਪ੍ਰਕਿਰਿਆ ਉਹੀ ਚੱਲਦੀ ਹੈ ਜੋ ਦੁੱਧ ਚੱਲਦੀ ਹੈ। ਦੁੱਧ ਵੀ ਚੱਲਦੀ ਹੈ ਨਾ ਪ੍ਰਕਿਰਿਆ। ਦੁੱਧ ਫਟਦਾ, ਜੰਮਦਾ, ਐਂ ਜੰਮਦਾ ਜਿਵੇਂ ਗਾਰਾ ਜੰਮਿਆ ਹੁੰਦਾ, ਗਾੜਾ ਜਿਹਾ, ਉਹੀ ਦੁੱਧ ਹੁੰਦਾ। ਖੱਟਾ ਦਾ ਜਰਾ ਲਾਉਣੇ, ਜਾਮ ਕਿਉਂ ਹੋ ਜਾਂਦਾ? ਐਵੇਂ ਜਾਗਦੀ ਸਾਰ ਮਨ ਜਾਮ ਹੋ ਜਾਂਦਾ, ਟਿਕ ਜਾਂਦਾ।
ਦੁੱਧ ਨਹੀਂ ਨਾ ਟਿਕਦਾ। ਜੇ ਭਾਂਡਾ ਹਲਾਈਏ ਟਿਕਿਆ ਹੀ ਰਹਿੰਦਾ ਹੀ ਤਾਂ ਥੋੜਾ ਬਹੁਤਾ ਜੇ ਹਲਾਈਏ ਭਾਂਡੇ ਨੂੰ ਨਹੀਂ ਟਿਕਿਆ ਹੋਇਆ। ਐ ਜਾਗਦੀ ਸਾਰ ਜਰਾਗ ਜਾਗਦੀ ਸਾਰ ਹੈ ਨਾ। ਜਾਗ ਲੱਗਦਾ ਇਹਨੂੰ। ਜਾਗ ਕਾਹਦਾ ਲੱਗਦਾ ਇਹਨੂੰ? ਜਾਗ ਲੱਗਦਾ ਗੁਰਬਾਣੀ ਦਾ। ਜੇ ਤਾਂ ਦੁੱਧ ਦੇ ਵਿੱਚ ਜਾਗ ਹੋ ਜਾਏ ਮਿਕਸ, ਫਿਰ ਤਾਂ ਦੁੱਧ ਜਾਂਦਾ ਜੰਮ। ਪਰ ਜੇ ਜਰਾ ਕੁ ਵੀ ਫਰਕ ਰੱਖੀਏ ਨਾ, ਇਹ ਕਿਸੇ ਹੋਰ ਸ਼ੀਸ਼ੀ 'ਚ ਪਾ ਕੇ ਦੁੱਧ ਵਿੱਚ ਘੁਮਾ ਕੇ ਫਿਰ ਪਰੇ ਕਰ ਦਈਏ, ਫਿਰ ਅਸਰ ਨਹੀਂ ਹੁੰਦਾ। ਉਹ ਗੁਰਬਾਣੀ ਦੇ ਵਿੱਚ ਮਿਕਸ ਹੋ ਜਾਂਦੀ ਹੈ ਮਨ ਦੇ, ਤਾਂ ਹੀ ਅਸਰ ਕਰਦੀ ਹੈ। ਜੇ ਕੋ ਖਾਵੇ ਜੇ ਕੋ ਪੁੱਛੇ ਦੇ ਅਸਰ ਹੋਣਾ। ਜਾਗਦਾ ਫਿਰ ਇਹ ਵੀ ਜਾਗ ਪੈਂਦਾ। ਜਾਗ ਲਿਓ ਰੇ ਮਨਾ ਜਾਗ। ਪਰ ਫਿਰ ਕੀ ਹੈ? ਫਿਰ ਸਰੀਰ ਚ ਅੱਡ, ਫਿਰ ਥੋੜਾ ਜਿਹਾ ਰੜਕਿਆ ਤੇ ਮੱਖਣ ਅੱਡ, ਲੱਸੀ ਅੱਡ। ਹਾਂਜੀ, ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਧਿਆਵੈ ਤੁਧ ਜੀ, ਹੈ ਸੱਚੇ ਸਿਰਜਣਹਾਰਾ। ਸਿਰਜਣਹਾਰਾ ਕਿਉਂਕਿ ਦੇਖੋ ਰਚਣਹਾਰਾ ਨਹੀਂ, ਉਹ ਸਿਰਜਣਹਾਰਾ। ਜਿਹੜਾ ਸਾਹ ਲੈਂਦਾ ਅੱਧਾ ਇਹ ਸਿਰਜਣਹਾਰਾ, ਅੱਧਾ ਰਚਣਹਾਰਾ। ਦੋ ਲਫ਼ਜ਼ ਨੇ। ਪੱਟੀ ਕਿਹਾ ਨੇ ਪੰਡਤਾਂ ਨੇ, ਵਿਦਵਾਨਾਂ ਨੇ ਸਿਰਜਣਹਾਰਾ ਰਚਣਹਾਰਾ ਇੱਕੋ ਸਮਝਿਆ ਹੋਇਆ। ਰਚਣਹਾਰਾ ਸਿਰਜਣਹਾਰਾ ਇੱਕ ਸਮਝਿਆ ਹੋਇਆ ਇਹਨਾਂ ਨੇ। ਇਹਨਾਂ ਨੂੰ ਇੰਨਾ ਨਹੀਂ ਪਤਾ ਰਚਣਹਾਰਾ ਉਹ ਹੈ ਜਿਹੜਾ ਮਾਇਆ 'ਚ ਰਚਿਆ ਹੋਇਆ, ਉਹ ਜੀਵ ਹੈ। ਫਿਰ ਸਿਰਜਣਹਾਰਾ ਉਹ ਹੈ ਜਿਹਨੇ ਇਹਨੂੰ ਦੱਸਿਆ ਵੀ ਰਚਨਾ ਐ ਹੈ, ਆਪ ਪਰੇ ਖੜਾ। ਇੱਕ ਰਚ ਰਿਹਾ, ਇੱਕ ਉਹਨੂੰ ਦੱਸ ਰਿਹਾ ਰਚਨਾ ਕਿਵੇਂ ਹੈ। ਇੱਕ ਘੁਲ ਰਿਹਾ, ਇੱਕ ਉਹਨੂੰ ਘੁਲ ਨੂੰ ਦੱਸ ਰਿਹਾ ਘੁਲਣਾ। ਇੱਕ ਤਾਂ ਮਾਇਆ ਵਿੱਚ ਘੁਲ ਰਿਹਾ, ਮਿਕਸ ਹੋ ਰਿਹਾ, ਮਾਇਆ ਵਿੱਚ ਲੀਨ ਹੋ ਰਿਹਾ। ਇੱਕ ਉਹਨੂੰ ਦੱਸ ਰਿਹਾ ਜੁਗਤੀ। ਉਹ ਪਰੇ ਵਾਲਾ ਤਾਂ ਮੰਤਰ ਦੱਸ ਰਿਹਾ, ਜੁਗਤੀ ਦੱਸ ਰਿਹਾ, ਆਪ ਨਹੀਂ। ਉਹ ਸਿਰਜਣਹਾਰਾ ਤਾਂ ਰਚਣਹਾਰਾ ਇਹ ਆਪ ਹੈ। ਜਾ ਇੱਕ ਕਿਵੇਂ ਪਤਾ ਲੱਗਿਆ ਵੀ ਰਚਣਹਾਰਾ ਅੱਡ ਹੁੰਦਾ? ਜੈ ਬਰਭੰਡ ਪਿੰਡ ਤੈ ਨਾਹੀ। ਜਿੱਥੇ ਬਰਭੰਡ ਔਰ ਪਿੰਡ ਨਹੀਂ ਹੁੰਦੇ ਨਾ, ਬਰਭੰਡ ਮਾਇਆ, ਬਰਭੰਡ ਹੈ ਲਫ਼ਜ਼। ਬ੍ਰਹਮੰਡ ਤਾਂ ਆਪ ਰਚਣਹਾਰਾ ਹੈ। ਬ੍ਰਹਮੰਡ ਇਹਨਾਂ ਨੂੰ ਇਹ ਵੀ ਨਹੀਂ ਪਤਾ ਬਰਭੰਡ ਔਰ ਬ੍ਰਹਮੰਡ ਦਾ ਕੀ ਫਰਕ ਹੈ। ਜੈ ਬਰਭੰਡ ਮਾਇਆ, ਪਿੰਡ ਸਰੀਰ। ਪਿੰਡ ਬਰਭੰਡ ਤੋਂ ਹੀ ਬਣਨਾ। ਤੈ ਨਹੀਂ ਜਿੱਥੇ ਹੁੰਦਾ ਨਹੀਂ ਨਾ ਰਚਣਹਾਰ, ਤੈ ਨਹੀਂ ਉਹਨਾਂ ਫਿਰ ਰਚਣਹਾਰ ਵੀ ਨਹੀਂ ਹੁੰਦਾ। ਮਾਇਆ ਹੋਊ ਤਾਂ ਹੀ ਘਰ ਬਣਾਊਗਾ, ਫਿਰ ਰਚਣਹਾਰ ਵੀ ਨਹੀਂ ਹੁੰਦਾ। ਮਨ ਹੁੰਦਾ ਹੀ ਨਹੀਂ। ਜੀਵ ਵੱਖਰਾ ਕਾਹਦ ਕਿੱਥੇ ਰਹੂਗਾ? ਆਸਰਾ ਕੀ ਬਣਾਊਗਾ? ਵੱਖਰਾ ਹੋ ਕੇ ਬੈਠੂਗਾ ਤੇ ਮਨ ਉੱਡ ਕੇ ਬੈਠਣ ਨੂੰ ਜਗ੍ਹਾ ਹੋਊ ਤਾਂ ਬੈਠੂ। ਉੱਡੇ ਨਾ ਹੰਸਾ ਪਰੇ ਨਾ ਕੰਧ। ਜੇ ਕੰਧ ਹੈ ਤਾਂ ਉੱਡੂਗਾ, ਜੇ ਕੰਧੇ ਨਹੀਂ ਹੈ ਉੱਡੂ ਕਿਵੇਂ? ਜੇ ਇਹਨੂੰ ਕੁਝ ਦੇਖਣ ਨੂੰ ਹੈ ਤਾਂ ਉਹਦੀ ਆਸਾ ਪੈਦਾ ਹੁੰਦੀ ਹੈ। ਮੈਨੂੰ ਦੇਖੇ ਉਪਜੇ ਨਹੀਂ ਆਸਾ। ਦੇਖਣ ਨੂੰ ਹੈ ਨਹੀਂ ਕੁਛ ਤੇ ਆਸਾ ਕਿੱਥੋਂ ਪੈਦਾ ਹੋਣੀ? ਇੱਛਾ ਕਿੱਥੋਂ ਪੈਦਾ ਹੋਣੀ? ਇੱਛਾ ਹੀ ਇਹਨੂੰ ਅਲੱਗ ਕਰਦੀ ਹੈ, ਇੱਛਾ ਹੀ ਵੱਖਰਾ ਕਰਦੀ ਹੈ। ਇੱਛਾ ਖਤਮ ਹੋਈ ਫਿਰ ਇੱਕ ਹੋ ਜਾਂਦਾ ਹੈ। ਇੱਛਾ ਖਤਮ ਹੋਣਾ ਇੱਕ ਹੋ ਜਾਂਦਾ, ਇੱਛਾ ਦੋ ਕਰ ਦਿੰਦੀ ਹੈ। ਜੈ ਬਰਭੰਡ ਪਿੰਡ, ਬਰਭੰਡ ਪਿੰਡ ਇਕੱਠਾ ਹੀ ਹੈ। ਬਰਭੰਡ ਵਾਲਾ ਪਿੰਡ ਸਰੀਰ ਤਾਂ ਨਾ ਹੀ ਰਚਣਹਾਰ, ਤਾਂ ਨਾ ਹੀ ਰਚਣਹਾਰ ਵੀ ਨਹੀਂ ਹੁੰਦਾ ਉਹਨੂੰ। ਇਹਨਾਂ ਵਾਲਾ ਰਚਣਹਾਰ ਜੀਵ ਹੋਇਆ ਨਾ। ਫਿਰ ਸਿਰਜਣਹਾਰ ਕੌਣ ਹੈ? ਸਿਰਜਣਹਾਰ ਨਾਲ ਦਾ ਹੁੰਦਾ ਹੈ। ਇਹਦਾ ਮੂਲ ਸਿਰਜਣਹਾਰ ਹੈ, ਇਹ ਆਪ ਰਚਣਹਾਰ ਹੈ। ਜਿਹੜਾ ਸਰੀਰ 'ਚ ਬੋਲਦਾ ਰਚਣਹਾਰ ਹੈ। ਮਨ ਕਰਕੇ ਰਚਣਹਾਰ ਹੈ, ਚਿੱਤ ਕਰਕੇ ਸਿਰਜਣਹਾਰ ਹੈ। ਇਹ ਇੱਕੋ ਹੀ ਹੈ। ਆਪੇ ਰਚਣਹਾਰ ਹੈ, ਆਪੇ ਸਿਰਜਣਹਾਰ ਹੈ। ਦੋਹਾਂ ਸਿਰਿਆਂ ਕਾ ਆਪੇ ਸਵਾਮੀ ਹੈ। ਰਚਣਹਾਰ ਵੀ ਆਪ ਹੈ, ਸਿਰਜਣਹਾਰ ਵੀ ਆਪ ਹੈ।
ਜਦ ਇਹ ਇੱਕ ਸ਼ਬਦ ਸੂਰਤ ਹੋ ਜਾਂਦਾ ਫਿਰ ਇਹ ਸਿਰਜਣਹਾਰ ਨਾ ਰਹਿੰਦਾ ਨਾ ਰਚਣਹਾਰ ਰਹਿੰਦਾ, ਫਿਰ ਇਹ ਅਲੱਗ ਹੋ ਜਾਂਦਾ, ਫਿਰ ਇਹ ਸੱਚਖੰਡ ਚਲਾ ਜਾਂਦਾ। ਫਿਰ ਹੋਰ ਇਹਨਾਂ ਦਾ ਜਿਹੜੇ ਬਿਮਾਰ ਨੇ ਨਾ ਇਹਨਾਂ ਵਾਸਤੇ ਕੁਝ ਕਰਦਾ। ਫਿਰ ਰਚਣਹਾਰ ਨਾ ਰਹਿੰਦਾ, ਰਚਣਹਾਰ ਤਾਂ ਬਿਮਾਰ ਹੈ ਨਾ। ਰਚਨਾ ਕਾਹਤੇ ਹੈ? ਕੋਈ ਡਿਵੈਲਪਮੈਂਟ ਵਾਸਤੇ ਰਚਨਾ, ਸਰੀਰ ਕਾਹਦੇ ਵਾਸਤੇ ਧਾਰਨ ਕਰਨਾ? ਕਮੀ ਹੈ ਜਾਂ ਕਮੀ ਰਹਿੰਦੀ ਨਹੀਂ ਹੈ। ਫਿਰ ਰਚਣਹਾਰ ਔਰ ਸਿਰਜਣਹਾਰ ਦੀ ਇਹਨੂੰ ਰਚਣ ਦੀ ਲੋੜ ਹੀ ਨਹੀਂ, ਮਾਇਆ ਤੇ ਛੱਡਤੀ। ਫਿਰ ਰਚਣਹਾਰ ਵੀ ਸਿਰਜਣਹਾਰ ਵੀ, ਫਿਰ ਦੋਏ ਚੀਜ਼ਾਂ ਨਹੀਂ ਹੈ। ਸਿਰਜਣਹਾਰ ਵੀ ਅੱਧਾ, ਰਚਣਹਾਰ ਵੀ ਅੱਧਾ। ਫਿਰ ਇਹ ਨਿਰੰਕਾਰ ਹੈ, ਫਿਰ ਨਿਰੰਕਾਰ ਹੈ, ਮਾਇਆ ਤੋਂ ਲਿਪਤ ਹੈ। ਫਿਰ ਸਿਰਜਣਹਾਰ ਆ ਰਚਣਹਾਰ। ਸਿਰਜਣਹਾਰ ਨੂੰ ਸਾਹ ਲੈਣਾ ਪੈਂਦਾ, ਸਾਹ ਲੈਣਾ ਪੈਂਦਾ ਨਾ। ਫਿਰ ਨਾ ਇਹ ਸਾਹ ਲੈਂਦਾ, ਫਿਰ ਇਹਦੀ ਡਿਊਟੀ ਹੋਰ ਹੈ, ਫਿਰ ਡਿਊਟੀ ਹੋਰ ਹੈ। ਫਿਰ ਕੀ ਡਿਊਟੀ ਹੈ? ਫਿਰ ਇਹਨਾਂ ਵਾਸਤੇ ਡਿਊਟੀ ਹੈ। ਭੈ ਵਿੱਚ ਪਵਨ ਚੱਲਾ ਸਦ, ਉਹਨਾਂ ਦੀ ਭੈ ਚੱਲਦੀ ਹੈ। ਫਿਰ ਆ ਸਾਰੀ ਡਿਊਟੀ ਫਿਰ ਉਹਨਾਂ ਦੀ ਹੈ। ਭੈ ਵਿੱਚ ਚੱਲਣਾ ਲੱਖ ਦਰਿਆ, ਫਿਰ ਉਹਦੀ ਭੈ ਚੱਲਦੇ ਨੇ। ਉਹ ਧੜੇ ਚਲੇ ਜਾਂਦਾ ਜਿਹਦੀ ਭੈ ਵਿੱਚ ਚੱਲਦੇ ਨੇ। ਪਾਰਲੀਮੈਂਟ ਵਿੱਚ ਆ ਸ਼ਾਮਲ ਹੁੰਦਾ ਜਿਨ੍ਹਾਂ ਦਾ ਕੰਟਰੋਲ ਹੈ ਸਾਰੇ ਵਿਸ਼ਵ ਤੇ। ਵਿਸ਼ਵ ਤੇ ਜਿਹੜਾ ਕੰਟਰੋਲ ਕਰਦੀ ਹੈ ਸੰਸਥਾ, ਉਹਦੇ ਵਿੱਚ ਸ਼ਾਮਲ ਹੋ ਜਾਂਦੇ ਜਾ ਕੇ। ਵਿਸ਼ਵ ਰੂਪ 'ਚ ਸ਼ਾਮਲ ਹੋ ਜਾਂਦਾ। ਤੈਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜਤ ਸਮਝ ਤਾਂ ਹੀ ਮੈਂ ਸਮਾਏਂਗੇ। ਇਹ ਵਿਸ਼ਵ ਰੂਪ ਹੋ ਜਾਂਦਾ। ਫਿਰ ਜਿਹਦਾ ਵਿਸ਼ਵ ਦੇ ਕੰਟਰੋਲ ਹੈ ਉਹਦੇ 'ਚ ਜਾ ਸਮੂਦਾ। ਫਿਰ ਨਾ ਸਿਰਜਣਹਾਰ ਹੈ ਨਾ ਰਚਣਹਾਰ ਹੈ। ਇਹ ਗੱਲ ਦਾ ਭੇਦ ਵਿਦਵਾਨਾਂ ਨੂੰ ਨਹੀਂ ਪਤਾ, ਕਿਉਂਕਿ ਹਿੰਦੂ ਮਤ 'ਚ ਭੇਦ ਹੈ ਨਹੀਂ। ਇੱਥੋਂ ਹੀ ਪੰਡਤ ਨੇ ਬਾਟ ਪਾੜੀ ਹੋਈ ਕਹਿੰਦੇ ਨੇ। ਰਿਸ਼ੀਆਂ ਮੁਨੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਵੇਦ ਵਿੱਚ ਇਹ ਗੱਲ ਸੀਗੀ, ਵੇਦ ਵਿੱਚ ਇਹ ਗੱਲ ਹੈ, ਭਗਤਾਂ ਕੋਲ ਇਹ ਗੱਲ ਹੈ। ਪੰਡਤ ਨੇ ਅਸਲ ਜਾਣ ਬੁੱਝ ਕੇ ਰਸਤਾ ਪਾੜ ਲਿਆ। ਹਿੰਦੀ ਦੀ ਡਿਕਸ਼ਨਰੀ ਦੇ ਵਿੱਚੋਂ ਉਹਨਾਂ ਨੇ ਬ੍ਰਹਮੰਡ ਸ਼ਬਦ ਗਾਇਬ ਕਰਤਾ, ਬ੍ਰਹਮੰਡ ਰੱਖ ਲਿਆ। ਬ੍ਰਹਮੰਡ ਦਾ ਹੀ ਅਰਥ ਬ੍ਰਹਮੰਡ ਕਰਤਾ, ਮਾਇਆ ਕਰਤਾ। ਨਿਰਾਕਾਰ ਗਾਇਬ ਕਰਤਾ। ਨਿਰਾਕਾਰ ਗਾਇਬ ਕੀਤਾ ਤਾਂ ਫਿਰ ਦੇਹਧਾਰੀ ਨੂੰ ਪਰਮੇਸ਼ਰ ਬਣਾਤਾ। ਬੜੀ ਸ਼ਰਾਰਤ ਨਾਲ ਕੰਮ ਕੀਤਾ ਹੈ ਪੰਡਤ ਦਾ। ਨਿਰਾਕਾਰ ਗਾਇਬ ਕਰਤਾ, ਬ੍ਰਹਮੰਡ ਸ਼ਬਦ ਗਾਇਬ ਕਰਕੇ ਬ੍ਰਹਮੰਡ ਰੱਖ ਲਿਆ। ਬ੍ਰਹਮੰਡ ਦਾ ਅਰਥ ਬ੍ਰਹਮੰਡ ਕਰਤਾ। ਸਾਡੇ ਵੀ ਟੀਕਿਆਂ ਜਿਹੀ ਹੋਇਆ। ਕੀ ਹੋਇਆ ਹੈ? ਕਿੱਥੇ ਸ਼ਰਾਰਤ ਹੈ? ਇਹ ਬੁੱਝਣ ਵਾਲੀ ਗੱਲ ਸੀ। ਗੁਰਬਾਣੀ 'ਚ ਬੁੱਝੀ ਹੋਈ ਹੈ, ਵਿਦਿਆ ਸੋਧੀ ਹੋਈ ਹੈ। ਤੇ ਜਿਹੜੇ ਗੁਰਬਾਣੀ ਨੂੰ ਗੌਰ ਨਾਲ ਪੜ੍ਹਦੇ ਨੇ ਖੋਜ ਕੇ, ਉਹਨਾਂ ਨੂੰ ਉਹ ਲੱਭ ਲੈਂਦੇ ਨੇ ਗੱਲ ਕੀ ਹੈ। ਉਹਨਾਂ ਨੇ ਲੱਭ ਲਈ, ਗੁਰਮੁਖ ਲੱਭ ਲੈਂਦੇ ਨੇ। ਕਿਉਂਕਿ ਗੁਰਬਾਣੀ ਖੋਜ ਦਾ ਵਿਸ਼ਾ, ਪੜ੍ਹਨ ਦਾ ਵਿਸ਼ਾ ਨਹੀਂ ਬਿਲਕੁਲ ਵੀ, ਬੁੱਝਣ ਦਾ ਵਿਸ਼ਾ। ਖੋਜ ਬੂਝ ਜਬ ਕਰਤ ਵਿਚਾਰਾ, ਭਵਜਲ ਤਰਤ ਨ ਲਾਗੈ ਬਾਰਾ। ਖੋਜ ਬੁੱਝ ਕੇ ਭਵਜਲ ਤਰਨਾ, ਇਹ ਵਿਸ਼ਾ ਵਿਦਵਾਨਾਂ ਦਾ ਹੈ ਨਹੀਂ। ਇਹ ਵਿਸ਼ਾ ਸਿੱਖਾਂ ਦਾ ਅੱਜ ਹੈ ਨਹੀਂ ਕਿ ਬਾਣੀ ਨੂੰ ਖੋਜ ਬੁੱਝ ਕੇ ਭਵਜਲ ਤਰਨਾ। ਖੋਜ ਬੂਝ ਜਬ ਕਰਤ ਵਿਚਾਰਾ, ਭਵਜਲ ਤਰਤ ਨ ਲਾਗੈ ਬਾਰਾ। ਇਹ ਵਿਸ਼ਾ ਦੱਸੋ ਕਿੱਥੇ ਪ੍ਰਚਾਰਿਆ ਜਾਂਦਾ? ਸੰਤ ਤਾਂ ਕਿਤੇ ਕਿਤੇ ਗੱਲ ਕਰਦੇ ਨੇ, ਉਹ ਵੀ ਬਸ ਮੂੰਹ 'ਚ ਕਰਦੇ ਨੇ, ਪਤਾ ਉਹਨਾਂ ਨੂੰ ਵੀ ਕੁਛ ਨਹੀਂ ਹੈ। ਸੁਣੀ ਸੁਣਾਈ ਗੱਲ ਕਰੀ ਜਾਂਦੇ ਨੇ। ਉਹ ਤਾਂ ਸਮਝਦੇ ਨੇ ਵੀ ਗੱਲ ਕੁਛ ਗਾਹਾਂ ਜਾਣਾ ਵਾਲੀ ਗੱਲ ਹੈ। ਆਹ ਗੁਰਦੁਆਰੇ ਸਿੱਖਾਂ ਦੇ ਵਿੱਚ ਤਾਂ ਗੱਲ ਨਹੀਂ ਹੈ। ਇੱਥੇ ਤਾਂ ਦੀਵਾਨ ਬਣਾ ਲਓ, ਕੀਰਤਨ ਦਰਬਾਰ ਕਰ ਲਓ, ਧੂੜ ਉਡਾ ਲਓ, ਉਹ ਕਰ ਲਓ, ਜਾਂ ਫਿਰ ਕੀ ਮੁੜ ਘੜ ਕੇ ਗੱਲ ਸਿਆਸਤ ਦੀ ਕਰ ਲਓ। ਮੁੜ ਘੜ ਕੇ ਗੱਲ ਉਹਦੀ ਕਰ ਲਓ ਵੀ ਹੁਣ ਬਈ ਪ੍ਰਧਾਨ ਕਿਹਨੂੰ ਬਣਾਉਣਾ। ਮੁੜ ਘੜ ਕੇ ਗੱਲ ਫਿਰ ਉੱਥੇ ਲਿਆਓ। ਇਹਦਾ ਇੱਥੇ ਤੱਕ ਸੀਮਤ ਨੇ।
ਠੀਕ ਦਿੱਤੇ ਸੀ ਗੁਰਦੁਆਰੇ ਸੰਤਾਂ ਨੂੰ, ਪਰ ਉਹ ਸੰਤ ਹਿੰਦੂ ਸੀ, ਬੇਈਮਾਨ ਸੀ, ਬੇਈਮਾਨ ਹੋ ਗਏ। ਉਹ ਹਿੰਦੂਆਂ ਨਾਲ ਰਲ ਗਏ, ਇਹਨੂੰ ਖਰਾਬ ਕਰਤੀ ਹੈ। ਦਿੱਤਾ ਤਾਂ ਠੀਕ ਸੀ, ਗੁਰੂ ਘਰ ਕਈ ਉਹ ਖਾਨਦਾਨੀ ਸੀ, ਵਿਸ਼ਵਾਸ ਕਰ ਲਿਆ ਵੀ ਚਲਾਉਣਗੇ, ਉਹਨਾਂ ਨੇ ਚਲਾਇਆ ਨਹੀਂ, ਉਹਨਾਂ ਨੇ ਖਰਾਬ ਕਰਤਾ। ਆ ਦੂਆਂ ਨੂੰ, ਦੂਏ ਤਾਂ ਬੰਦੇ ਹੀ ਧਾਰਮਿਕ ਨਹੀਂ ਹੈਗੇ, ਇਹ ਤਾਂ ਇੱਕ ਤਾਂ ਧਾਰਮਿਕ ਸੀ, ਇਹ ਤਾਂ ਉਹੀ ਸੀਗੇ ਬਈ ਜੀ ਆਹ ਕੀਤਾ ਜੀ, ਗੁਰਦੁਆਰੇ ਜਾਏ ਕਰਦੇ ਨੇ, ਉਹ ਕਰਦੇ ਨੇ, ਉਹਨੇ ਜੀ ਉਹ ਵਿਰਾਸਤ ਰੱਖ ਲਈ, ਮੁਸਲਮਾਨ ਨਹੀਂ ਰੱਖ ਲਈ। ਇਹ ਨਹੀਂ, ਇੱਥੇ ਕੁ ਧੱਕੇ ਹੋਣੇ ਸਿੱਖ ਸੀਬਤ ਨੇ ਇਹਨਾਂ ਗੱਲਾਂ ਤੇ। ਗੁਰਮਤਿ ਕੀ ਹੈ ਇਹਦੀ ਖੋਜ ਤਾਂ ਕਿਤੇ ਨਹੀਂ ਹੈ ਇਹਨਾਂ ਕੋਲ, ਖੋਜ ਤਾਂ ਬੰਦ ਕੀਤੀ ਇਹਨਾਂ ਸਾਰਿਆਂ ਨੇ। ਉਹ ਜਿਹੜੇ ਬੈਠੇ ਨੇ ਇਹਨਾਂ ਦੇ ਦੂਏ, ਉਹ ਵੀ ਆਪਣਾ ਇੱਧਰ ਨੂੰ ਨਹੀਂ ਜਾਂਦੇ, ਇੱਧਰ ਨੂੰ ਜਾਂਦੇ ਨੇ, ਫਿਰ ਇਹਨਾਂ ਨੂੰ ਜਵਾਬ ਔਖੇ ਹੋ ਜਾਂਦਾ। ਫਿਰ ਜੇ ਖੋਏ ਵਾਲੇ ਪਾਸੇ ਜਾਣਗੇ ਨਾ, ਫਿਰ ਤਾਂ ਕੰਮ ਖਰਾਬ ਹੋ ਜੂ, ਸਾਰੀ ਮਾਇਆ ਛੱਡਣੀ ਪੈ ਜੂਗੀ। ਉੱਧਰ ਨਹੀਂ ਜਾਂਦੇ, ਉਹ ਤਾਂ ਡਰਦੇ ਨੇ ਸਭ। ਖੋਜ ਵਾਲੀ ਗੱਲ ਕਰੇ ਤਾਂ ਇਹ ਡਰਦੇ ਨੇ, ਜਿਵੇਂ ਬੱਕਰੀ ਪਾਣੀ ਤੇ ਡਰਦੀ ਹੈ ਨਾ, ਇਹ ਡਰਦੇ ਨੇ। ਬਰਸਾਤ ਪੈ ਜਾਏ, ਭੇਡਾਂ ਤਾਂ ਵੀ ਬਿਮਾਰ ਹੋ ਜਾਂਦੀਆਂ, ਦੀਆਂ ਮਰ ਜਾਂਦੀਆਂ ਨੇ। ਇਹ ਤਾਂ ਉਹ ਭੇਡਾਂ ਨੇ ਜਿਹੜੀਆਂ ਚਾਹੁੰਦੀਆਂ ਨਹੀਂ ਕਦੇ ਵੀ ਬਰਸਾਤ ਹੋਵੇ, ਇਹ ਨਹੀਂ ਚਾਹੁੰਦੇ। ਇਹ ਤਾਂ ਬਰਸਾਤ ਹੈ, ਮਹਿੰਗਾ ਬਰਸੂਗਾ, ਵੇਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ। ਇਹ ਤਾਂ ਭੇਡਾਂ ਨੇ, ਰਾਜਸਥਾਨ ਦੇ ਰਹਿਣ ਵਾਲੀਆਂ ਨੇ, ਖੁਸ਼ਕ ਇਲਾਕੇ ਦੇ, ਜਿੱਥੇ ਅੱਗ ਵਰਸਦੀ ਹੋਵੇ ਮਾਇਆ ਦੀ, ਉੱਥੇ ਰਹਿਣ ਵਾਲੀਆਂ ਨੇ। ਲੈ ਕੋ ਜੋ ਮਿਹਨਤ ਭੇਡ, ਇਹ ਭੇਡਾਂ ਨੇ। ਮਨ ਨੂੰ ਆਪਣੇ ਨੂੰ ਰਾਜੀ ਰੱਖਣਾ ਇਹਨਾਂ ਨੇ, ਜਿਵੇਂ ਵੀ ਰਹੇ। ਮਨ ਤੇ ਪਾਬੰਦੀ ਨਹੀਂ ਲਾਉਣੀ, ਮਨ ਨੂੰ ਰਾਜੀ ਕਰਨਾ, ਖੁਸ਼ ਕਰਨਾ। ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਹੈ ਹਰ ਸੱਚੇ ਸਿਰਜਣਹਾਰਾ। ਧਿਆਨ ਤਾਂ ਸਾਰੇ ਤੇਰਾ ਹੀ ਕਰਦੇ ਨੇ, ਤੈਨੂੰ ਹੀ ਲੱਭਦੇ ਨੇ। ਹੁਣ ਹਰ ਨੂੰ ਹਿੰਦੂ ਮਤ ਹਰੀ ਕਹਿੰਦੇ ਨੇ, ਹਰੀਓ ਇਹ ਵੀ ਲਿਖਿਆ ਹੋਇਆ, ਹਰ ਕਹਿ ਲਓ। ਅਸੀਂ ਹਰ ਕਹਿਣ ਲੱਗੇ, ਵੈਸੇ ਲਫ਼ਜ਼ ਹਰੀਓ ਹੈ, ਸਿਆਰੀ ਹੈ ਲੱਗੀ। ਸੱਚੇ ਸਿਰਜਣਹਾਰਾ, ਸਾਰੇ ਤੈਨੂੰ ਤੇ ਹੁੰਦੇ ਨੇ। ਗੱਲ ਹਿੰਦੂਆਂ ਨੂੰ ਕਹੀ ਹੋਈ ਹੈ। ਉਹ ਹਰੀ ਆਦਮੀ ਹੁੰਦਾ, ਸਰੀਰ ਹੁੰਦਾ। ਹਰ ਦਾ ਗਮਾ ਪਰ, ਸਰੀਰ ਦਾ ਕੀ ਗਮਾ ਪਰ, ਦੱਸੋ। ਆਦਮੀ ਦਾ ਕੀ ਗਮਾ ਪਰ, ਜੰਮਦਾ ਮਰ ਜਾਂਦਾ। ਦੇਹਧਾਰੀ ਦਾ ਕੀ ਗਮਾ ਪਰ, ਜਿਨ੍ਹਾਂ ਦੇ ਮੂਹਰੇ ਜੰਮੇ ਆ ਉਹਨਾਂ ਵਾਸਤੇ ਕੀ ਗਮਾ ਪਰ। ਜਿਹੜਾ ਜੰਮਦਾ ਔਰ ਮਰਦਾ ਉਹ ਗਮਾ ਪਾਰਾ ਨਹੀਂ ਹੁੰਦਾ। ਹਾਂ, ਜੋਤ ਜਿਹੜੀ ਹੈਗੀ ਹੈ ਨਾ, ਉਹਨੂੰ ਦਾ ਗਮਾ ਪਾਰਾ ਕਰ। ਫਿਰ ਜੋਤ ਦੀ ਤਾਂ ਮੂਰਤੀ ਨਹੀਂ ਬਣਦੀ, ਬਸ ਗੱਲ ਹੋਰ ਕੁਛ ਨਹੀਂ। ਕ੍ਰਿਸ਼ਨ ਤੇ ਐਲਰਜੀ ਨਹੀਂ ਹੈ ਦਸਮ ਪਾਤਸ਼ਾਹ ਨੂੰ, ਸਰੀਰ ਤੇ ਐਲਰਜੀ ਹੈ, ਜੋਤ ਤੇ ਤਾਂ ਹੈ ਨਹੀਂ। ਇੱਥੇ ਵੀ ਜੋ ਤਨ ਵਿੱਚੋਂ ਮਨੇ ਖੋਜਣਾ, ਅਸੀਂ ਕੀ ਕਰ ਰਹੇ ਹਾਂ? ਕਹੋ ਨਾਨਕ ਬਿਨ ਆਪਾ ਚੀਨੇ ਬਟੇਰਾ ਭਰਮ ਕੀ ਕਾਈ। ਆਪਾਂ ਹੀ ਚੀਨਣਾ, ਆਪਣੇ ਆਪ ਨੂੰ ਖੋਜਣਾ, ਪਰ ਆਪਣਾ ਆਪ ਸਰੀਰ ਨਹੀਂ ਹੈ। ਬਸ ਇੱਥੇ ਆ ਕੇ ਫਰਕ ਹੈ, ਫਰਕ ਬਹੁਤ ਮਾਮੂਲੀ ਹੈ। ਇਸੇ ਕਰਕੇ ਨਾਨਕ ਰੰਗ ਚ ਫਰਕ ਕੋਈ ਨਹੀਂ। ਉਹ ਵੀ ਆਤਮਾ ਹੋਈ ਹੈ, ਜੋਤ ਉਹ ਵੀ ਹੋਈ ਹੈ, ਜੋਤ ਸੇਮ ਲੈਵਲ ਦੀ ਹੈ। 200 ਦਾ ਬਲਬ ਹੈ, 10 ਬਲਬ ਨੇ 200 ਦੇ, ਕੋਈ ਲਾ ਦੋ ਚਾਨਣਾ ਉਹਨਾਂ ਹੀ ਹੋਣਾ। ਜਾਂ ਹੈਗੇ 200 ਦੇ, ਵਜਾ 200 ਦੀ ਪਾਵਰ ਉਹਦੀ ਹੋ ਗਈ, ਲੈਣੇ ਦੀ ਉਹ ਵੀ ਨਾਨਕ ਹੋ ਗਿਆ। ਜਦੋਂ 50-60 ਦਾ ਸੀ ਉਦੋਂ ਨਹੀਂ ਸੀ ਨਾਨਕ, ਉਦੋਂ ਲੈਣਾ ਸੀ। ਜਾਂ ਉਨੀ ਉਹ ਰੋਸ਼ਨੀ ਕਰਨ ਲੱਗ ਗਿਆ, ਬਸ ਉਹ ਨਾਨਕ ਹੋ ਗਿਆ, ਡਿਵੈਲਪ ਹੋ ਕੇ। ਬਲਬ ਦਾ ਕੋਈ ਨਾ ਹੋ ਨਹੀਂ, ਕਹਿੰਦਾ ਵੀ 200 ਦਾ ਬਲਬ ਦੇ ਦੇ, ਬਸ। ਉਹ ਨੋ ਤਾਂ ਕੋਈ ਕਿਸੇ ਦਾ ਨਹੀਂ,
ਸਾਰੇ ਹੀ 200 ਦੇ ਨੇ, ਇਹ ਸਾਰੇ ਹੀ ਨਾਨਕ ਦਾ ਨੇ। ਇੱਕੋ ਜਿਹਾ ਉਹਦੀ ਉਹ ਰੋਸ਼ਨੀ ਕਰਦੇ ਨੇ ਸਾਰੇ, ਵਿਵੇਕ ਬੁੱਧੀ ਇੱਕੋ ਹੈ ਸਾਰਿਆਂ 'ਚ। ਤੇ ਆਗੇ ਜੋਤ ਤੇ ਆ ਗਏ। ਨਾਨਕ ਦੀ ਫੋਟੋ ਕਿਵੇਂ ਬਣਾਉਂਦੇ ਹੋ ਫਿਰ ਤੁਸੀਂ? ਨਾਨਕ ਦੀ ਜਿਹੜੇ ਫੋਟੋ ਬਣਾਉਂਦੇ ਨੇ ਮਹਾਮੂਰਖ ਨੇ, ਉਹਦਾ ਸਰੀਰ ਦੀ ਫੋਟੋ ਉਹਦਾ ਰਿਹਾ ਨਾ, ਫਿਰ ਲੈਣਾ ਵੀ ਨਾਨਕ ਉਹਦੀ ਬਣਾਓ। ਫਿਰ 10 ਫੋਟੋਆਂ ਮਿਕਸ ਹੋ ਗਈਆਂ, ਦੱਸੋ ਕਿਹੜੀ ਹੋਈ ਨਾਨਕ ਦੀ ਫੋਟੋ ਅਸਲੀ? ਅਸਲੀ ਦੱਸੋ ਕਿਹੜੀ ਹੋਈ? 6 ਤਾਂ ਹੋਏ ਗਈਆਂ, ਚਲੋ 10 ਨਹੀਂ ਹੋਈਆਂ। 10 ਪਾਸ਼ਾ ਕਿਤੇ ਨਾਨਕ ਪਦ ਨਹੀਂ ਵਰਤਦੇ, ਤਿੰਨਾਂ ਨੇ ਬਾਣੀ ਲਿਖੀ ਹੋਣੀ। 6 ਤਾਂ ਹੋ ਗਈਆਂ ਨਾ, ਦੱਸੋ ਕਿਹੜੀ ਅਸਲੀ ਹੈ ਨਾਨਕ ਦੀ, ਕਿਹੜੀ ਨਕਲੀ, ਕਿਹੜੀ ਨਹੀਂ? ਨਾਨਕ ਦੱਸੋ। ਕਿਆ ਪੰਜਵੇਂ ਪਾਤਸ਼ਾਹ ਨਾਨਕ ਨਹੀਂ? ਇਹ ਤਾਂ ਆਪ ਫਸੇ ਪਏ ਨੇ ਆਪਣੇ ਜਾਲ ਜਿਹੜਾ ਇਹਨਾਂ ਨੇ ਬੁਣਿਆ ਨਾ ਮੂਰਖਤਾਈ ਦਾ, ਇਹ 'ਚ ਆਪੇ ਫਸੇ ਪਏ ਨੇ। ਇਹਨਾਂ ਨੂੰ ਕੁਛ ਵੀ ਨਿਕਲਣ ਨੂੰ ਕਿਤੇ ਥੋ ਨਹੀਂ ਮੂਰਖਾਂ ਨੂੰ। ਅੱਖਾਂ ਵਿੱਚ ਕੇ ਚਲੇ ਆਏ ਨੇ, ਗੋਲਕ ਦੇ ਉਹਨੇ ਕਰੇ, ਨਾਲੇ ਗੋਲਕ ਤੋਂ ਗਾਹਾਂ ਇਹਨਾਂ ਨੇ ਕਰਨਾ ਕੀ ਸੀ ਜਾ ਕੇ? ਗੋਲਕ ਤੋਂ ਗਾਹਾਂ ਜਾਣ ਦਾ ਇੱਕ ਤਾਂ ਇਹਦਾ ਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਵਿਚਾਰਿਆਂ ਦਾ ਪ੍ਰਬੰਧ ਕਰਨਾ ਸੀ, ਕਰਦੇ ਰਹੇ ਨੇ, ਹੁਣ ਵੀ ਕਰ ਰਹੇ ਨੇ। ਇਹ ਤਾਂ ਐਵੇਂ ਪੰਗਾ ਲੈ ਲਿਆ ਇਹਨਾਂ ਨੇ ਗਾਹਾਂ ਹੱਥ ਪਾ ਕੇ। ਇਹਨਾਂ ਨੂੰ ਚਾਹੀਦਾ ਨਹੀਂ ਸੀ ਗਾਹਾਂ ਪੰਗਾ ਲੈਣਾ। ਇਹ ਕਹਿੰਦੇ ਦੇਖੋ ਜੀ ਸਾਡਾ ਤਾਂ ਪ੍ਰਬੰਧ ਦਾ ਕੰਮ ਹੈ, ਦੇਖੋ ਰਾਗੀ ਜਿਹੜਾ ਤੁਸੀਂ ਕਹੋ ਅਸੀਂ ਬਦਲ ਦਿੰਦੇ ਹਾਂ, ਜਿਹੜਾ ਵਧੀਆ ਉਹ ਲਾ ਦਿੰਦੇ ਹਾਂ। ਇਹ ਗਾਹਾਂ ਵੱਧਦੇ ਵੀ ਅਸੀਂ ਇਹ ਸਾਬਤ ਕਰ ਦਾਂਗੇ ਅਸੀਂ ਉਹ ਸਭ ਕੁਛ ਹਾਂ, ਜਥੇਦਾਰ ਵੀ ਅਸੀਂ ਹਾਂ, ਸਾਨੂੰ ਇਹ 10 ਪਾਤਸ਼ਾਹ ਨੇ ਬਣਾਇਆ, ਸਭ ਬਾਕੀ ਡੁਪਲੀਕੇਟ ਨੇ। ਉਹ ਕਰਦੇ ਪਾਪ ਕਮਾਉਂਦੇ ਨਾ, ਉਹ ਆਪਣੇ ਜਾਲ 'ਚ ਫਸ ਗਏ। ਇਹਨਾਂ ਦਾ ਪਾਪ ਇਹਨਾਂ ਦਾ ਹੀ ਪਾਪ ਬਣ ਗਿਆ, ਬਣਿਆ ਖੜਾ ਹੈ ਹੁਣ। ਜਥੇਦਾਰ ਦਾ ਪ੍ਰਚਾਰ ਇਹਨਾਂ ਨੇ ਕਿਉਂ ਕੀਤਾ ਸਾਨੂੰ ਸਭ ਪਤਾ। ਜੋ ਇਹਨਾਂ ਨੇ ਕੀਤਾ 50-60 ਸਾਲ 'ਚ, 50-55 ਸਾਲ ਦਾ ਤਾਂ ਮੇਰੇ ਸਾਹਮਣੇ ਮੈਨੂੰ ਵੀ ਪਤਾ। ਬਾਕੀ ਉਦੋਂ 40 ਸਾਲ ਪਹਿਲਾਂ ਦੀ ਗੱਲ ਹੈ, 30 ਸਾਲ ਉਹ ਮੈਨੂੰ ਦੱਸੀ ਹੋਈ ਹੈ। 25 ਸਾਲ ਪਹਿਲਾਂ ਦੀ ਉਹ ਗੱਲ ਹੈ, 25-30 ਸਾਲ ਪਹਿਲਾਂ ਦੀ। ਇਹਨਾਂ ਨੇ ਜੋ ਸ਼ੈਤਾਨੀਆਂ ਕੀਤੀਆਂ ਸਭ ਪਤਾ ਹੈ। ਹੁਣ ਇਹਨਾਂ ਕੋਲ ਹੈ ਕੁਛ ਨਹੀਂ, ਵਿਚਾਰਿਆਂ ਕੋਲ ਹੈ ਕੀ? ਇਹਨਾਂ ਕੋਲ ਸਿਆਸਤਦਾਨ ਤਾਂ ਬੋਲਦੇ ਹੀ ਨਹੀਂ, ਫਸਾਦ ਤੇ ਵਿਚਾਰੇ ਉਹ ਗਰੀਬ ਜਿਹੜੇ ਗ੍ਰੰਥੀ ਭਰਤੀ ਕੀਤੇ ਤੇ ਫਸਾਦ ਤੇ ਇਹਨਾਂ ਨੇ। ਉਹਨੂੰ ਅਕਾਲ ਤਖ਼ਤ ਦਾ ਕਿਸੇ ਨੂੰ ਜਥੇਦਾਰ ਬਣਾਤਾ, ਕਿਸੇ ਨੂੰ ਕੁਛ ਬਣਾਤਾ, ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਗੁਰਮਤਿ ਦਾ ਤਾਂ ਉਹਨਾਂ ਨੂੰ ਗਿਆਨ ਕੋਈ ਨਹੀਂ। ਜੇ ਗੁਰਮਤਿ ਦਾ ਗਿਆਨ ਹੁੰਦਾ ਇਹਨਾਂ ਦੇ ਥੱਲੇ ਕਿਵੇਂ ਲੱਗ ਕੇ ਚੱਲਦੇ? ਸਿਆਸਤਦਾਨਾਂ ਦੇ ਕਿਵੇਂ ਲੱਗਦੇ? ਥੱਲੇ ਕਿਵੇਂ ਲੱਗ ਕੇ ਚੱਲਦੇ? ਇਹ ਤਾਂ ਹੋਣਾ ਹੀ ਸੀ, ਪਤਾ ਹੀ ਸੀਗਾ ਵੀ ਹੋਊਗਾ। ਨਾਲੇ ਕੂੜ ਨੂੰ ਖੁੱਟੇ ਨਾਨਕਾ ਓੜਕ ਸੱਚ, ਕੂੜ ਦਾ ਪਸਾਰਾ ਸੀ। ਇਸ ਪੰਕਤੀ ਤੇ ਭਰੋਸਾ ਕਰੀ ਬੈਠੇ ਸੀ ਜਿਹੜੇ, ਉਹ ਕਹਿੰਦੇ ਸੀ ਨਹੀਂ ਬੋਲਣਾ, ਸਮਾਂ ਆਊ ਫਿਰ ਬੋਲਾਂਗੇ, ਬੁਲਾਊਗਾ ਜਦ ਬੋਲਾਂਗੇ, ਬੋਲਣਾ ਨਹੀਂ। ਜਿਹਨੂੰ ਬੁਲਾਊਗਾ ਬੋਲਿਓ ਬਸ। ਜਦੋਂ ਅਸੀਂ ਇਹ ਗੋਲਕ ਆਪੇ ਨਹੀਂ ਲਈ, ਅਕਾਲੀ ਫੂਲਾ ਸੋਨੇ, ਤੇ ਤੁਸੀਂ ਗੋਲਕ ਵੱਲ ਝਾਕਦੇ ਕਿਉਂ? ਬਾਬਾ ਚੇਸੋ ਕਹਿੰਦਾ ਸੀ ਬੇਈਮਾਨੀ ਆ ਗਈ ਅੰਦਰ, ਮਾਇਆ ਦੀ ਭੁੱਖ ਜਾ ਗਈ, ਮਰ ਜਾਓਗੇ, ਸੰਖੀਆ ਖਾ ਕੇ ਮਰ ਜਾਓਗੇ, ਬਾਜੋ। ਜਿਹੜੇ ਨਹੀਂ ਅੜੇ ਗੋਲੀਆਂ ਚੱਲਦੀਆਂ ਨੇ, ਚਲੀਆਂ ਗੋਲੀਆਂ ਕਾਹਦੇ ਵਾਸਤੇ? ਗੋਲਕ ਵਾਸਤੇ। ਪਟਿਆਲੇ ਚੱਲੀਆਂ ਨਹੀਂ ਗੋਲੀਆਂ, ਗੋਲਕ ਵਾਸਤੇ ਹੀ ਹੈ, ਹੋਰ ਕੁਛ ਨਹੀਂ। ਕਿਉਂਕਿ ਗੋਲਕ ਵਾਸਤੇ ਅੰਮ੍ਰਿਤ ਛਕਿਆ ਸੀ ਤੁਸੀਂ, ਨਾਮ ਕਿੱਥੇ ਗਿਆ? ਨਾਮ ਵਾਲੀ ਗੱਲ ਕਿੱਥੇ ਰਹਿ ਗਈ? ਨਾਮ ਵਾਲੀ ਗੱਲ ਸਮਾਪਤ ਹੈ ਗੁਰਦੁਆਰਿਆਂ 'ਚੋਂ। ਉਹ ਤਾਂ ਕਿਸੇ ਗੁਰਮੁਖ ਕੋਲ ਹੋਊਗੀ ਨਾਮ ਵਾਲੀ, ਇਹਨਾਂ ਨੇ ਕੀ ਲੈਣਾ ਨਾਮ ਤੇ? ਧਿਆਉਂਦੇ ਕਾਹਦੇ ਨੇ? ਹਰ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਆਹ ਗੱਲ ਕਿੱਥੇ ਗਈ ਧਿਆਉਣ ਵਾਲੀ? ਬਣੇ ਹੋਇਆ ਤੁਸੀਂ ਅਕਾਲੀ, ਧਿਆਉਣ ਤੇ ਬਿਨਾਂ ਅਕਾਲ ਤੋਂ ਕਿਵੇਂ ਅੱਗੇ ਚਲੇ ਜਾਓਗੇ? ਅਕਾਲੀ ਉਹ ਜਿਹਦਾ ਕਾਲ ਨਹੀਂ ਹੁੰਦਾ।
ਜਿਹਨੇ ਕਾਲ ਜਿੱਤਿਆ ਉਹ ਅਕਾਲੀ ਹੈ। ਤੁਹਾਡੇ ਜੋ ਕੌਣ ਹੈ ਅਕਾਲੀ? ਕਿਉਂ ਝੂਠ ਬੋਲਦੇ ਹੋ ਤੁਸੀਂ? ਕਿੱਥੇ ਭਰੋਗੇ ਤੁਸੀਂ ਅਕਾਲੀ ਕਹਾ ਕੇ? ਅਕਾਲੀ ਕੌਣ ਹੈ ਤੁਹਾਡੇ ਚ? ਉਹ ਤੁਸੀਂ ਤਾਂ ਦੋਇਆ ਨਾਲ ਵੀ ਗਏ ਗੁਜਰੇ ਹੋ। ਅਕਾਲੀ ਉਹ ਜਿਹਨੇ ਕਾਲ ਜਿੱਤ ਲਿਆ, ਜਿਹੜਾ ਜੰਮਣ ਬੰਨ ਕੱਟਿਆ ਗਿਆ ਉਹ ਅਕਾਲੀ ਹੈ। ਤੇ ਤੁਸੀਂ ਉਹ ਰਾਹ ਤੁਰਦੇ ਨਹੀਂ, ਗੱਲ ਉਹ ਕਰਦੇ ਨਹੀਂ। ਗੁਰਬਾਣੀ ਦਾ ਕਹਿੰਦੇ ਸਾਡੇ ਨਾਲ ਵਾਸਤਾ ਕੋਈ ਨਹੀਂ, ਸਾਡਾ ਧਰਮ ਪ੍ਰਚਾਰ ਕਮੇਟੀ ਹੈ, ਉਹ ਕਰੇ ਗੱਲ। ਕਹਿੰਦੇ ਅਸੀਂ ਅਕਾਲੀ ਹਾਂ। ਧਰੋ ਕਿਹਦੇ ਨਾਲ ਕਰਦੇ ਹੋ? ਗੁਰਬਾਣੀ ਨਾਲ ਧਰੋ ਕਰਦੇ ਹੋ। ਲਫ਼ਜ਼ਾਂ ਦੇ ਅਰਥ ਵਿਗਾੜਦੇ ਤੁਸੀਂ। ਗੁਰਬਾਣੀ 'ਚ ਜਿਹੜਾ ਸ਼ਬਦ ਅਕਾਲੀ ਆ ਉਹਦੇ ਅਰਥ ਤੁਸੀਂ ਵਿਗਾੜੇ। ਤੇ ਗੁਰੂ ਨਾਲ ਧਰੋ ਹੈ ਤਾਂ ਕਹਿੰਦੇ ਉਹ ਗ੍ਰੰਥ ਸਾਡਾ ਗੁਰੂ ਹੈ, ਧਰੋ ਕਰਦੇ ਹੋਏ ਇਹਦੇ ਨਾਲ। ਇਹ ਤਾਂ ਧਰੋ ਹੈ, ਸ਼ਬਦ ਦੇ ਅਰਥ ਵਿਗਾੜਦੇ ਤੁਸੀਂ। ਇਹ ਅਰਥ ਵਿਗੜਿਆ ਹੋਇਆ ਕਰਕੇ ਸਾਰੀ ਤਾੜੀ ਉੜ ਜੀ। ਅਰਥ ਤਾਂ ਠੀਕ ਹੋ ਜਾਣਗੇ, ਅਰਥ ਵੀ ਠੀਕ ਹੋ ਜਾਣਗੇ। ਇਹ ਵੀ ਸਾਬਤ ਹੋ ਜੂ ਕਪਟੀ ਕੌਣ ਹੈ, ਕਪਟ ਕਿੱਥੇ ਪਿਆ। ਜਿਹੜੇ ਹਿਰਦੇ 'ਚ ਕਪਟ ਹੈ ਸਭ ਉਹ ਵੀ ਆਣ ਬਾਹਰ ਆ ਜੂਗਾ। ਹਾਂਜੀ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਸਭ ਜੀ ਤੁਮਾਰੇ ਜੀ, ਸਾਰੇ ਜੀ ਤੇਰੇ ਹੀ ਨੇ। ਦੇਖੋ ਇੱਥੇ ਆਦਮੀ ਦੀ ਗੱਲ ਨਹੀਂ ਹੈ। ਸਭ ਜੀ ਜੀ ਗੱਲ ਆਦਮੀ ਨਹੀਂ ਹੈ। ਜੀ ਤਾਂ ਸਾਰੇ ਹੀ ਨੇ, ਪਸ਼ੂ ਪੰਛੀ ਬਿਰਖ ਸਾਵਰ ਸਾਰੇ ਹੀ ਨੇ। ਗੱਲ ਆਦਮੀ ਦੀ ਨਹੀਂ ਹੈ ਇੱਥੇ। ਸਾਰੀ ਬਾਣੀ ਮੈਂ ਆਦਮੀ ਨੂੰ ਸੰਬੋਧਨ ਨਹੀਂ, ਆਦਮੀ ਵਾਸਤੇ ਨਹੀਂ ਹੈ ਸਾਰੀ ਬਾਣੀ। ਜਿਹਨੂੰ ਕਹੇ ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਉਹ ਗੁਰੂ ਹੈ। ਉਹ ਸ਼ਬਦ ਗੁਰੂ ਹੈ, ਉਹ ਵਿਸ਼ਵ ਰੂਪ ਹੈ। ਵਿਸ਼ਵ ਰੂਪ ਸਭਨਾਂ ਦੀਆਂ ਇੱਕ ਦਾਤਾ, ਸਭਨਾਂ ਜੀਆਂ ਕਾ ਇੱਕ ਦਾਤਾ। ਤੂੰ ਜੀਆਂ ਕਾ ਦਾਤਾਰਾ। ਉਹ ਦਾਤਾਰਾ ਜਿਹੜਾ ਹੈ ਸੱਚਖੰਡ, ਉਹ ਉੱਥੇ ਤੱਕ ਪਹੁੰਚਣਾ ਨੇ। ਉਹਦੇ ਵਿੱਚ ਸ਼ਾਮਲ ਹੋਣਾ, ਖਜ਼ਾਨੇ 'ਚ ਪੈ ਜਾਣਾ। ਖਜ਼ਾਨਾ ਉਹ ਖਰਾ ਹੋ ਜੂ, ਖਜ਼ਾਨੇ 'ਚ ਪੈ ਜੂ। ਫਿਰ ਇਹ ਸੱਜਣਹਾਰਾ ਰਚਣਹਾਰਾ ਨਹੀਂ ਰਹਿੰਦਾ। ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਇਸ ਕਰਕੇ ਫਿਰ ਸੰਤੋ ਹੈ ਗੁਰਸਿੱਖੋ, ਹਰ ਹੈ ਜਿਹੜਾ ਨਾ ਉਹਦੇ 'ਚ ਧਿਆਨ ਰੱਖੋ। ਮਾਇਆ ਧਿਆਨ ਨਾ ਰੱਖੋ, ਬਾਹਰ ਧਿਆਨ ਨਾ ਰੱਖੋ, ਅੰਤਰਮੁਖੀ ਆਪਣੇ ਅੰਦਰ ਧਿਆਨ ਰੱਖੋ। ਆਪਣੇ ਗਿਰਬਾਨ ਵਿੱਚ ਸਿਰ ਨੀਵਾਂ ਕਰਕੇ ਦੇਖੋ, ਬਾਹਰ ਨਾ ਦੇਖੋ ਕੁਛ। ਹਰ ਅੰਦਰ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਸਾਰੇ ਦੁੱਖ ਦੇਖੋ ਖਤਮ ਕਰਨ ਵਾਲਾ ਨਹੀਂ ਲਿਖਿਆ ਹੋਇਆ, ਦੁੱਖਾਂ ਦਾ ਨਾਸ਼ ਕਰਨ ਵਾਲਾ ਨਹੀਂ ਲਿਖਿਆ ਹੋਇਆ, ਦੁੱਖਾਂ ਨੂੰ ਰੋਕਣ ਵਾਲਾ ਨਹੀਂ ਲਿਖਿਆ ਹੋਇਆ, ਵਿਸਾਰਨ ਹਾਰਾ ਲਿਖਿਆ ਹੋਇਆ। ਦੁੱਖ ਆਉਣਗੇ ਤੁਹਾਨੂੰ ਪਤਾ ਨਹੀਂ ਲੱਗਣਾ। ਦੁੱਖ ਦੁੱਖੇ ਨਹੀਂ ਰਹਿਣੇ ਤੁਹਾਡੇ ਵਾਸਤੇ। ਵਿਸਾਰਨ ਹਾਰਾ, ਭੁੱਲ ਜਾਣ ਵਾਲਾ। ਵਿਸਾਰਨ ਵਾਲਾ ਕਿਵੇਂ? ਆਦਮੀ ਬੇਹੋਸ਼ ਪਿਆ, ਸੰਸਾਰ ਵਿਸਰਿਆ ਹੋਇਆ ਉਹਨੂੰ, ਤੇ ਉਹ ਚੀਰ ਫਾੜ ਡਾਕਟਰ ਕਰੀ ਜਾਂਦੇ, ਉਹਨੂੰ ਕੋਈ ਪਤਾ ਨਹੀਂ। ਬਸ ਵਿਸਾਰਨ ਹਾਰਾ ਕਹਿੰਦੇ ਨੇ ਉਹਨੂੰ। ਵਿਸਰਿਆ ਹੋਇਆ ਨਾ, ਵਿਸਰਿਆ ਕਹਿੰਦੇ ਤਿਰਕੁਟੀ ਹੈ ਨਹੀਂ ਉਹ। ਜੇ ਤਿਰਕੁਟੀ 'ਚ ਹੁੰਦਾ ਸਰੀਰ ਦਾ ਪਤਾ ਹੁੰਦਾ। ਜਿਹੜਾ ਤਿਰਕੁਟੀ 'ਚ ਰਹਿੰਦਾ ਨਹੀਂ ਉਹਦੇ ਦੁੱਖ ਵਿਸਰੇ ਹੋਏ ਹੁੰਦੇ ਨੇ ਸੰਸਾਰੀ। ਦੁੱਖ ਔਰ ਭੁੱਖ ਦੋਏ ਵਿਸਰੇ ਹੁੰਦੇ। ਦੁੱਖ ਔਰ ਭੁੱਖ ਕਿਹਨੂੰ ਹੈ? ਜਿਹੜਾ ਤਿਰਕੁਟੀ 'ਚ ਹੈ। ਇੱਕ ਨਾ ਦੁੱਖ ਭੁੱਖ ਸੱਦ ਮਾਰ, ਹਮੇਸ਼ਾ ਮਾਰ ਰਹਿੰਦੀ ਹੈ। ਇਹ ਵੀ ਦਾਤ ਤੇਰੀ ਦਾਤਾਰ, ਮਾਰ ਵੀ ਤੇਰੀ ਦਾਤ ਹੈ। ਦੇਖੋ ਮਾਰ ਦੁੱਖ ਔਰ ਭੁੱਖ ਦਾਤ ਨਹੀਂ, ਮਾਰ ਦਾਤ ਹੈ। ਜੇ ਮਾਰ ਨਾ ਹੋਵੇ ਤੈਨੂੰ ਯਾਦ ਉਹ ਨਹੀਂ ਕਰਦੇ। ਹੋ ਮਾਰ ਯਾਦ ਕਰਾਉਂਦੀ ਹੈ, ਰੱਬ ਨੂੰ ਤਾਂ ਮਾਰ ਯਾਦ ਕਰਾਉਂਦੀ ਹੈ। ਜਦ ਗਰੀਬ ਦੁਖੀ ਹੁੰਦਾ ਨਾ ਕਿਤੇ, ਕਹਿੰਦਾ ਜਾਨਵਰ ਵੀ ਜਿਹੜਾ ਹੈ
ਰੋਜੀ ਰੋਟੀ ਤੇ ਜਿਹੜਾ ਜਾਂਦਾ ਸਵੇਰੇ ਕਿਉਂ ਨਾ ਲੈਂਦਾ ਉਹਦਾ, ਚਾਹੇ ਦਿਲ ਚ ਲਵੇ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਮਜ਼ਦੂਰ ਵੀ ਨਾ ਲੈ ਕੇ ਚੱਲਦਾ ਉਹਦਾ। ਦੁਕਾਨਦਾਰ ਚਾਹੇ ਕਿੱਡਾ ਹੀ ਅਮੀਰ ਹੋਵੇ, ਕਿੱਡੀ ਉਹ ਦੁਕਾਨ ਚੱਲਦੀ ਹੋਵੇ, ਦੁਕਾਨ ਤੇ ਆਉਂਦਾ ਪਹਿਲਾਂ ਉਹਦਾ ਨਾਂ ਲੈਂਦਾ, ਮੱਥਾ ਟੇਕਦਾ। ਅਮੀਰ ਹੋਵੇ ਚਾਹੇ ਗਰੀਬ ਹੋਵੇ, ਵੱਡੇ ਤੇ ਵੱਡਾ ਰਾਜਾ ਹੋਵੇ, ਜਾਂ ਜੰਗ ਨੂੰ ਚੜ੍ਹਦਾ ਕਮ ਕਮ ਜਾਤਾ ਜ਼ਰੂਰ ਨਾਂ ਲੈਂਦਾ। ਜਾਂ ਮੂਹਰੇ ਤੇ ਮੌਤ ਦਾ ਮੁਕਾਬਲਾ ਕਰਨ ਜਾਂਦਾ ਜਾਤਾ ਉਹਦਾ ਨਾਂ ਲੈਂਦਾ। ਕਦੇ ਉਹਦਾ ਨਾਂ ਉਹਨੂੰ ਵੀ ਲੈਣਾ ਪੈ ਜਾਂਦਾ, ਜੇ ਕਿਤੇ ਨਾਂ ਲੈਂਦਾ ਹੋਵੇ ਤਾਂ ਜਾ ਲੈਣਾ ਪੈ ਜਾਂਦਾ। ਜਾਂ ਕੋਈ ਹੋਰ ਵਿਪਤਾ ਆਪਤਾ ਆ ਜਾਏ, ਕੋਈ ਬਿਮਾਰੀ ਆ ਜਾਏ, ਕੋਈ ਐਸਾ ਚੀਜ਼ ਆ ਜਾਏ, ਜਿਹੜੇ ਸਿਆਣੇ ਨੇ ਰੋਜ਼ ਹੀ ਲੈਂਦੇ ਨੇ, ਰੋਜ਼ ਹੀ ਮੰਨਦੇ ਨੇ। ਹਾਂਜੀ, ਹਰ ਆਪੇ ਠਾਕੁਰ ਹਰ ਆਪੇ ਦੁੱਖ ਵਿਸਾਰਨ ਕਰ ਹੈ। ਸੰਸਾਰ ਦੇ ਦੁੱਖ ਨੂੰ ਦੁੱਖ ਮੰਨਣਾ ਨਹੀਂ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਔਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਨ। ਇਹ ਮੰਨਣਾ ਹੈ ਅਸੀਂ, ਗੁਰਬਾਣੀ ਦਾ ਉਪਦੇਸ਼ ਹੈ। ਦੁੱਖ ਦਾ ਦਾਰੂ ਹੈ, ਬਸ ਰੌਲਾ ਮੁੱਕਿਆ। ਸੁੱਖ ਗਵਾਂਢੀਆਂ ਨੂੰ ਸੁੱਖ ਹੈ, ਕਹਿੰਦੇ ਇਹਨੂੰ ਰੋਗ ਦਿੱਤਾ ਹੋਇਆ, ਮੈਨੂੰ ਦੁੱਖ ਹੈ, ਮੈਨੂੰ ਦਵਾ ਦਿੱਤੀ ਹੈ, ਮੇਰੀ ਬਿਮਾਰੀ ਘੱਟ ਹੋਊ, ਇਹਨਾਂ ਦੀ ਬਿਮਾਰੀ ਵੱਧ ਜਾਣੀ ਹੈ। ਜੇ ਇਹ ਦ੍ਰਿਸ਼ਟੀਕੋਣ ਹੈ ਫਿਰ ਦੁੱਖ ਨਹੀਂ ਬੁਰਾ ਲੱਗਦਾ। ਜੇ ਦ੍ਰਿਸ਼ਟੀਕੋਣ ਨਹੀਂ ਫਿਰ ਦੁੱਖ ਬੁਰਾ ਲੱਗਦਾ। ਫਿਰ ਗਵਾਂਢੀਆਂ ਨੂੰ ਸੁੱਖ ਰੋਗ ਨਹੀਂ ਨਾ ਲੱਗਦਾ। ਹੋ ਕਹਿੰਦਾ ਮੈਨੂੰ ਦੇ ਦੇ ਰੋਗ, ਆ ਮੇਰੇ ਵਾਲਾ ਦਾਰੂ ਇਹਨਾਂ ਨੂੰ ਦੇ ਦੇ। ਹਾਂਜੀ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਦੇਖੋ ਦੋ ਚੀਜ਼ਾਂ ਵੀ, ਸੇਵਕ ਵੀ ਆਪੇ, ਠਾਕੁਰ ਵੀ ਆਪੇ। ਕਦੇ ਆ ਗਿਆ ਸੇਵਕ, ਕਿਉਂਕਿ ਸਿਰਜਣਹਾਰ ਵੀ ਆਪ ਹੈ, ਰਚਣਹਾਰ ਵੀ ਆਪੇ ਹੈ। ਇਹ ਜਦ ਆਇਆ ਸੀ ਕੌਣ ਸੀ? ਹੋਂ ਵਿੱਚ ਆਇਆ ਹੰਸ ਆਇਆ ਸੀ। ਆ ਮਨ ਬਗਲਾ ਇਹਦੇ ਵਿੱਚੋਂ ਨਿਕਲ ਕੇ ਸਰੀਰ 'ਚ ਵੜਿਆ ਸੀ। ਜਾਂ ਸਰੀਰ ਛੱਡਿਆ ਬਗਲਾ ਫੇਰ ਇਹਦੇ ਵਿੱਚ ਸਮਾ ਗਿਆ, ਅੱਗੇ ਹੰਸ ਅਕੇਲਾ। ਬਸ ਇਹ ਖੇਡ ਚੱਲਦੀ ਹੈ। ਜਿਹੜਾ ਇਹ ਖੇਡ ਨੂੰ ਸਮਝਿਆ ਨਹੀਂ ਉਹ ਆਹ ਗੱਲ ਨਹੀਂ ਸਮਝ ਸਕਦਾ। ਇਹ ਦੋ ਕਦ ਹੁੰਦੇ ਨੇ, ਦੋ ਤਾਂ ਆ ਗਏ ਦੁਆਪਰ 'ਚ ਹੁੰਦਾ। ਦੁਆਪਰ ਦਾ ਨਾਂ ਦੋ ਹੈ। ਇਹ ਦੁਆਪਰ ਜਾ ਕੇ ਦੋ ਬਣਦੇ ਨੇ, ਉਹਨਾਂ ਵਾਲਾ ਦੁਆਪਰ ਨਹੀਂ ਹੈ ਸਾਡੇ ਕੋਲ। ਇਹ ਬਾਕੀ ਤਿੰਨਾਂ ਕਾਲਾਂ 'ਚ ਇਕੱਲਾ ਇੱਕ ਹੈ ਜੀਵ, ਚਾਹੇ ਕੱਚਾ ਹੈ ਚਾਹੇ ਪੱਕਾ, ਚਾਹੇ ਬੀਜ ਰੂਪ 'ਚ ਹੈ ਚਾਹੇ ਬਿਰਛ ਰੂਪ 'ਚ। ਤਿੰਨਾਂ ਕਾਲਾਂ 'ਚ ਇੱਕ ਹੈ। ਕੇਵਲ ਨਾ ਦੋ ਕਾਲਾਂ 'ਚ ਇੱਕ ਹੈ, ਦੋ ਕਾਲਾਂ 'ਚ ਇਹ ਦੋ ਹੈ। ਕਾਲ ਯੁੱਗ 'ਚ ਇੱਕ ਹੋ ਸਕਦਾ ਹੈ। ਕਾਲ ਯੁੱਗ ਦੇ ਇੱਕ ਹੋਣ ਵਾਸਤੇ ਹੀ ਹੈ। ਯਾ ਯੁੱਗ में एक को आया, ਇਹ ਯੁੱਗ ਤੋਂ ਇੱਕ ਹੋਣ ਵਾਸਤੇ ਆਇਆ ਤੂੰ। ਜੇ ਤਾਂ ਇੱਕ ਹੋ ਗਿਆ ਫਿਰ ਤਾਂ ਜਨਮ ਹੋਣਾ ਨਹੀਂ। ਜੇ ਇੱਕ ਨਾ ਹੋਇਆ ਤਾਂ ਦੂਆ ਜਨਮ ਹੋਣਾ ਹੀ ਹੈ। ਇਹ ਦੁਆਪਰ ਦੇ ਵਿੱਚ ਇਹਦੇ ਦੋ ਬਣਦੇ ਨੇ। ਅੱਧਾ ਇਹ ਨਿਕਲ ਕੇ ਸਰੀਰ 'ਚ ਜੁੜ ਜਾਂਦਾ ਹੈ। ਦੁਤੀਆ ਅਰਧੋ ਅਰਧ ਸਮਾਨਾ, ਕਬੀਰ ਕਹਿੰਦਾ ਕਿ ਦੁਆਪਰ 'ਚ ਅੱਧਾ ਜਾ ਕੇ ਮਾਇਆ 'ਚ ਸਮਾ ਗਿਆ। ਦੁਤੀਆ ਅਰਧੋ ਅਰਧ ਸਮਾਨਾ। ਗੁਰਬਾਣੀ ਦਾ ਸ਼ਬਦ ਹੈ ਉਹਦਾ, ਮੇਰਾ ਖਿਆਲ ਹੈ ਭਗਤ ਬਾਣੀ ਦਾ ਹੀ ਹੈ ਸ਼ਾਇਦ। ਇਹ ਰਿਹਾ ਤਾਂ ਇੱਕੋ ਚੰਨ। ਜਦ ਇੱਕ ਰਹਿ ਜਾਂਦਾ ਫਿਰ ਇੱਕ ਨੂੰ ਜਾਣਦਾ ਹੈ। ਇੱਕ ਰਿਹਾ ਤਾਂ ਇੱਕੋ ਚੰਨ। ਜਦ ਇੱਕ ਹੋ ਕੇ ਰਹਿ ਜਾਂਦਾ ਹੈ ਨਾ ਕਲਯੁਗ 'ਚ, ਇੱਕੇ ਹੋ ਕੇ ਰਹਿ ਜਾਂਦਾ ਹੈ ਹਮੇਸ਼ਾ ਵਾਸਤੇ। ਇਹ ਕਾਂਤ ਹੈ। ਇਕਾਂਤ ਹੋਏ, ਇਕਾਂਤ ਇਕਾਂਤ ਹੋ ਜਵੇ। ਜਿੰਨਾ ਚਿਰ ਸਰੀਰ ਛੱਡਦਾ ਨਹੀਂ ਉਹਨਾਂ ਚਿਰ ਇੱਕੇ ਬਣਿਆ ਰਹੇ। ਇਕਾਂਤ ਕਹਿੰਦੇ ਅੰਤ ਤੱਕ ਸਰੀਰ ਦੇ ਇੱਕ ਰਹੇ, ਦੋ ਹੋਵੇ ਹੀ ਨਾ।
ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹਿ ਨਰਾਸੋ। ਰਹੇ ਇਕਾਂਤ ਏਕੋ ਮਨ ਵਸਿਆ, ਇੱਕ ਹੋ ਕੇ ਮਨ ਵਸਿਆ ਰਹੇ ਆਸਾ ਮਾਹਿ ਨਰਾਸੋ। ਸਿੱਧਾ ਨੂੰ ਦੱਸ ਰਹੇ ਨੇ ਆ ਗੁਰੂ ਨਾਨਕ ਆ ਵਿਧੀ ਹੈ ਛੁੱਟਣ ਦੀ, ਤੁਹਾਡੇ ਵਾਲੀ ਵਿਧੀ ਹੈ ਉਹ ਨਹੀਂ ਛੁੱਟਣ ਦੀ। ਇਹ ਵਿਧੀ ਹੈ ਛੁੱਟਣ ਦੀ, ਇੱਕ ਹੋ ਕੇ ਰਹਿ ਸਕਦਾ ਹੈ। ਸਰੀਰ ਦੇ ਅਖੀਰ ਤੱਕ ਭਗਤਾਂ ਨੇ ਕਰਕੇ ਦਿਖਾਇਆ, ਗੁਰਮਤਿ ਨੇ ਵੀ ਕਰਕੇ ਦਿਖਾਇਆ, ਖਾਲਸੇ ਨੇ ਵੀ ਕਰਕੇ ਦਿਖਾਇਆ ਪਿੱਛੋਂ। ਹੁਣ ਵੀ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਪਰ ਕੋਈ ਕਰੇ ਹੈ ਤਾਂ ਸਹੀ ਲਖੇ। ਜੇ ਕੋਈ ਹਰ ਦੀ ਗੱਲ ਚੱਲਦੀ ਹੈ, ਹਰ ਪੁਰਖ ਦੀ ਹੈ ਤਾਂ ਸਹੀ ਲਖੇ। ਜੇ ਕੋਈ ਸਾਰੇ ਧਿਆਨ ਧਰਦੇ ਨੇ, ਧਿਆਨ ਦੇ ਵਿੱਚ ਆ ਸਕਦਾ ਹੈ ਜੇ ਕੋਈ ਧਰੇ। ਸਭ ਧਿਆਵੈ ਤੁਝੀ ਹਰ ਸੱਚੇ ਸਿਰਜਣਹਾਰਾ। ਹੈਗਾ ਤਾਂ ਹੀ ਧਰਦੇ ਨੇ ਧਿਆਨ। ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਨੇ ਦੱਸਿਆ, ਪ੍ਰਾਪਤੀ ਦੇ ਬਾਅਦ ਦੱਸਿਆ। ਸੋ ਬੋਲੇ ਜੋ ਪੇਖੇ ਅੰਖੀ, ਜਿਨ੍ਹਾਂ ਨੇ ਦੇਖ ਲਿਆ ਉਹਨਾਂ ਨੇ ਦੱਸਿਆ ਇਹ। ਕਿਆ ਨਾਨਕ ਜੰਤ ਵਿਚਾਰਾ, ਕਿਆ ਨਾਨਕ ਜੰਤ ਵਿਚਾਰਾ। ਨਾਨਕ ਕਹਿੰਦਾ ਵਿਚਾਰਾ ਜੰਤ ਹੈ ਤਾਂ ਕੁਛ ਵੀ ਨਹੀਂ ਹੈ। ਜਿਹੜਾ ਸਰੀਰ ਨਾਲ ਜੁੜਿਆ ਹੋਇਆ ਜੰਤ ਹੈ, ਅੱਧਾ ਇਹ ਜੰਤ ਹੈ, ਅੱਧਾ ਹਰ। ਇਹ ਜਨਤਾ ਦੇ ਬਸ ਕੁਛ ਨਹੀਂ, ਜਨਤਾ ਦੇ ਬਸ ਵਿੱਚ ਕੁਛ ਨਹੀਂ। ਪਰ ਜਨਤੇ ਗੱਲ ਨਹੀਂ ਮੰਨਦੇ, ਸਾਡੇ ਬਸ ਕੁਛ ਨਹੀਂ। ਝਗੜਾ ਇਸ ਗੱਲ ਦਾ, ਜਨਤ ਨਹੀਂ ਮੰਨਦੇ, ਸਾਡੇ ਬਸ ਕੁਛ ਨਹੀਂ। ਸੱਚ ਹੈ ਜਨਤਾ ਕੇ। ਆ ਸਿੱਖ ਵੀ ਉਹਨਾਂ ਜਨਤਾ ਦੇ ਵਿੱਚ ਨੇ ਜਿਨ੍ਹਾਂ ਦਾ ਗੁਰੂ ਤਾਂ ਕਹਿੰਦਾ, ਸ਼ਬਦ ਗੁਰੂ ਤਾਂ ਕਹਿੰਦਾ ਕਿ ਜਨਤਾ ਕੇ ਬਸ ਕੁਛ ਨਹੀਂ, ਪਰ ਇਹ ਨਹੀਂ ਮੰਨਦੇ ਬਸ ਕੁਛ ਨਹੀਂ। ਤੇ ਜਿਹੜਾ ਆਪਣੇ ਗ੍ਰੰਥ ਦੀ ਗੱਲ ਨਾ ਮੰਨੇ, ਉਹਤੇ ਵਿਸ਼ਵਾਸ ਨਾ ਕਰੇ, ਫਿਰ ਉਹ ਕਹੇ ਮੈਂ ਸਿੱਖ ਹਾਂ। ਦੁਨੀਆ ਤਾਂ ਜਾਣਦੀ ਹੋਇਆ ਫਿਰ ਕਹੇ ਜੇ ਸਿੱਖੋ ਤੁਸੀਂ। ਹਰ ਆਪੇ ਠਾਕੁਰ ਹਰ ਆਪੇ, ਸਾਰੀ ਦੁਨੀਆ ਜਾਣਦੀ ਹੈ ਕਹੇ ਜੇ ਸਿੱਖੋ ਤੁਸੀਂ। ਜਿਹੜਾ ਆਪਣੇ ਪਿਓ ਦੀ ਗੱਲ ਨਹੀਂ ਮੰਨਦਾ, ਆਂਢੀ ਗੁਆਂਢੀ ਸਾਰੇ ਲੋਕ ਜਾਣਦੇ ਹੀ ਹੁੰਦੇ ਨੇ ਕਿ ਕਿੰਨਾ ਕੁ ਲਾਇਕ ਹੈ, ਕਿੰਨਾ ਕੁ ਨਲਾਇਕ ਹੈ। ਇਹ ਜਾਣਦੇ ਹੀ ਹੁੰਦੇ ਨੇ ਲੋਕ। ਕੋਈ ਕਹਿੰਦਾ, ਕੋਈ ਨਹੀਂ ਕਹਿੰਦਾ। ਕਹਿ ਕੇ ਉਹਨਾਂ ਨੇ ਲੈਣਾ ਵੀ ਕੀ ਹੈ? ਕਹਿ ਕੇ ਕਿਸੇ ਨੇ ਕੀ ਲੈਣਾ? ਕੋਈ ਲਾਇਕ ਹੋਊ ਆਪਣੇ ਵਾਸਤੇ, ਨਲਾਇਕ ਹੋਊ ਆਪਣੇ ਵਾਸਤੇ। ਦੂਏ ਨੇ ਕੀ ਲੈਣਾ ਕਹਿ ਕੇ? ਉਹਨੇ ਬੁਰਾਈ ਕਿਉਂ ਲੈਣੀ ਹੈ ਕਹਿ ਕੇ? ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਤੂੰ ਘਟ ਘਟ ਅੰਤਰ ਹੈ, ਸਰਬ ਨਿਰੰਤਰ ਹੈ। ਹਰ ਏਕੋ ਪੁਰਖ ਸਮਾਣਾ। ਇੱਕੋ ਪੁਰਖ ਹੈ, ਸਾਰਿਆਂ 'ਚ ਸਮਾਇਆ ਹੋਇਆ। ਘਟ ਘਟ ਅੰਤਰ ਹੈ, ਘਟ ਘਟ ਅੰਤਰ ਅਲੱਗ ਹੈ, ਸਾਹ ਲੈ ਰਹੇ ਹਨ। ਜਿਹੜਾ ਘਟ ਅੰਤਰ ਹੈ ਉਹੀ ਸਰਬ ਦੇ ਵਿੱਚ ਹੈ, ਉਸੇ ਦਾ ਚੜ੍ਹਨਾ ਸਾਰਿਆਂ 'ਚ, ਸਰਬ ਨਿਰੰਤਰ ਜੀ। ਉਹ ਦੂਏ ਜੰਤ ਨੇ, ਦੂਏ ਨੂੰ ਤਾਂ ਜੰਤ ਕਹਿ ਦਿੱਤਾ ਨਾ। ਕਿਆ ਨਾਨਕ ਜੰਤ ਵਿਚਾਰਾ, ਉਹ ਤਾਂ ਜੰਤ ਹੋ ਗਿਆ। ਤੂੰ ਹੈ ਜਿਹੜਾ ਜਿਹਦੇ 'ਚੋਂ ਜੰਤ ਪੈਦਾ ਹੋਇਆ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਤੂੰ ਹੈਗਾ, ਤੂੰ ਮਨ ਦੇ ਅੰਦਰ ਹੈ। ਮਨ ਤੇਰੀ ਸ਼ਕਤੀ ਉਹ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਮਨ ਦੀ ਸ਼ਕਤੀ ਅਸਲ 'ਚ ਚਿੱਤ ਦਾ ਹੁਕਮ ਹੈ। ਮਨ ਕੁਝ ਨਹੀਂ ਹੁੰਦਾ। ਜਿਹੜਾ ਪਰਮੇਸ਼ਰ ਦਾ ਪਾਣਾ, ਪਰਮੇਸ਼ਰ ਦਾ ਹੁਕਮ ਹੈ। ਜਿਹੜਾ ਅੰਦਰਲੇ ਦਾ ਪਾਣਾ ਹੋਏ ਮਨ ਹੈ। ਹਉ ਵਿੱਚ ਆਇਆ ਸੀ, ਅਸਲ ਵਿੱਚ ਜਿਹੜੀ ਉਹਦੀ ਹਉ ਹੈ ਉਹੀ ਟਕਰਾ ਰਹੀ ਹੈ। ਉਹ ਵੀ ਹਵਾ ਹੈ ਨਾ ਉਹਦੇ ਵਿੱਚ, ਉਹਦੀ ਹਵਾ ਟਕਰਾ ਰਹੀ ਹੈ। ਜਦ ਉਹ ਛੱਡ ਦੂਗਾ ਹੋ, ਬਸ ਖਤਮ।
ਹਾਂ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਇੱਕ ਦਾਤੇ ਨੇ ਇੱਕ ਭਿਖਾਰੀ ਨੇ, ਸਭ ਤੇਰੇ ਚੋਜ ਵਿਡਾਣਾ। ਦਾਤੇ ਕੌਣ ਨੇ? ਪਦਾਰਥਾਂ ਦੀ ਗੱਲ ਨਹੀਂ ਹੋ ਸਕਦੀ। ਪਦਾਰਥਾਂ ਵਾਲੇ ਨੂੰ ਦਾਤਾ ਗੁਰਬਾਣੀ ਨਹੀਂ ਮੰਨਦੀ। ਜੇ ਤਾਂ ਪਦਾਰਥ ਵਾਲਿਆਂ ਨੂੰ ਦਾਤਾ ਲੈ ਕੇ ਚੱਲਾਂਗੇ ਤਾਂ ਅਸੀਂ ਇਹ ਅਰਥ ਕਰ ਸਕਦੇ ਹਾਂ, ਕੁਝ ਆਪਣੇ ਆਪ ਨੂੰ ਦਾਤੇ ਮੰਨਦੇ ਨੇ, ਕੁਝ ਭਿਖਾਰੀ ਹੈਗੇ ਹੀ ਨੇ। ਭਿਖਾਰੀ ਦਾ ਭੀਖ ਮੰਗਣ ਵਾਲੇ ਹੈਗੇ ਹੀ ਨੇ, ਕੁਝ ਆਪਣੇ ਆਪ ਨੂੰ ਦਾਤੇ ਮੰਨਦੇ ਨੇ, ਪਰ ਇਹ ਗੱਲ ਹੈ ਨਹੀਂ, ਮੰਨਦੇ ਨਹੀਂ ਲਿਖਿਆ ਹੋਇਆ ਇੱਥੇ। ਉਹ ਕਹਿੰਦੇ ਦਾਤੇ ਨੇ ਔਰ ਭਿਖਾਰੀ ਨੇ। ਇੱਕ ਦਾਤੇ ਇੱਕ ਭਿਖਾਰੀ ਜੀ, ਕੁਝ ਦਾਤੇ ਨੇ ਕੁਝ ਭਿਖਾਰੀ ਨੇ। ਜਿਹੜਾ ਗਿਆਨ ਦੇਣ ਵਾਲਾ ਉਹ ਦਾਤਾ ਬਸ, ਚਾਹੇ ਉਹਦੇ ਥਰੂ ਇਹ ਦਿੱਤਾ ਜਾਂਦਾ ਗਿਆਨ। ਚਾਹੇ ਉਹ ਪਰਮੇਸ਼ਰ ਦਾ ਦਵਾਇਆ ਹੀ ਦਿੰਦਾ, ਉਹ ਆਪ ਕਹਿ ਦਿੰਦਾ ਮੈਂ ਨਹੀਂ ਹੈਗਾ ਦਾਤਾ, ਉਹ ਤਾਂ ਆਪ ਕਹਿ ਦਿੰਦਾ ਦਦਾ ਦਾਤਾ ਇਹ ਕਹਿ। ਇਹ ਕਿਉਂ ਕਹਿਣਾ ਪਿਆ? ਐਕਚੁਅਲੀ ਦਾ ਦਾਤਾ ਉਹੀ ਹੈ, ਦੇ ਰਿਹਾ ਜਿਹੜਾ, ਪਰ ਉਹ ਡਿਨਾਈ ਕਰ ਜਾਂਦਾ, ਆਪਣੀ ਸਫਾਈ ਦੇ ਜਾਂਦਾ। ਦਦਾ ਦਾਤਾ ਇਹ ਕਹਿ ਸਭ ਕੁਝ ਦੇਵਣ ਵਾਲਾ, ਕਹਿ ਦਿੰਦਾ ਦਾਤਾ ਮੈਂ ਨਹੀਂ, ਮੇਰਾ ਤਾਂ ਹੱਥੇ ਹੱਥ ਲੱਗਿਆ, ਬਸ ਤੂੰ ਮੇਰੀ ਹੈ ਨਹੀਂ। ਜੋ ਮੈਂ ਬੁਲਾਇਆ ਬੋਲਿਆ, ਅਸਲ ਦਾਤਾ ਤਾਂ ਹੈ ਤੂੰ ਹੀ। ਸੰਸਾਰ ਦੇ ਵਿੱਚ ਵੀ ਜਿਹੜੇ ਇੱਕ ਦਾਤੇ ਨੇ ਉਹਦੇ ਨੇੜੇ ਨੇ, ਜਿਹੜੇ ਭਿਖਾਰੀ ਨੇ ਥੋੜੇ ਜਿਹੇ ਦੂਰ ਨੇ। ਫਰਕ ਕੁਝ ਵੀ ਨਹੀਂ ਹੈ। ਫਰਕ ਇੰਨਾ ਹੀ ਹੈ, ਇੱਕ ਆਦਮੀ ਹੈ, ਇੱਕ ਉਹਦਾ ਪਰਛਾਵਾਂ। ਭਿਖਾਰੀ ਵੀ ਪਰਛਾਵਾਂ, ਜਿਹੜਾ ਨਾਮ ਮੰਗਦਾ ਭਿਖਾਰੀ ਹੈ, ਜਿਹੜਾ ਦੇ ਰਿਹਾ ਦਾਤਾ ਹੈ। ਦੋਏ ਇੱਕ ਦੂਏ ਐਸਾ ਹੈ, ਇੱਕ ਬਿਰਛਾ ਇੱਕ ਬਿਰਛੇ ਦਾ ਪਰਛਾਵਾਂ, ਅੱਡ ਦੋਏ ਨਹੀਂ ਇੱਕ ਦੂਏ ਤੇ। ਹਾਂ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤਾ ਹੈ ਦਾਤਾ, ਕਿਉਂਕਿ ਉਹ ਦੇਣ ਦਾਤਾ ਵੀ ਭਿਖਾਰੀ ਹੈ ਨਾ, ਆਪਣੇ ਆਪ ਨੂੰ ਕਹਿੰਦਾ। ਉਹ ਤਾਂ ਜਿਹਨੂੰ ਸੱਚੇ ਨਾਮ ਕੀ ਭੁੱਖ ਲੱਗੀ ਹੋਈ ਆ ਉਹਨੂੰ ਵੀ ਕਹਿ ਰਿਹਾ ਨਾ, ਜੇ ਜਨ ਕੋ ਪ੍ਰਭੂ ਦਰਸ ਪਿਆਸਾ ਨਾਨਕ ਤਾਕੇ ਬਲ ਜਾਸਾ, ਬਲ ਬਲ ਜਾਸਾ। ਉਹ ਕਹਿੰਦਾ ਇਹ ਮੇਰਾ ਪਰਛਾਵੇਂ, ਉਹ ਮੇਰਾ ਪਿੱਛਾ ਨਹੀਂ ਛੱਡਦਾ। ਲੈਣਾ ਨਾਨਕ ਦਾ ਪਰਛਾਵਾਂ ਬਣ ਗਿਆ, ਬਸ ਜਦੋਂ ਨੂੰ ਪਤਾ ਲੱਗ ਗਿਆ ਐ ਬਣ ਗਿਆ ਪਰਛਾਵਾਂ, ਛੱਡਦਾ ਹੀ ਨਹੀਂ, ਹਟਦਾ ਹੀ ਨਹੀਂ ਇੱਧਰ। ਪਰ ਮੈਂ ਪਰਛਾਵਾਂ ਸਾਥ ਨਹੀਂ ਛੱਡਦਾ, ਉੱਥੇ ਹੀ ਰਹਿ ਗਿਆ, ਘਰ ਨੂੰ ਨਹੀਂ ਆਇਆ, ਪਰਛਾਵਾਂ ਬਣ ਗਿਆ। ਇਵੇਂ ਗਾਂ ਗੁਰੂ ਅਮਰਦਾਸ ਬਣ ਗਿਆ ਪਰਛਾਵਾਂ। ਜਿਹਨੂੰ 10 ਪਿਆਸਾ ਹੁੰਦੀ ਹੈ ਪਰਛਾਵਾਂ ਹੀ ਹੁੰਦਾ ਹੈ। ਦੋ ਇੱਕੋ ਹੀ ਨੇ, ਫਰਕ ਕੋਈ ਨਹੀਂ ਹੈਗਾ। ਇੱਕ ਫਲ ਪੱਕ ਗਿਆ, ਇੱਕ ਜੋ ਥੋੜ੍ਹਾ ਕੱਚਾ। ਦੋਏ ਲੱਗੇ ਨੇ ਫਲ, ਇੱਕ ਜੋ ਕੱਚਾ ਇੱਕ ਪੱਕ ਗਿਆ। ਇੱਕੋ ਦਰਖਤ ਨੂੰ ਲੱਗੇ ਨੇ ਦੋਏ, ਫਰਕ ਨਹੀਂ ਬਹੁਤਾ ਹੁੰਦਾ। ਇਹ ਸਭ ਤੇਰੇ ਚੋਜ ਵਿਡਾਣਾ, ਸਭ ਤੇਰੇ ਚੋਜ ਵਿਡਾਣਾ। ਇਹ ਤੇਰੇ ਚੋਜ ਨੇ, ਇਹ ਤਾਂ ਦੱਸ ਰਹੇ ਨੇ ਉਹਨੂੰ। ਇਹ ਤੇ ਦਾਤੇ ਵੀ ਤੇਰੇ ਬਣਾਏ ਨੇ, ਭਿਖਾਰੀ ਵੀ ਤੇਰੇ ਹੀ ਬਣਾਏ ਨੇ। ਅਸਲ 'ਚ ਨਾ ਕੋਈ ਦਾਤਾ ਨਾ ਕੋਈ ਭਿਖਾਰੀ ਹੈ, ਤੂੰ ਹੀ ਸਾਰੇ ਪਾਸੇ। ਐਂ ਕਹਿ ਰਹੇ ਨੇ, ਤੂੰ ਆਪੇ ਦਾਤਾ ਆਪੇ ਭੁਗਤਾ ਨਹੀਂ ਕਹਿ ਰਿਹਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨੇ ਅਵਰ ਨਾ ਜਾਣਾ। ਕਹਿਦਾ ਦਿੱਤਾ, ਲੱਗਦਾ ਸਾਨੂੰ ਕੁਝ ਹੋਰ ਇੱਥੇ ਸੰਸਾਰੀ ਜੀਵਾਂ ਨੂੰ, ਪਰ ਦਾਤਾ ਵੀ ਤੂੰ ਹੀ ਹੈ, ਭੁਗਤਾ ਵੀ ਤੂੰ ਹੀ। ਜੇ ਆਏ ਹੱਥ ਨਾਲ ਕੋ ਲੈ ਗਿਆ, ਇਹਨੂੰ ਦੇ ਦਿੱਤਾ, ਇਹ ਤੇ ਰੱਖਤਾ, ਫਿਰ ਕੀ ਫਰਕ ਪੈ ਗਿਆ? ਇਹਨੇ ਕੋ ਜਾ ਕੇ ਤੇ ਰੱਖਤਾ, ਬਸ ਇਹੋ ਜਿਹੀ ਗੱਲ ਹੈ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਜੋਤ ਹੀ ਦਾਤਾ ਭੁਗਤਾ ਹੈ। ਜੇ ਜੋਤ ਤੇ ਜਾਵਾਂਗੇ ਫਿਰ ਇਹ ਗੱਲ ਫਿੱਟ ਆਉਂਦੀ ਹੈ। ਜੇ ਆਦਮੀਆਂ ਤੇ ਦ੍ਰਿਸ਼ਟੀ ਰੱਖੋਗੇ ਫਿਰ ਇਹ ਗੱਲੇ ਨਹੀਂ ਫਿੱਟ ਆਉਂਦੀ। ਇਹਦਾ ਮਤਲਬ ਜੋਤ ਤੇ ਰੱਖੀ ਹੈ ਸੂਈ, ਐਵੇਂ ਕ੍ਰਿਸ਼ਨ ਨੇ ਸੂਈ ਜੋਤ ਤੇ ਰੱਖੀ ਹੋਈ ਹੈ। ਉੱਥੇ ਸਾਰੇ ਕ੍ਰਿਸ਼ਨਾ ਅਵਤਾਰ 'ਚ ਸੂਈ ਜੋਤ ਤੇ ਚਲਦੀ ਹੈ, ਸਾਰੇ 10 ਗ੍ਰੰਥ ਵਿੱਚ ਸੂਈ ਜੋਤ ਤੇ ਚਲਦੀ ਹੈ, ਆ ਵੀ ਜੋਤ ਤੇ ਚਲਦੀ ਹੈ। ਸਾਖੀ ਹੋਈ ਹੈ ਨਾ, ਸਿਰਜਣਹਾਰ ਤੇ ਰਚਨਹਾਰ ਨੂੰ ਸੰਬੋਧਨ ਹੈ ਦੋਨੋਂ। ਬਸ
ਸੱਜਣਾ ਰਚਨਾ ਨੂੰ ਸੰਬੋਧਨ। ਜੇ ਇਹਨੂੰ ਨਾ ਕਰੋਗੇ ਸਾਰੇ ਗੜਬੜ ਹੋ ਜੂ। ਉੱਥੇ ਗੜਬੜ ਤਾਂ ਹੋ ਗਈ ਇਹਨਾਂ ਨੇ ਸੰਬੋਧਨ ਜਿਹੜਾ ਜੋਤ, ਉਹ ਸੰਬੋਧਨ ਹੋਊਗਾ ਜੋਤ ਨੂੰ, ਹੋਰ ਕਿਹਨੂੰ ਕਰੋਗੇ? ਮਿੱਟੀ ਨੂੰ ਕਰੋਗੇ। ਅੰਦਰ ਤਾਂ ਜੋਤ ਹੈ, ਸੰਬੋਧਨ ਉਸ ਨੂੰ ਹੋਣਾ, ਕਿਉਂਕਿ ਦੀਦੀ ਨਹੀਂ ਫੋਟੋ ਸਰੀਰ ਦੀ ਬਣਾ ਲੈਂਦੇ ਨੇ। ਸੰਬੋਧਨ ਹੁੰਦਾ ਹੀ ਜੋਤ ਨੂੰ ਹੈ। ਰਸਨਾ ਜੋਤ ਹੈ ਤਾਂ ਸੰਬੋਧਨ। ਇਹ ਰਸਨਾ ਤੂੰ ਅਨਰਸਨਾ ਚ ਰਹੀ। ਲੋ ਦੱਸੋ ਜੀਵ ਨੂੰ ਕਿਵੇਂ ਕਹਿ ਦੇਣਗੇ? ਜੀਵ ਨੂੰ ਕਿਵੇਂ ਸੰਬੋਧਨ ਹੋ ਜੂ? ਹਾਂਜੀ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਆ ਦੇਖ ਤੇਰੇ ਕਿਆ ਗੁਣੇ ਆਖ ਵਖਾਣਾ। ਪਾਰ ਬ੍ਰਹਮ ਵੀ ਤੂੰ ਹੀ ਹੈ। ਫਿਰ ਇੱਥੇ ਹੈ ਦੋ ਥਾਂ ਹੈ, ਇੱਕ ਹੋ ਗਿਆ, ਇੱਕ ਹੋ ਗਿਆ ਪਾਰ ਬ੍ਰਹਮ ਹੋ ਗਿਆ। ਦੱਸ ਕੀ ਫਰਕ ਹੈ? ਬੂਟਾ ਕਣਕ ਬੀਜੀ ਆ, ਬੂਟੇ ਨੇ ਦਾਣੇ ਉਹੀ ਪੈ ਜਾਣੇ ਜਿਹੜੇ ਬੀਜੇ ਨੇ, ਉਹੀ ਕਣਕ ਫੇਰ ਨਿਕਲ ਆਉਣੀ ਹੈ। ਉਹ ਬੀਜ ਦੇਣੀ ਹੈ, ਫਿਰ ਉਹੀ ਖੇਤ ਫੇਰ ਜੰਮੇ ਆਉਣੇ, ਫਿਰ ਪੱਕ ਜਾਣੀ ਹੈ, ਫਿਰ ਦਾਣੇ ਆ ਜਾਣੇ ਨੇ। ਗੱਲ ਸਾਨੂੰ ਐਂ ਲੱਗਦਾ ਵੀ ਇਹ ਕਣਕ ਪੱਠੇ ਨੇ, ਹੁਣ ਕਣਕ ਦੀ ਹੈ। ਆਹ ਸਰੀਰਾਂ ਦੇ ਵਿੱਚ ਪੱਠਿਆਂ ਵਾਲੀ ਗੱਲ ਹੈ। ਜੇ ਪੱਠਿਆਂ 'ਚ ਕਣਕ ਤਾਂ ਹੈ, ਦੀਦੀ ਨਹੀਂ। ਉਹ ਸਰੀਰ 'ਚ ਜੋਤ ਤਾਂ ਹੈ, ਪਰ ਦੀਦੀ ਨਹੀਂ। ਕਣਕ ਪੌਦੇ ਵਿੱਚ ਕਣਕ ਤਾਂ ਹੈਗੀ ਆ ਨਾ, ਉਹੀ ਵੱਲ ਤੇ ਆਉਣੀ ਹੈ, ਉਸੇ ਦੇ ਦਾਣੇ ਨਿਕਲਣੇ ਨੇ। ਦਾਣਾ ਬੀਜਦੇ ਆ, ਪੌਦਾ ਵੱਢ ਜਾਂਦਾ ਹੈ, ਪੌਦਾ ਵੱਢਦੇ ਆ, ਦਾਣੇ ਵਿੱਚੋਂ ਨਿਕਲੇ ਆਉਂਦੇ ਨੇ, ਪੱਕ ਜਾਂਦੇ ਨੇ, ਫਸਲ ਹੈ। ਇਹੋ ਜਿਹਾ ਹੀ ਕੁਛ ਹੈ ਸਰੀਰ। ਤੇਰੇ ਕਿਆ ਗੁਣੇ ਆਖ ਵਖਾਣਾ। ਤੇਰੇ ਕਿਆ ਗੁਣ ਆਖ ਵਖਾਣਾ? ਤੇਰੇ ਗੁਣ ਪਾਰ ਕੀ? ਬ੍ਰਹਮ ਬੇਅੰਤ ਬੇਅੰਤ ਜੀ, ਤੂੰ ਪਾਰ ਬ੍ਰਹਮ ਵੀ ਤੂੰ ਹੀ ਹੈ, ਬੇਅੰਤ ਬੇਅੰਤ। ਤੇਰੇ ਕਿਆ ਗੁਣ? ਕਿਹੜੇ ਕਿਹੜੇ ਗੁਣ ਦੱਸਾਂ ਤੇਰਾ? ਸੰਸਾਰ ਵੀ ਤੂੰ, ਵਿੱਚ ਵੀ ਤੂੰ ਹੀ ਹੈ, ਸਾਰੇ ਜੀ ਜੰਤ ਵਿੱਚ ਵੀ ਤੂੰ ਹੀ ਹੈ, ਦਾਦਾ ਵੀ ਤੂੰ ਹੀ ਹੈ, ਭਿਖਾਰੀ ਵੀ ਤੂੰ ਹੀ ਹੈ, ਜੋਤ ਹੈ ਸਭ ਜਗ੍ਹਾ। ਜੋ ਸੇਵਾ ਜੋ ਸੇਵਾ ਤੁਧ ਜੀ, ਜਨ ਨਾਨਕ ਤੈਨ ਕੁਰਬਾਨਾ। ਬਸ ਜਿਹੜੇ ਸੇਵਦੇ ਨੇ ਤੈਨੂੰ, ਕਿਉਂਕਿ ਜੋਤ ਜੀ ਦਾ ਦਰਸ਼ਨ ਕਰਨਾ ਉਹ ਸਰੀਰ 'ਚ ਹੈ। ਜਿਹੜੀ ਜੋਤ ਦਾ ਅਸੀਂ ਦਰਸ਼ਨ ਕਰਨਾ ਤਾਂ ਸਰੀਰ 'ਚ ਹੈ ਨਾ, ਆਪਣੇ ਸਰੀਰ 'ਚ ਲੱਭਣੀ ਹੈ ਨਾ। ਤੇ ਫਿਰ ਇਹਨੂੰ ਘਟੀਆ ਕਿਵੇਂ ਕਹਿ ਦਈਏ? ਇਹਦੇ ਦਰਸ਼ਨ ਵਾਲੇ ਤਰ ਜਾਣ, ਫਿਰ ਇਹਨੂੰ ਘਟੀਆ ਕਿਵੇਂ ਕਹਿ ਦਈਏ? ਪਾਰ ਬ੍ਰਹਮ ਨਾਲ ਸਾਡਾ ਸੰਪਰਕ ਹੀ ਨਹੀਂ ਕੋਈ ਹੈਗਾ। ਉਹਦਾ ਅਸੀਂ ਮੰਨਿਆ ਹੋਇਆ ਵੀ ਜੋ ਹੋ ਰਿਹਾ ਹੈ ਨਾ ਸਾਡੇ ਸਾਹਮਣੇ, ਇਹਨੂੰ ਬਿਠਾ ਕਰਕੇ ਮਿਲਣਾ, ਬਸ। ਇਹ ਤੋਂ ਜ਼ਿਆਦਾ ਕੁਛ ਨਹੀਂ। ਨਾ ਸਾਨੂੰ ਕੋਈ ਦੀਦਾ ਨਾ ਵਾਸਤਾ। ਦੀਦਾ ਤਾਂ ਜੋ ਹੋ ਰਿਹਾ ਇਹੀ ਹੈ ਨਾ, ਮੈਨੂੰ ਬਿਠਾ ਕਰਕੇ ਮਿਲਣਾ। ਇਹਦਾ ਸੁਭਾਅ ਬਦਲਣ ਵਾਲੀ ਗੱਲ ਹੈ ਸਾਡੀ, ਵੀ ਇਹ ਦਖਲ ਨਹੀਂ ਦੇਣਾ ਅਸੀਂ। ਜੋ ਹੋ ਰਿਹਾ ਠੀਕ। ਸੰਸਾਰ ਦਖਲ ਦੇ ਰਿਹਾ ਇਹਦੇ ਵਿੱਚ, ਸੰਸਾਰ ਦਖਲ ਦੇ ਰਿਹਾ। ਪਰ ਦਖਲ ਦੇ ਹੁੰਦਾ ਨਹੀਂ ਹੁੰਦਾ ਉਹਦਾ ਅਲੱਗ ਗੱਲ ਹੈ, ਪਰ ਦਖਲ ਦੇ ਤਾਂ ਰਿਹਾ ਨਾ ਸੰਸਾਰ। ਕੰਮ ਲੱਗਿਆ ਹੋਇਆ, ਅਸੀਂ ਦਖਲ ਨਹੀਂ ਦੇਣਾ, ਅਸੀਂ ਵਿਹਲੇ ਹੋ ਜਾਵਾਂਗੇ। ਜਿਹੜਾ ਦਖਲ ਨਹੀਂ ਦਿੰਦਾ ਵਿਹਲਾ ਹੋ ਜਾਊਗਾ, ਵਿਹਲਾ ਹੋ ਕੇ ਕੁਝ ਹੋਰ ਕਰ ਲੂਗਾ। ਸੰਸਾਰ ਹੋਰ ਕੁਝ ਕਰਨ ਦੀ ਸੋਚ ਵੀ ਨਹੀਂ ਸਕਦਾ, ਕਿਉਂ ਦਖਲ ਜੋ ਦੇ ਰਿਹਾ। ਕੰਮ ਲੱਗਿਆ ਹੋਇਆ, ਟਿਊਬਵੈਲ ਚੱਲਦਾ, ਮੂਹਰੇ ਹੱਥ ਲਾਉਂਦਾ ਨਿਆਣਾ ਵੀ ਪਾਣੀ ਮੈਂ ਨਿਕਲ ਨਹੀਂ ਦੇਣਾ, ਪਾਣੀ ਨਿਕਲੀ ਜਾਂਦਾ। ਬੱਚਾ ਜੇ ਕੋਈ ਮੂਹਰੇ ਚੀਜ਼ ਲਾ ਦੂਗਾ, ਬੋਰ ਦਾ ਖੰਭ ਟਿਊਬਵੈਲ ਦੇ, ਤਾਂ ਪਾਣੀ ਦੇ ਨਿਕਲੀ ਜਾਣਾ। ਉਹ ਆਪਣਾ ਖੇਲੀ ਜਾਂਦਾ ਕੋਸ਼ਿਸ਼ ਕਰਕੇ। ਜੋ ਸੇਵਾ ਜੋ ਸੇਵਾ ਤੁਧ ਜੀ, ਜਨ ਨਾਨਕ ਤੈਨ ਕੁਰਬਾਨਾ। ਜੋ ਸੇਵਾ ਦਾ ਮਤਲਬ ਕੀ ਹੈ? ਜਿਹੜੇ ਜੋਤ ਅੰਤਰ ਆਤਮਾ ਦੇ ਅਨੁਸਾਰ ਚੱਲਦੇ ਨੇ। ਕੋਈ ਸੰਬੋਧਨ ਅੰਦਰਲੇ ਨੂੰ ਹੈ, ਇੱਕ ਤਾਂ ਬੋਲ ਰਿਹਾ, ਇੱਕ ਨੂੰ ਸੰਬੋਧਨ ਕਰ ਰਿਹਾ। ਜਿਹੜਾ ਸਰੀਰ 'ਚ ਬੋਲ ਰਿਹਾ, ਸੰਬੋਧਨ ਕਰ ਲਿਆ ਆਪਣੇ ਅੰਦਰ, ਆਪਣੇ ਮੂਲ ਨੂੰ ਸੰਬੋਧਨ ਕਰ ਰਿਹਾ। ਜੋ ਸੇਵਾ ਕਿਹਨੂੰ? ਆਪਣੇ ਮੂਲ ਨੂੰ। ਜਨ ਨਾਨਕ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਥੇ ਹੀ ਰਹਿਣਾ, ਸੰਸਾਰ ਦੇ ਵਿੱਚ ਵਾਲੀ ਜੋਤ ਤੇ ਹੀ ਰਹਿਣਾ।
ਇੱਥੋਂ ਹੀ ਬਾਹਰ ਉਤਾਰਾ ਇਹਦੇ ਵਿੱਚ ਮੱਖਣ ਇੱਥੋਂ ਹੀ ਮਿਲਣਾ ਐਸੇ ਦੁੱਧ ਚੋਂ ਮੱਖਣ ਇਸੇ ਦੁੱਧ ਚੋਂ ਮਿਲਣਾ ਨਾ ਸਾਡੇ ਕੋਲ ਆ ਹੋਰ ਕਿੱਥੋਂ ਮਿਲਣਾ ਸਾਡੇ ਉਹ ਗੁਰਬਾਣੀ ਇੱਥੋਂ ਹੀ ਮਿਲਣਾ ਖਾਣਾ ਕਿਹਨੇ ਖਾਣਾ ਜਿਹੜਾ ਰਿੜਕੂ ਕੌਣ ਜਿਹੜਾ ਸਰੀਰ 'ਚ ਇਹੀ ਰਿੜਕੂਗਾ ਇਹੀ ਖਾਊਗਾ ਹੋਰ ਕੌਣ ਖਾਊਗਾ ਵਾ ਇੱਥੇ ਹੀ ਨਵੇੜਾ ਨਾ ਕਿਸੇ ਨੇ ਦਰਸ਼ਨ ਦੇਣੇ ਨੇ ਆ ਕੇ ਨਾ ਕਿਸੇ ਨੇ ਸਿਰ ਤੇ ਹੱਥ ਰੱਖਣਾ ਨਾ ਕੋਈ ਕਰਾਮਾਤ ਵਰਤਣੀ ਹੈ ਕਰਾਮਾਤ ਕੀ ਵਰਤਣੀ ਹੈ ਕਿ ਆਪਣਾ ਮਨ ਆਪੇ ਜਿੱਤ ਲੈਣਾ ਆਪਣਾ ਮਨ ਆਪੇ ਜਿੱਤਣਾ ਆਪਣਾ ਮਨ ਆਪੇ ਬਣਾਉਣਾ ਵਜੀ ਨੇ ਬਣਾ ਲਿਆ ਕਰਾਮਾਤ ਹੈ ਇੱਕ ਨੇ ਹੀ ਦਾਤ ਆਪਸ ਤੇ ਜੇ ਪਾਈ ਹੈ ਐਸੀ ਕਿਹੜੀ ਦਾਤ ਹੈ ਜਿਹੜੀ ਕਿਸੇ ਕੋਲੋਂ ਨਹੀਂ ਮਿਲਦੀ ਆਪਣੇ ਅੰਦਰੋਂ ਹੀ ਮਿਲਦੀ ਹੈ ਆਪਣੀ ਕੋਸ਼ਿਸ਼ ਨਾਲੇ ਮਿਲਦੀ ਹੈ ਕੋਈ ਕੁਛ ਨਹੀਂ ਕਰ ਸਕਦਾ ਕੁਛ ਨਹੀਂ ਦੇ ਨਹੀਂ ਸਕਦਾ ਆਪਣੀ ਕੋਸ਼ਿਸ਼ ਨਾਲ ਮਿਲਦੀ ਆਪਸ ਤੇ ਜੋ ਆਪਣੇ ਆਪ ਤੋਂ ਹੀ ਮਿਲਦੀ ਹੈ ਦੁਆ ਨਹੀਂ ਦੇ ਸਕਦਾ ਨਾਨਕ ਸਾਹ ਕਰਮਾਤ ਸਾਹਿਬ ਤੁਠੇ ਜੇ ਮਿਲੇ ਮਨ ਨੂੰ ਆਪਣੇ ਨੂੰ ਮਨਾਉਣਾ ਇਦੋਂ ਬੜੀ ਕਰਾਮਾਤ ਕੋਈ ਨਹੀਂ ਜਿਹਦਾ ਮਨ ਮੰਨ ਗਿਆ ਮਨ ਮੰਨਿਆ ਤਾਂ ਹਰ ਜਾਣਿਆ ਉਹ ਫਿਰ ਜਿਹੜੀ ਅੱਗੇ ਨਾਮ ਹੈ ਉਹ ਸਾਹਿਬ ਤੁਠੇ ਫਿਰ ਜੇ ਇੰਨਾ ਕੰਮ ਕਰ ਲੈਂਦਾ ਮਨ ਮੰਨ ਜਾਂਦਾ ਫਿਰ ਸਾਹਿਬ ਉੱਤੇ ਤੁਰਦਾ ਹੀ ਉਹ ਤਾਂ ਨਾ ਤੁਰਠਣ ਦਾ ਕੋਈ ਵਜ੍ਹਾ ਨਹੀਂ ਹੈ ਦੇਰ ਸਵੇਰ ਜੇ ਬੱਦਲ ਹੋਇਆ ਬਰਸੂ ਹੈ ਕਦੇ ਬੱਦਲ ਮੁੜ ਕੇ ਸਮੁੰਦਰ 'ਚ ਨੂੰ ਨਹੀਂ ਜਾਂਦਾ ਹੁੰਦਾ ਜਿਹੜਾ ਬੱਦਲ ਸਮੁੰਦਰ 'ਚ ਆ ਗਿਆ ਨਾ ਪਾਣੀ ਬਣ ਕੇ ਜਾਂਦਾ ਸਮੁੰਦਰ 'ਚ ਨੂੰ ਬੱਦਲ ਨਹੀਂ ਜਾਂਦਾ ਕਦੇ ਮੁੜ ਕੇ ਪਹਾੜਾਂ ਦੇ ਬਰਫ਼ ਬਣ ਕੇ ਗਿਰ ਜਵੇ ਇਹ ਵਰਸ ਪਈ ਘਰ ਨੂੰ ਨਹੀਂ ਜਾਂਦਾ ਵਾਪਸ ਜੇ ਜਾਂਦਾ ਫਿਰ ਦਰਿਆਵਾਂ 'ਚ ਹੋ ਕੇ ਜਾਂਦਾ ਪਾਣੀ ਦੂਆ ਰੂਪ ਲੈ ਕੇ ਜਾਂਦਾ ਉਹ ਤਾਂ ਵਰਸ ਕੇ ਹੀ ਜਾਂਦਾ ਹੁੰਦਾ ਐਸਾ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਨਾਮ ਦੀ ਭੁੱਖ ਹੋਵੇ ਔਰ ਉਹਦੀ ਪੂਰੀ ਨਾ ਕਰ ਸਕੇ ਉਹ ਕਰਦਾ ਸਭ ਕੁਝ ਹੈ ਉਹ ਇਹ ਤਾਂ ਸਮਾਂ ਕੋਈ ਮੰਗਦਾ ਨਹੀਂ ਹੈ ਇਹ ਤਾਂ ਇੱਛਾ ਕਰਦੇ ਨਹੀਂ ਲੋਕ ਜਨ ਨਾਨਕ ਤਿਨ ਕੁਰਬਾਨਾ ਜੋ ਸੇਵਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਨਾਨਕ ਕਹਿੰਦਾ ਜਿਹੜੇ ਤੇਰੀ ਸੇਵ ਕਰਦੇ ਨੇ ਨਾ ਸੇਵਾ ਤੇਰੇ ਭਾਣੇ ਚੱਲਦੇ ਨੇ ਉਹਨਾਂ ਦੇ ਮੈਂ ਕੁਰਬਾਨ ਆਪਣੇ ਭਾਣੇ ਤਾਂ ਦੁਨੀਆ ਹੀ ਚੱਲਦੀ ਹੈ ਆਪਣੇ ਭਾਣੇ ਦੁਨੀਆ ਚੱਲਦੀ ਹੈ ਤੇਰੇ ਅਨੁਸਾਰ ਜਿਹੜੇ ਚੱਲਦੇ ਨੇ ਉਹ ਸੇਵਾ ਸੇਵਾ ਕੀ ਹੁੰਦੀ ਹੈ ਜਿਵੇਂ ਉਹ ਚਲਾਵੇ ਮਾਲਕ ਵਿੱਚ ਚਲੇ ਹੀ ਸੇਵਾ ਸੇਵਾ ਉਹੀ ਹੈ ਜਿਵੇਂ ਮਾਲਕ ਚਾਹੇ ਉਵੇਂ ਕਰੇ ਮਾਲਕ ਦੇ ਹੁਕਮ ਅਨੁਸਾਰ ਚੱਲੇ ਮਾਲਕ ਦੇ ਹੁਕਮ ਅਨੁਸਾਰ ਮਾਲਕ ਨਾਲ ਹੁਕਮ ਨਹੀਂ ਚੱਲਦਾ ਨਾਨਕ ਹੁਕਮ ਨਾਲ ਚੱਲ ਰਹੀ ਨਾਲ ਖਸਮ ਚੱਲੇ ਅਰਦਾਸ ਜੋ ਕਹੇ ਸਤ ਵਚਨ ਜੋ ਕਰੇ ਉਹੀ ਚੰਗਾ ਇਹ ਸੇਵਾ ਫਿਰ ਸੇਵਾ ਆਪਣੀ ਮਰਜ਼ੀ ਜਿੱਥੇ ਨਹੀਂ ਉਹ ਸੇਵਾ ਆਪਣੀ ਮਰਜ਼ੀ ਨਹੀਂ ਜਿੱਥੇ ਉਹ ਸੇਵਾ ਬਸ ਹਰ ਧਿਆਵੈ ਤੁਧ ਜੀ ਸੇ ਜਨ ਜੁਗਮ ਹੈ ਸੁਖ ਵਾਸੀ ਸੰਸਾਰ ਦੇ ਵਿੱਚ ਸੁਖ ਵਾਸੀ ਕੌਣ ਸੁਖ ਦੇ ਵਿੱਚ ਨਿਵਾਸ ਕੌਣ ਰੱਖਦਾ ਜਿਹਨਾਂ ਦਾ ਧਿਆਨ ਆਪਣੇ ਮੂਲ ਚ ਰਹਿੰਦਾ ਹੈ ਹਰ ਜਿਹੜੇ ਤੇਰੇ ਨਾਲ ਜੁੜੇ ਰਹਿੰਦੇ ਨੇ ਨਾ ਤੇਰੇ 'ਚ ਧਿਆਨ ਰੱਖਦੇ ਨੇ ਹਰ ਵਕਤ ਜਿਹੜੇ ਹੁਕਮ 'ਚ ਧਿਆਨ ਰੱਖਦੇ ਨੇ ਹਰ ਵਕਤ ਤੇਰੇ ਭਾਣੇ 'ਚ ਚੱਲਣ ਦੇ ਧਿਆਨ ਰੱਖਦੇ ਨੇ ਹਰ ਵਕਤ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਹਰ ਵਕਤ ਉਹ ਸੰਸਾਰ 'ਚ ਸੁਖੀ ਰਹਿੰਦੇ ਨੇ ਸੇ ਜਨ ਯੁਗ ਮੈਂ ਸੁਖ ਵਾਸੀ ਉਹ ਸੁਖ ਵਾਸੀ ਰਹਿੰਦੇ ਨੇ ਚਾਹੇ ਉਹਨਾਂ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਭਾਣੇ ਨਾਲ ਉਹ ਤਾਂ ਵੀ ਸੁਖ ਵਾਸੀ ਰਹਿੰਦੇ ਨੇ ਦੁਨੀਆ ਦੇ ਦ੍ਰਿਸ਼ਟੀਕੋਣ ਤੋਂ ਅਨੰਦਪੁਰ ਸਾਹਿਬ ਸਾਰਾ ਤਹਿਸ ਨਹਿਸ ਹੋ ਗਿਆ ਪਰ ਦਸਮ ਪਾਤਸ਼ਾਹ ਕਹਿੰਦੇ ਮੈਂ ਸੁਖ ਵਾਸੀ ਉਹ ਤਾਂ ਮੰਨਦੇ ਨਹੀਂ ਇਸ ਗੱਲ ਨੂੰ ਮੈਨੂੰ ਦੁੱਖ ਹੈ ਕੋਈ ਸੁਖ ਵਾਸੀ ਆ ਜੇ ਮੈਂ ਉੱਥੇ ਹੀ ਰਹਿੰਦਾ ਉਹਨਾਂ ਦੀ ਈਨ ਮੰਨ ਕੇ ਤਾਂ ਮੈਂ ਦੁੱਖ ਵਾਸੀ ਸੀ ਫਿਰ ਮੈਨੂੰ ਸੁੱਖ ਨਹੀਂ ਸੀ ਹੁਣ ਮੈਨੂੰ ਸੁੱਖ ਹੈ ਹਾਂਜੀ
ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਸੇ ਮੁਕਤ ਭਏ, ਮੁਕਤ ਭਏ ਉਹ ਮੁਕਤ ਹੋ ਜਾਂਦੇ ਨੇ। ਇਹਦਾ ਮਤਲਬ ਹੈ ਮੁਕਤੀ ਟਾਰਗੇਟ ਹੈ ਸਾਡਾ। ਸਿੱਖ ਦਾ ਟਾਰਗੇਟ ਮੁਕਤੀ ਹੈ। ਸਿੱਖੀ ਮੁਕਤੀ ਤੱਕ ਲੈ ਕੇ, ਮੁਕਤੀ ਤੋਂ ਵੀ ਗਾਹਾਂ ਲੈ ਜਾਂਦੀ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗਲ। ਬਾਕੀ ਮੱਤਾਂ ਦਾ ਟਾਰਗੇਟ ਮਹਿਜ਼ ਮੁਕਤੀ ਹੈ, ਸਾਡਾ ਮੁਕਤੀ ਤੋਂ ਅੱਗੇ ਟਾਰਗੇਟ ਹੈ। ਪਰ ਮੁਕਤੀ ਦਾ ਉਪਦੇਸ਼ ਤੱਕ ਤੇ ਦਿੱਤਾ ਨਹੀਂ ਜਾਂਦਾ। ਮੁਕਤੀ ਦੀ ਅਰਦਾਸ ਤੱਕ ਤੇ ਕੀਤੀ ਨਹੀਂ ਜਾਂਦੀ। ਮੁਕਤੀ ਦਾ ਡਿਮਾਂਡ ਕਿਸੇ ਦੀ ਹੈ ਉਹ ਨਹੀਂ, ਕਿਉਂ ਛੱਡਤੀ ਹੈ? ਰੋਜ਼ ਦੇ ਪਾਠ ਵਿੱਚ ਹੈ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤੈਨੂੰ ਟੂਟੀ ਜਮ ਕੀ ਫਾਂਸੀ। ਜਮ ਦੀ ਫਾਂਸੀ ਕੌਣ ਤੋੜੂ? ਜੇ ਜਮ ਦੀ ਫਾਂਸੀ ਨਹੀਂ ਤੋੜਨੀ, ਧਰਮ ਤੇ ਕਰਾਉਣਾ ਕੀ ਹੈ ਫਿਰ? ਉਹ ਜਿਹੜੀਆਂ ਸਾਰੀ ਦੌਲਤ ਆ ਉਹ ਤਾਂ ਸਭ ਨੂੰ ਮਿਲਦੀ, ਉਹ ਤੁਹਾਡੇ ਨੂੰ ਜ਼ਿਆਦਾ ਹੋਰ ਲੋਕਾਂ ਕੋਲ ਹੈ। ਫਿਰ ਅਮਰੀਕਾ ਤੇ ਹੱਥ ਅੜਦੇ ਹੋ ਤੁਸੀਂ ਰੋਜ਼ ਜਾ ਕੇ, ਉੱਥੇ ਕਦੇ ਅੜਦੇ ਹੋ? ਅਮਰੀਕਾ ਨੂੰ ਦੁਨੀਆ ਰੋਜ਼ ਝੋਲੀਆਂ ਚੱਕੀ ਫਿਰਦੀ ਹੈ। ਪੰਜਾਬ ਵਾਲੇ ਸਿੱਖ ਸੈਂਟਰ ਨੂੰ ਝੋਲੀ ਚੱਕਦੇ ਨੇ ਹਿੰਦੂਆਂ ਕੋਲ ਨੂੰ। ਤੁਸੀਂ ਕਾਹ ਝੋਲੀ ਚੱਕਦੇ ਹੋ ਫਿਰ? ਮਾਇਆ ਤਾਂ ਉੱਥੇ ਜ਼ਿਆਦਾ ਉਹਨਾਂ ਕੋਲ, ਤੁਹਾਡੇ ਕੋਲ ਕੀ ਹੈ? ਉਹ ਸੰਸਾਰੀ ਮਾਇਆ ਦੀ ਗੱਲ ਨਹੀਂ ਹੈ ਇਹ। ਉਹ ਕਿਹਨੂੰ ਜ਼ਿਆਦਾ ਮਿਲਣੀ ਹੈ, ਕਿਹਨੂੰ ਥੋੜੀ ਮਿਲਣੀ ਹੈ? ਉਹ ਤਾਂ ਰੋਗ ਹੈ ਸੁੱਖ। ਆ ਕਰਨਾ ਦਾ ਅਸੀਂ ਕੰਮ ਜਿਹੜਾ ਕਰਨਾ, ਸਿੱਖੀ ਨੇ ਆ ਕੰਮ ਕਰਨਾ ਸੀ। ਤੇ ਟੂਟੀ ਜਮ ਕੀ ਫਾਂਸੀ। ਕੋਈ ਤੋੜ ਰਿਹਾ ਹੈ? ਕੋਈ ਇੱਕ ਆਦਮੀ ਦੱਸੋ ਜਿਹੜਾ ਇਹ ਕੋਸ਼ਿਸ਼ ਕਰ ਰਿਹਾ? ਇੱਧਰ ਨੂੰ ਗਿਆ ਕੋਈ, ਇੱਧਰ ਨੂੰ ਜਾਂਦੇ ਤਾਂ ਡੇਰੇ ਇੰਨੇ ਕਰੋੜਾਂ ਰੁਪਏ ਲਾਉਣ ਦੀ ਲੋੜ ਨਹੀਂ ਸੀ ਡੇਰਿਆਂ ਤੇ। ਅੜੇ ਡੇਰੇ ਬਣਾਏ ਨੇ ਕਰੋੜਾਂ ਰੁਪਏ, ਇਹਨਾਂ ਦੀ ਲੋੜ ਨਹੀਂ ਸੀ। ਰਵਿਦਾਸ ਨੇ ਕੋਈ ਨਹੀਂ ਡੇਰਾ ਬਣਾਇਆ ਸੀ। ਜਿਹਨਾਂ ਨੇ ਫਾਂਸੀ ਤੋੜਨੀ ਉਹਨੂੰ ਡੇਰੇ ਦੀ ਲੋੜ ਨਹੀਂ ਹੁੰਦੀ ਬਣਾਉਣ ਦੀ। ਉਹਨਾਂ ਨੇ ਕੀ ਕਰਨਾ ਸੀ? ਡੇਰਾ ਬਣਾ ਕੇ ਫਾਂਸੀ ਤੋੜ ਲੈਣੀ ਸੀ ਆਪਣੀ। ਨਾਮਦੇਵ ਨੇ ਕਿਹੜਾ ਨਾਪ ਕੇ ਕੱਟੀ ਹੈ ਫਾਂਸੀ? ਉਹੀ ਗਾਂ ਸੀ, ਉਹੀ ਕੈਂਚੀ ਸੀ। ਉਹਦੇ ਨਾਲ ਕੱਪੜਾ ਕੱਢਦਾ ਤਾਂ ਉਸਨੇ ਫਾਂਸੀ ਕੱਟ ਲਈ। ਇਹ ਕੁਛ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਹ ਤਾਂ ਸਾਰਾ ਪ੍ਰਪੰਚ ਹੈ। ਇਹ ਧਰਮ 'ਚ ਪ੍ਰਪੰਚ ਹੁੰਦੇ ਨੇ ਲੋਕ ਕਰਦੇ। ਇਹ ਤਾਂ ਪ੍ਰਪੰਚ ਹੈ। ਪੈਸੇ ਇਕੱਠੇ ਕਰਨੇ, ਪੈਸੇ ਨਾਲ ਫਾਂਸੀ ਨਹੀਂ ਕੱਟ ਹੁੰਦੀ। ਉਹ ਪੈਸੇ ਦੌਲਤ ਤਾਂ ਆਪਣੇ ਆਪ 'ਚ ਫਾਂਸੀ ਦਾ ਮੋਟਾ ਰੱਸਾ ਹੈ। ਇਹ ਮਾਇਆ ਦਾ ਰੱਸਾ ਫਾਂਸੀ ਦਾ। ਇਹ ਗਲ 'ਚ ਪਾ ਲਿਆ ਤੁਸੀਂ, ਇਹਦੇ ਨਾਲ ਝੂਲਦੇ ਨੇ। ਸੰਪਤੀ ਦੋਲ ਝੋਲ ਸੰਗ ਝੂਲਾ। ਇਹ ਦੋ ਕਿਸਮ ਦੀ ਸੰਪਤੀ ਨਾਲ ਝੂਲਦੇ ਨੇ। ਉਧਰ ਨਾਮ ਵਾਲੀ ਵੀ ਚਾਹੁੰਦੇ ਨੇ, ਉਧਰ ਸੰਸਾਰੀ ਵੀ ਚਾਹੁੰਦੇ ਨੇ। ਜਿਹੜੀ ਸੰਸਾਰੀ ਦੌਲਤ ਹੈ ਉਹ ਲੱਜ ਦੂਆ ਸਿਰ ਹੈ ਇਹਦਾ। ਇਹ ਤਾਂ ਇਹੀ ਤਾਂ ਫਾਂਸੀ ਸੀ, ਇਹੀ ਤਾਂ ਕੱਟਣੀ ਸੀ। ਇਹੀ ਤੁਸੀਂ ਰੱਸਾ ਮੋਟਾ ਕਰੀ ਜਾਂਦੇ ਹੋ। ਇਹਦਾ ਹੀ ਸੰਗਲ ਬਣਾਈ ਜਾਂਦੇ ਹੋ ਸੋਨੇ ਦਾ। ਇਰਾਦਾ ਫਾਂਸੀ ਕੱਟਣ ਦਾ ਨਹੀਂ ਹੈ ਕਿਸੇ ਦਾ। ਇਰਾਦਾ ਮਾਇਆਧਾਰੀ ਬਣਦਾ। ਸਿੱਖੀ ਮਹਿਜ਼ ਇੱਕ ਪਖੰਡ ਹੈ, ਦਿਖਾਵਾ ਪਖੰਡ ਬਿਲਕੁਲ। ਕਿਸੇ ਸੈਮੀਨਾਰ ਦੇ ਵਿੱਚ ਗੱਲ ਕਹੀ ਹੋਵੇ ਕਿਸੇ ਨੇ, ਦੱਸੋ ਕੌਣ ਕਹਿੰਦਾ? ਕੀ ਕਰਾਉਣਾ ਕੀਰਤਨ ਦਰਬਾਰ ਨੇ ਤੁਸੀਂ? 300 ਸਾਲਾਂ ਦੇ ਵਿੱਚ ਇਹ ਗੱਲ ਕਿਉਂ ਨਹੀਂ ਹਾਈਲਾਈਟ ਕੀਤੀ? ਵਿਸ਼ਾ ਹੀ ਨਹੀਂ ਹੈਗਾ ਗੁਰਮਤਿ ਵਾਲਾ ਇਹਨਾਂ ਦਾ। ਗੁਰਮਤਿ ਵਾਲਾ ਵਿਸ਼ਾ ਤਿਆਗਿਆ ਹੋਇਆ ਸਾਰਿਆਂ ਨੇ। ਸਿੱਖੀ ਤਿਆਗੀ ਹੋਈ। ਹਜ਼ਾਰਾਂ ਕੋ ਦੂਰ ਬੈਠੇ ਨੇ ਸਿੱਖੀ ਤੇ। ਫਿਰ ਨਾਲੇ ਇਹ ਕਿਹੜਾ ਵਿਚਾਰੇ ਧਾਰਮਿਕ ਸੀ? ਇਹ ਤਾਂ ਇਹਨਾਂ ਨੂੰ ਕਟੋਰਾ ਲਿਆ ਗਿਆ, ਪਾਣੀ ਪੀ ਆਫਰੀ ਜਾਂਦੇ ਨੇ। ਧਾਰਮਿਕ ਬੰਦੇ ਨਹੀਂ ਸੀ ਇਹ। ਧਾਰਮਿਕ ਬੰਦਿਆਂ ਦਾ ਕੰਮ ਹੁੰਦਾ। ਧਰਮ ਦਾ ਨਿਭਾਉਣਾ, ਧਰਮ ਦੇ ਰਸਤੇ ਚੱਲਣਾ ਧਾਰਮਿਕ ਬੰਦਿਆਂ ਦਾ ਕੰਮ। ਸਿਆਸੀ ਬੰਦਿਆਂ ਦਾ ਕੰਮ ਹੀ ਨਹੀਂ ਹੁੰਦਾ। ਸਿਆਸੀ ਬੰਦਿਆਂ ਕੋਲ ਜਾਂ ਧਰਮ ਆ ਜਾਂਦਾ
ਪੰਡਤ ਕੋ ਧਰਮਾ ਗਿਆਨ ਵਿਗਾੜਤਾ। ਜਿੰਨਾ ਚਿਰ ਪੰਡਤ ਬ੍ਰਾਹਮਣ ਰਿਹਾ ਉਹਨਾਂ ਚਿਰ ਸ਼ਿਵ ਜੀ ਔਰ ਵਿਸ਼ਨੂੰ ਦੋਹਾਂ ਤੋਂ ਖਿਲਾਫ ਰਿਹਾ। ਬ੍ਰਹਮ ਗਿਆਨੀ ਸੀ। ਬ੍ਰਹਮ ਗਿਆਨੀ ਦੀ ਨਾ ਵਿਸ਼ਨੂੰ ਨਾ ਬਣੇ ਨਾ ਸ਼ਿਵ ਜੀ ਨਾ ਬਣੇ, ਉਹ ਦੋਹਾਂ ਨੂੰ ਪਖੰਡਵਾਦੀ ਕਹਿੰਦਾ। ਪਰ ਜਦ ਪੰਡਤ ਨੇ ਗੋਡੇ ਟੇਕਦੇ ਨਾ ਰਾਜੇ ਦੇ ਸਾਹਮਣੇ, ਤੁਮ ਤੋਂ ਜਾਚੋ ਭੂਪਤ ਰਾਜੇ ਹਰਸਿਓ ਮੋਰ ਧਿਆਨਾ, ਉਹ ਪੰਡਤ ਨੂੰ ਕਹਿ ਰਿਹਾ ਕਾਸ਼ੀ ਵਾਲੇ ਨੂੰ, ਕਹਿੰਦਾ ਮੈਂ ਕਾਸ਼ੀ ਦਾ ਜਲਾਹਾਂ, ਤੂੰ ਆਪਣੇ ਆਪ ਨੂੰ ਬੜਾ ਪੰਡਤ ਸਮਝਦਾ। ਬੁੱਝੋ ਮੋਰ ਗਿਆਨਾ, ਮੇਰਾ ਗਿਆਨ ਬੁੱਝ। ਉਹ ਵੀ ਵਿਦਵਾਨ ਤੇ ਕਾਸ਼ੀ ਦੇ ਅੱਜ ਵੀ ਵਿਦਵਾਨ ਨੇ। ਗਿਆਨ ਬੁੱਝਣ ਕੀ ਹੈ? ਗੁਰਬਾਣੀ ਦਾ ਗਿਆਨ ਬੁੱਝ ਕੇ ਦਿਖਾਉਣ। ਕਬੀਰ ਵੀ ਚੈਲੰਜ ਕਰ ਰਿਹਾ ਬੁੱਝੋ ਮੋਰ ਗਿਆਨਾ, ਉੱਥੇ ਕਰ ਰਿਹਾ ਕਾਸ਼ੀ ਦੇ ਵਿੱਚ ਬੈਠ ਕੇ। ਅੱਜ ਗਿਆਨ ਬੁੱਝਦੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਚੌੜੇ ਹੋਏ ਫਿਰਦੇ ਨੇ। ਦਸਮ ਗ੍ਰੰਥ ਦੇ ਵਿੱਚ ਉਹ ਗਿਆਨ ਹੈ, ਤਤ ਗਿਆਨ ਬੁੱਝ ਕੇ ਦਿਖਾਓ। ਉਹਦਾ ਮੋਰ ਗਿਆਨਾ ਕਹਿੰਦਾ, ਅਸੀਂ ਮੋਰ ਤਾਂ ਕਹਿੰਦੇ ਦਸਮ ਪਾਤਸ਼ਾਹ ਦਾ। ਮਾਲਕ ਨੇ ਪਾਇਆ ਜਿਹਨੂੰ ਗੁਰੂ ਕਹਿੰਦੇ ਹੋ ਤੁਸੀਂ, ਉਹਨੇ ਪਾਇਆ। ਉਹ ਬੁੱਝੋ ਤਾਂ ਸਹੀ ਨਾ। ਇਹ ਬੁੱਝਣ ਵਾਲੀ ਚੀਜ਼, ਬੁੱਝੋ ਮੋਰ ਗਿਆਨਾ, ਤੁਮ ਤੋਂ ਜਾਚੋ ਭੂਪਤ ਰਾਜੇ ਹਰਸੋ ਮੋਰ ਧਿਆਨਾ। ਉਹ ਜੇ ਹਰ ਨਾਲ ਧਿਆਨ ਹੁੰਦਾ, ਹਰ ਧਿਆਵਾਂ ਤੁਧ ਜੀ ਹਰ ਸੱਚੇ ਸਰਜਣ ਹਾਰਾ। ਜੇ ਧਿਆਨ ਹਰ ਚ ਰੱਖਦੇ ਤਾਂ ਬੁੱਝ ਲੈਂਦੇ। ਧਿਆਨ ਤਾਂ ਤੁਹਾਡਾ ਮਾਇਆ ਚ, ਬੁੱਝ ਕਿਵੇਂ ਲਓਗੇ? ਧਿਆਨ ਤਾਂ ਤੁਹਾਡਾ ਚੌਧਰ ਚ, ਬੁੱਝ ਕਿਵੇਂ ਲਓਗੇ? ਇਹ ਸਿੱਖੀ ਨਹੀਂ ਹੈ ਜਿਹੜੀ ਪ੍ਰਚਾਰ ਕਰਦੇ ਨੇ। ਦੂਰ ਦੂਰ ਤੱਕ ਸਿੱਖੀ ਦਾ ਮੇਲ ਨਹੀਂ ਉਹਨਾਂ ਗੱਲਾਂ ਨਾਲ ਜਿਹੜੇ ਝਗੜੇ 'ਚ ਪਏ ਹੋਏ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ, ਤੇ ਨਿਰਭਉ ਹੈ। ਜੇ ਉਹ ਨਿਰਭਉ ਹੈ ਤਾਂ ਤੈਨੂੰ ਪੈ ਕਾਹਦੀ ਹੈ? ਨਿਰਭਉ ਜਪੈ ਸਗਲ ਭਉ ਮਿਟੈ। ਜਿਹਨੇ ਨਿਰਭਉ ਨੂੰ ਜਪਿਆ ਉਹਦੀ ਸਾਰੀ ਪੈ ਮਿਟ ਜਾਂਦੀ। ਗੁਰ ਕਿਰਪਾ ਤੇ ਪ੍ਰਾਣੀ ਛੁਟੈ, ਗਿਆਨ ਦੀ ਕਿਰਪਾ ਨਾਲ ਇਹਦਾ ਛੁਟਕਾਰਾ ਹੋ ਜਾਣਾ। ਛੁਟਕਾਰਾ ਕਿਵੇਂ? ਫਾਂਸੀ ਕੱਟੀ ਜਾਣੀ ਆ, ਆੜੇ ਟੂਟੀ ਜਮ ਕੀ ਫਾਂਸੀ। ਕਾਹਦੇ ਨਾਲ? ਗਿਆਨ ਨਾਲ ਕੱਟ ਹੋਣੀ। ਕੱਟੀ ਕਾਲ ਪੈ ਫਾਂਸੀ, ਕਬੀਰ ਵੀ ਕਹਿੰਦਾ ਨਾ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਜਿਨ ਹਰ ਨਿਰਭਉ ਤੇ ਆਇਆ ਜੀ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ। ਉਹਨਾਂ ਦਾ ਭਉ ਚਲਿਆ ਜਾਂਦਾ ਹੈ, ਉਹਨਾਂ ਨੂੰ ਭਉ ਡਰ ਨਹੀਂ ਰਹਿੰਦਾ। ਫਿਰ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਤੇ ਭਉ ਜਿਹਦਾ ਕੱਟਿਆ ਗਿਆ ਤੇ ਫਿਰ ਉਹ ਹਰ ਵਰਗਾ ਹੀ ਹੋ ਗਿਆ ਨਾ, ਕਿਉਂਕਿ ਹਰ ਨਿਰਭਉ ਹੈ ਨਾ। ਜਿਹਨੇ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ। ਉਹਦਾ ਵੀ ਭਉ ਚਲੇਗਾ। ਹਰ ਰੋਜ਼ ਕੀ ਫਰਕ ਹੈ? ਫਿਰ ਉਹਨੂੰ ਭਉ ਕੀਦਾ ਹੈ? ਸੱਚ ਬੋਲਣ ਤੇ ਕਿਉਂ ਡਰਦਾ ਹੈ? ਸੱਚ ਬੋਲਣ ਤੇ ਤਾਂ ਡਰਦੇ ਨੇ, ਭਉ ਹੈ, ਡਰ ਹੈ, ਵਹਿਮ ਭਰਮ। ਇਹ ਨਹੀਂ ਕਹਿ ਸਕਦੇ ਨਾਨਕ ਗੁਰੂ ਨਹੀਂ ਹੈ। ਭਉ ਹੈ, ਡਰ ਹੈ ਨਾ, ਡਰ ਭਉ ਨਹੀਂ ਹੈ। ਪੱਟ ਕਹਿ ਰਹੇ ਨੇ ਨਾਨਕ ਭਗਤ, ਪੱਟ ਕਹਿ ਰਹੇ ਨੇ। ਇਹ ਕਹਿ ਰਹੇ ਨਾਨਕ ਨਿਰੰਕਾਰ, ਪੱਟ ਕਹਿ ਰਹੇ ਨਾਨਕ ਭਗਤ ਹੈ। ਜਿਹਨਾਂ ਨੂੰ ਕਹਿ ਰਹੇ ਪੱਟਾ ਨੇ ਐ ਕਿਹਾ, ਪੱਟ ਕਹਿੰਦੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਧਨ ਗੋਬਿੰਦ ਦਿਓ। ਗੋਬਿੰਦ ਨਾਨਕ ਨੂੰ ਬੜਾ, ਆਹੀ ਹੈ ਗੋਬਿੰਦ ਹਰ ਹੈ ਜਿਹੜਾ। ਸਾਨੂੰ ਇਹ ਗੋਬਿੰਦ ਕਿਹਾ ਹੋਇਆ। ਤਨ ਧਨ ਨਾਨਕ ਨੇ ਗੋਬਿੰਦ ਨੂੰ ਦੇ ਦਿੱਤਾ ਆਪਣਾ, ਤਾਂ ਨਿਰਭਉ ਹੋਇਆ। ਫਿਰ ਕਿਹਾ ਰਾਜੇ ਸੀ ਮੁਕੱਦਮ ਕੁੱਤੇ, ਐਵੇਂ ਕਹਿਤਾ ਜਾਣੀ। ਫਿਰ ਜਾ ਕੇ ਕਦੇ ਨਿਕਲਿਆ ਰਾਜੇ ਸੀ ਮੁਕੱਦਮ ਕੁੱਤੇ।
ਔਰ ਦਿੱਲੀ ਦੇ ਉੱਤੇ ਬੈਠਾ ਮੁਸਲਮਾਨ ਬਾਦਸ਼ਾਹ ਜਾਂ ਕਹਿਤਾ ਸਾਨੂੰ ਹੁਣ ਕਾਬਾ ਛੱਡਦਾ ਸੁਣ ਕੇ ਵੀ ਕਹਿ ਕਿਵੇਂ ਦਿੱਤਾ। ਪੱਟ ਕਹਿ ਰਹੇ ਨੇ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ। ਤੁਹਾਨੂੰ ਸੋਲ ਹੁੰਦਾ ਕਹਿੰਦਿਆਂ ਨੂੰ, ਤੁਹਾਨੂੰ ਕੀ ਹੁੰਦਾ? ਕਿਹਦੀ ਭਗਤ ਕਰੀ ਫਿਰ? ਜੇ ਨਾਨਕ ਨੇ ਭਗਤ ਕਰੀ ਕਿਹਦੀ ਕਰੀ? ਜਿਹਦੀ ਭਗਤ ਕਰੀ ਉਹ ਬੜਾ। ਉਹਦੇ ਵਾਸਤੇ ਆਇਆ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਇੱਕੋ ਹੀ ਆਦ ਅੰਤ ਵਿੱਚ ਅਵਤਾਰ। ਸੋਈ ਗੁਰੂ ਸਮਝਿਓ ਹਮਾਰਾ। ਹਮਾਰਾ ਸਾਰਿਆਂ ਦਾ, ਖਾਲਸੇ ਦਾ, ਸਾਰੇ ਜੀ ਜੰਤ ਦਾ। ਨਮਸਕਾਰ ਤੇ ਸੀ ਕੋ ਹਮਾਰੀ। ਉਹਨਾਂ ਦਾ ਗੁਰੂ ਨਾਨਕ ਨੂੰ ਨਮਸਕਾਰ ਕੀਤੀ ਨਹੀਂ ਫਿਰ। ਉਹਨਾਂ ਦਾ ਗੁਰੂ ਤੇਗ ਬਹਾਦਰ ਨੂੰ ਨਮਸਕਾਰ ਕੀਤੀ ਨਹੀਂ ਫਿਰ। ਉਹਨਾਂ ਦਾ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਨਹੀਂ ਫਿਰ। ਇੱਥੇ ਆਦਿ ਗੁਰੂ ਗ੍ਰੰਥ ਸਾਹਿਬ ਹੈ ਉੱਥੇ। ਇਹ ਤੁਸੀਂ ਕਹੋ ਚੌਪਈ ਹੈ ਨਹੀਂ। ਇਹ ਤਾਂ ਮੰਨਦੇ ਨਹੀਂ ਚੌਪਈ ਨੂੰ, ਇਹ ਤਾਂ ਮੰਨਦੇ ਨੇ ਚੌਪਈ ਨੂੰ। ਇਹ ਵੀ ਮੰਨੀ ਜਾਂਦੇ ਹੋ, ਉਹ ਵੀ ਮੰਨੀ ਜਾਂਦੇ ਹੋ। ਨਮਸਕਾਰ ਤੇ ਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ। ਚੇਤਨ ਨੂੰ ਨਮਸਕਾਰ ਕੀਤਾ, ਜੜ ਨੂੰ ਕਿਤੇ ਨਹੀਂ ਕੀਤਾ ਹੋਇਆ। ਤਾਂ ਜੜ ਹੈ। ਕਹਾਣੀਆਂ ਬਣਾ ਲੀਆਂ ਤੁਸੀਂ ਝੂਠ ਬੋਲ ਕੇ। ਉਹ ਚਲੋ ਮਜਬੂਰੀ ਸੀ, ਕੋਈ ਗੱਲ ਕਹਿਤੀ ਉਹ ਤੁਸੀਂ ਉਸੇ ਨੂੰ ਗੱਠ ਦੇ ਲਈ। ਐਸੀ ਗੱਠ ਦਿੱਤੀ ਇੱਕ ਮਜ਼ਾਕ ਗੱਲ ਕਹੀ ਹੋਈ ਨੂੰ। ਉਹੀ ਜੜ ਬਣਾ ਕੇ ਰੱਖਤਾ ਸਭ ਕੁਛ। ਮੂਰਤੀ ਪੂਜਾ ਬਣਾ ਕੇ ਰੱਖਤੀ। ਕੋਈ ਏਸੀ ਲਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਪੱਲੇ ਕੀ ਆ? ਪੱਲੇ ਕੁਛ ਵੀ ਨਹੀਂ ਮਿਲਿਆ। ਕੀ ਕਿਸੇ ਨੂੰ ਕੁਛ ਵੀ ਨਹੀਂ ਮਿਲੂ। ਕੀ ਇਹਨਾਂ ਗੱਲਾਂ 'ਚ ਕੋ ਮਿਲਦਾ ਹੁੰਦਾ? ਇਹਨਾਂ ਗੱਲਾਂ 'ਚ ਨਹੀਂ ਕੁਛ ਮਿਲਦਾ ਹੁੰਦਾ। ਮਿਲਦਾ ਗੁਰਬਾਣੀ ਵਿਚਾਰੇ ਤੇ। ਜਿਨ ਸੇਵਿਆ ਸਗਲ ਪ੍ਰਜਾ ਜਨ ਆ ਸਵਾਰੀ। ਸਿਮਰ ਕੋ ਸਭ ਗੁਣ ਸੁਖ ਦਿਓ। ਸਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ। ਆਦਿ ਬਣੀ ਹੈ। ਆਦਿ ਬਾਣੀ ਮਿਲ ਗਈ ਨਾ। ਭਲੇ ਬੁਰੇ ਕੀ ਪੀਰ ਪਛਾਣਤ। ਚਿੰਟੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦਸ। ਆਦਲ ਸਾਰੀ ਬਾਣੀ ਆਦਲ ਨਾਲ ਮਿਲਦੀ ਹੈ। ਤੁਸੀਂ ਦੱਸੋ ਕਿਤੇ ਗਲਤੀ ਹੈ? ਆਦਿ ਬਾਣੀ ਦੀ ਵਿਆਖਿਆ ਸਾਰੀ ਇਹ। ਸਵਾਲ ਤਾਂ ਇਹ ਵਿਆਖਿਆ ਕੀ ਹੈ? ਵਿਆਖਿਆ ਤਾਂ ਅਸੀਂ ਆਪਣੇ ਲਫ਼ਜ਼ਾਂ 'ਚ ਕਰਾਂਗੇ। ਹੁਣ ਵੀ ਜੇ ਬਾਣੀ ਦੀ ਵਿਆਖਿਆ ਕਰਾਂਗੇ, ਲਫ਼ਜ਼ ਤਾਂ ਆਪਣੇ ਦੇਵਾਂਗੇ। ਇਹ ਲਫ਼ਜ਼ ਉਹੀ ਨੇ। ਵਿਆਖਿਆ ਤੋਂ ਉਲਟ ਗੱਲ ਹੈ, ਭਾਵਨਾ ਤੋਂ ਉਲਟ ਗੱਲ ਹੈ। ਫਿਰ ਸਾਬਤ ਕਰੋ। ਅਸੀਂ ਵਿਆਖਿਆ ਕਰਦੇ ਹਾਂ, ਸ਼ਬਦ ਤਾਂ ਸਾਡੇ ਹੁੰਦੇ ਨੇ। ਕੋਈ ਕਹਿੰਦਾ ਨਹੀਂ ਜੀ ਤੁਹਾਡੇ ਸ਼ਬਦ ਨਹੀਂ ਅਸੀਂ ਮੰਨਣੇ, ਇਹ ਤਾਂ ਗੁਰਬਾਣੀ ਦੀ ਗੱਲ ਕਰੋ। ਫਿਰ ਤਾਂ ਉਹਦੀ ਵਿਆਖਿਆ ਹੀ ਨਹੀਂ ਹੋਣੀ। ਫਿਰ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਹੋਣੀ। ਫਿਰ ਤਾਂ ਕਿਸੇ ਨੂੰ ਸਮਝ ਨਹੀਂ ਆਉਣੀ। ਉਹਦੀ ਭਾਵਨਾ ਤਾਂ ਨਹੀਂ ਵਿਗੜ ਗਈ। ਜੋ ਗੁਰਬਾਣੀ ਕਹਿੰਦੀ ਹੈ ਉਹੀ ਗੱਲ ਸਮਝਾ ਰਹੇ ਹਾਂ, ਹੋਰ ਕੁਝ ਕਹਿ ਰਹੇ ਹਾਂ। ਇੱਥੇ ਆ ਕੇ ਸੂਈ ਟਿਕਣੀ ਹੈ। ਕਿਹਨੇ ਲਿਖੀ ਹੈ ਕਿਹਨੇ ਨਹੀਂ ਲਿਖੀ ਇਹਦਾ ਕੋਈ ਮਤਲਬ ਨਹੀਂ। ਭੱਟਾ ਨੇ ਲਿਖਤੀ ਬਾਣੀ, ਉਹ ਵੀ ਵਿੱਚ ਆ ਗਈ। ਭਾਵਨਾ ਇੱਕ ਹੈ। ਮੀਟਰ ਭਾਵਨਾ ਦਾ, ਬੇਵਕੂਫੀ ਦਾ ਮੀਟਰ ਨਹੀਂ ਹੈ। ਇੱਥੇ ਗਿਆਨ ਮਾਰਗ ਹੁੰਦਾ ਹੈ। ਗਿਆਨ ਮਾਰਗ ਹੈ, ਬੇਵਕੂਫਾਂ ਦਾ ਮਾਰਗ ਨਹੀਂ। ਇਹ ਤਾਂ ਬੇਵਕੂਫ ਨੇ ਸਾਰੇ। ਲਕੀਰ ਦੇ ਫਕੀਰ। ਕੱਚੀ ਬਾਣੀ ਜੀ ਪੱਕੀ, ਕੱਚੀ ਪੱਕੀ ਬਾਣੀ ਕਿਸ ਨੂੰ ਪਤਾ ਕੀ ਹੈ? ਕੋਈ ਇੱਕ ਆਦਮੀ ਦੱਸੇ ਕੱਚੀ ਪੱਕੀ ਬਾਣੀ ਕੀ ਹੁੰਦੀ ਹੈ? ਪਤਾ ਕਿਸੇ ਦਾ ਵੀ ਨਹੀਂ। ਸਤਿਗੁਰ ਦੀ ਬਾਣੀ ਕੀ ਹੁੰਦੀ ਹੈ? ਭੱਟ ਵੀ ਸਤਿਗੁਰ ਨੇ। ਫਿਰ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ। ਫਿਰ ਭੱਟਾਂ ਦੀ ਬਾਣੀ ਵਿੱਚੇ ਹੈ, ਸੱਤੇ ਬ੍ਰਹਮਣ ਦੀ ਵਿੱਚੇ ਹੀ ਹੈ, ਰਵਿਦਾਸ ਦੀ ਵਿੱਚੇ ਹੀ ਹੈ, ਸੁੰਦਰ ਦੀ ਵਿੱਚੇ ਹੀ ਹੈ। ਇਹ ਸਾਰੀ ਇੱਕੋ ਹੀ ਹੈ। ਗੁਰੂ ਕੇਰੀ
ਇੱਕੋ ਹੀ ਹੈ। ਬਾਣੀ ਉਹ ਮਹਾਂਪੁਰਖ ਦੀ ਹੈ, ਕਿਸੇ ਆਦਮੀ ਦੀ ਹੈ ਉਹ ਨਹੀਂ ਬਾਣੀ। ਇਹ ਗੱਲੇ ਮੁਕਾਤੀ ਹੈ, ਬਾਣੀ ਮਹਾਂਪੁਰਖ ਕੀ ਨਹੀਂ ਕਰ ਬਸ। ਜਿਹੜਾ ਇਹਦੀ ਵਿਆਖਿਆ ਕਰੂ ਉਹ ਵੀ ਮਹਾਂਪੁਰਖ ਦੀ ਹੋਏ। ਜੇ ਭਾਵਨਾ ਹੈ ਉਹ ਮਹਾਂਪੁਰਖ ਦੀ ਹੈ, ਸਾਡੀ ਨਹੀਂ। ਆਦਮੀ ਅਸੀਂ ਮਜਬੂਰ ਹਾਂ ਹੋਈ ਗੱਲ ਕਹਿਣ ਨੂੰ। ਉਹ ਸਾਡੀ ਤਾਂ ਹੈ ਜੇ ਅਸੀਂ ਆਪਣੀ ਮਰਜ਼ੀ ਨਾਲ ਘੁਸ ਗਈਏ। ਮਰਜ਼ੀ ਨਹੀਂ ਇੱਥੇ ਚੱਲ ਸਕਦੀ। ਜਦ ਤੁਸੀਂ ਕਿਸੇ ਚੀਜ਼ ਦੀ ਵਿਆਖਿਆ ਕਰਨੀ ਹੈ, ਤੁਹਾਡੀ ਮਰਜ਼ੀ ਬਿਲਕੁਲ ਨਹੀਂ ਚੱਲ ਸਕਦੀ ਉੱਥੇ। ਜੇ ਤੁਸੀਂ ਵਿਆਖਿਆ ਸਹੀ ਕਰਨੀ ਹੈ, ਸਾਡੀ ਮਰਜ਼ੀ ਕਿਵੇਂ ਚੱਲ ਜੂਗੀ? ਕੋਈ ਪੁੱਛਿਆ ਕਿ ਤੁਹਾਨੂੰ ਦੁਆਰ ਦੋ ਕਿੰਨੇ ਹੁੰਦੇ ਨੇ, ਕੀ ਕਹਿ ਦੋਗੇ ਤੁਸੀਂ? 4 ਹੁੰਦੇ ਨੇ। ਤੁਹਾਡੀ ਮਰਜ਼ੀ ਹੋਈ, ਤੁਹਾਡੀ ਕਾਹਦੀ ਮਰਜ਼ੀ ਹੋਈ ਹੈ? ਹੁੰਦੇ ਹੀ ਨੇ 4। ਸੱਚ ਬੋਲਣ ਚ ਕਿਸੇ ਦੀ ਮਰਜ਼ੀ ਨਹੀਂ ਹੁੰਦੀ। ਬੋਲੇ ਚਾਹੇ ਕੋਈ ਮਰਜ਼ੀ ਹੁੰਦੇ, ਉੱਥੇ ਕਾਹਦੀ ਹੈ? ਇੱਕ ਚੀਜ਼ ਹੈ, ਚਿੱਠੀ ਲਿਖੀ ਹੋਈ ਹੈ, ਪੜ੍ਹ ਕੇ ਸੁਣਾ ਰਿਹਾ। ਉਹ ਪੜ੍ਹਨ ਵਾਲੇ ਦੀ ਉਹਦੀ ਕਾਹਦੀ ਮਰਜ਼ੀ ਹੈ? ਜੋ ਲਿਖਿਆ ਹੈ ਦੱਸ ਰਿਹਾ, ਉਹਦੀ ਵਿਆਖਿਆ ਕਰ ਰਿਹਾ ਹੈ। ਹਾਂ, ਵਿਆਖਿਆ ਗਲਤ ਹੈ, ਫਿਰ ਮਰਜ਼ੀ ਹੈ ਵਿੱਚ। ਭਾਵਨਾ ਤੋਂ ਖਿਲਾਫ ਵਿਆਖਿਆ, ਫਿਰ ਗੱਲ ਕੁਛ ਹੋਰ ਹੈ। ਉਹ ਵਿਚਾਰਨ ਵਾਲੀ ਗੱਲ ਹੈ। ਜੇ ਸਹੀ ਵਿਆਖਿਆ ਹੈ, ਫਿਰ ਸ਼ਬਦਾਂ ਦਾ ਕੀ ਫਰਕ ਹੈ ਇਹਦੇ 'ਚ? ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ ਸੇਵਿਆ ਮੇਰਾ ਹਰ ਜੀ, ਮੇਰੇ ਹਰ ਦੀ ਸੇਵਾ ਜਿਹਨੇ ਕੀਤੀ ਹੈ, ਜਿਹਨੇ ਮੇਰਾ ਹਰ ਜੀ ਸੇਵਿਆ, ਤੇ ਹਰ ਹਰ ਰੂਪ ਸਮਾਸੀ। ਉਹ ਹਰ ਦੇ ਵਿੱਚ ਹੀ ਸਮਾ ਜਾਂਦੇ ਨੇ। ਹਰ ਦਾ ਰੂਪ ਇਹ ਹੋ ਜਾਂਦਾ, ਉਹ ਹਰ ਦੇ ਵਿੱਚ ਹੀ ਸਮਾ ਜਾਂਦੇ ਨੇ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਹਰ ਦੇ ਵਿੱਚ ਧਿਆਨ ਰੱਖਿਆ ਹੈ, ਜੀਵਨ ਦੇ ਵਿੱਚ, ਮਨੁੱਖਾ ਜਨਮ ਦੇ ਵਿੱਚ ਸਭ ਕੁਝ ਛੱਡ ਕੇ ਹਰ 'ਚ ਧਿਆਨ ਰੱਖਿਆ। ਸੇ ਧਨ ਨੇ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਤਾਂ ਬਲੇ ਨਾਨਕ ਕਹਿੰਦੇ ਮੈਂ ਤਾਂ ਕੁਰਬਾਨ ਹਾਂ ਉਹਨਾਂ ਤੋਂ। ਐ ਸੰਸਾਰ ਵਿੱਚ ਆ ਕੇ ਅਗਰ ਸਾਗਰ ਦੇ ਵਿੱਚ ਹਰ 'ਚ ਧਿਆਨ ਰੱਖ ਲੈਣਾ, ਬਸ ਇਹ ਤੋਂ ਵੱਡੀ ਗੱਲ ਕੋਈ ਨਹੀਂ ਹੈ। ਇਹ ਭਗਤੇ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਇਹ ਭਗਤਾਂ ਦੇ ਹਿੱਸੇ ਜਾਈਏ, ਉਹ ਫਿਰ ਉੱਥੇ ਆ ਕੇ ਸਾਰੇ ਬਰਾਬਰੇ ਹੋ ਜਾਂਦੇ ਨੇ। ਨਾਨਕ ਉਹਨਾਂ ਨੇ ਕੁਰਬਾਨ ਜਾਂਦਾ ਹੈ। ਨਾਨਕ ਤਿਨ ਬਲ ਜਾਸੀ। ਤੇਰੀ ਭਗਤੀ ਭੰਡਾਰ ਜੀ ਭਰੇ ਬੇਅੰਤਾ। ਤੇਰੀ ਭਗਤੀ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਇੱਥੇ ਭਗਤ ਨਹੀਂ ਪੜਨਾ, ਭਗਤੀ ਸਿਆਰੀ ਲੱਗੀ ਹੋਈ ਹੈ। ਦੂਏ ਪਾਸੇ ਸਿਆਰੀ ਅੱਗੇ ਨਹੀਂ ਹੈ। ਤੇਰੇ ਭਗਤ ਸਲਾਹਣ। ਤੇਰੇ ਭਗਤਾਂ ਤੇ ਸਿਆਰੀ ਨਹੀਂ ਹੈ। ਉੱਥੇ ਬਹੁਤ ਵਚਨ ਹੈ ਭਗਤ, ਔਰ ਤੇਰੇ ਲੱਗਿਆ ਹੋਇਆ, ਇੱਥੇ ਤੇਰੀ ਲੱਗਿਆ ਹੋਇਆ। ਤੇਰੀ ਭਗਤੀ ਭੰਡਾਰ ਜੀ, ਤੇਰੀ ਭਗਤੀ ਦੇ ਭੰਡਾਰ ਭਰੇ ਬੇਅੰਤ ਬੇਅੰਤਾ। ਬੇਅੰਤ ਭੰਡਾਰ ਨੇ ਤੇਰੀ ਭਗਤੀ ਦੇ ਭਰੇ। ਇਹ ਨਹੀਂ ਮੁੱਕਦੇ, ਜਿੰਨਾ ਮਰਜੀ ਵਿਖਿਆਨ ਕਰ ਲਓ। ਬੇਅੰਤ ਗ੍ਰੰਥ ਲਿਖੇ ਪਏ ਨੇ, ਜਿੰਨੀ ਮਰਜੀ ਵਿਆਖਿਆ ਕਰ ਲਓ। ਬਹੁਤ ਹਿਰਦੇ ਭਰੇ ਪਏ ਨੇ ਭਗਤੀ ਦੇ ਭੰਡਾਰ ਨਾਲ। ਤੇਰੇ ਭਗਤ ਸਲਾਹਣ ਤੁਧ ਜੀ। ਤੇਰੇ ਭਗਤ ਨੇ ਜਿਹੜੇ ਤੇਰੀ ਉਹ ਸਿਫਤ ਕਰਦੇ ਨੇ, ਕਿਸੇ ਬੰਦੇ ਦੀ ਸਿਫਤ ਨਹੀਂ ਕਰ ਸਕਦੇ। ਹਰ ਅਨੇਕ ਅਨੰਤਾ। ਉਹ ਕਿਸੇ ਵੀ ਦੇ ਤਾਰੇ ਦੀ, ਚਾਹੇ ਕਿੱਡੀ ਵੀ ਸ਼ਕਤੀ ਦਾ ਮਾਲਕ ਹੋਵੇ, ਪ੍ਰਚਾਰਿਆ ਹੋਇਆ, ਕਿੰਨੀ ਵੀ ਸੰਸਾਰੀ ਪਾਵਰ ਹੋਵੇ, ਉਹਦੇ ਕੋਈ ਸਿਫਤ ਨਹੀਂ ਕਰਦੇ ਕਦੇ ਵੀ। ਸਲਾਹਣ ਤੁਝੀ ਹਰ ਅਨੇਕ ਅਨੰਤਾ। ਕਿੰਨੇ ਨੇ ਉਹ ਨਹੀਂ ਗਿਣ ਸਕਦੇ। ਅਨੰਤਾ, ਅਨੰਤ ਨੇ ਇਹ ਕਰਮ ਕਰਨ ਵਾਲੇ ਵੀ। ਇੱਕੋ ਆਦਮੀ ਨਹੀਂ, ਬਹੁਤ ਨੇ। ਹਰ ਅਨੇਕ ਅਨੰਤਾ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਅਨੇਕ ਪ੍ਰਕਾਰ ਦੀ ਤੇਰੀ ਪੂਜਾ ਹੈ। ਪੂਜਾ ਅਨੇਕ ਪ੍ਰਕਾਰ ਦੀ ਕਰ ਰਹੇ ਨੇ ਲੋਕ। ਤਪ ਤਾਪੈ ਜਪੈ ਬੇਅੰਤਾ। ਤਪ ਵੀ ਤਾਪਦੇ ਨੇ ਅਨੇਕ ਪ੍ਰਕਾਰ ਦੇ, ਜਪਦੇ ਵੀ ਨੇ ਤੈਨੂੰ, ਤੇਰੇ ਜਾਪ ਵੀ ਕਰਦੇ ਨੇ। ਤਪ ਤਾਪੈ ਜਪੈ ਬੇਅੰਤ ਨੇ ਲੋਕ। ਇਹ ਵੀ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸ਼ਾਸਤਰੀ। ਅਨੇਕ ਐਸੇ ਵੀ ਲੋਕ ਨੇ ਤੇਰੇ। ਲੋਕ ਤਾਂ ਤੇਰਾ ਹੀ ਆ, ਸਿਮਰਤ ਸ਼ਾਸਤਰ ਪੜ੍ਹਦੇ ਨੇ।
ਹਾਲੇ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ। ਕਰ ਕਿਰਿਆ ਖਟ ਅੰਦਰੋਂ ਬੇਈਮਾਨ ਨਹੀਂ ਹਨ, ਅੰਦਰੋਂ ਸ਼ੁੱਧ ਆਤਮਾ ਵਾਲੇ ਨੇ। ਜਦ ਪਤਾ ਲੱਗਦਾ ਉਹ ਚਾਹੁੰਦੇ ਨੇ ਸਾਨੂੰ ਪਤਾ ਲੱਗੇ ਕੁਛ, ਚਾਹੁੰਦੇ ਨੇ, ਉਲਝੇ ਹੋਏ ਨੇ, ਸਿਮਰਨ ਸ਼ਾਸਤਰਾਂ ਦੇ ਵਿੱਚ ਉਲਝਾਏ ਹੋਏ ਨੇ। ਗੁਰਬਾਣੀ ਦੇ ਵਿੱਚ ਨਹੀਂ ਹੈ ਜੋ ਪਤਾ ਲੱਗ ਰਿਹਾ ਸਾਰੀ ਗੱਲ। ਸਿਮਰਨ ਸ਼ਾਸਤਰਾਂ ਚੋਂ ਕਿੱਥੇ ਪਤਾ ਲੱਗ ਜਾਣਾ? ਗ੍ਰੰਥਾਂ 'ਚ ਲਿਖਿਆ ਜੋ ਕੁਛ ਹੁੰਦਾ ਸਭ ਕੋ ਬੁੱਝਣ ਵਾਲਾ ਹੁੰਦਾ। ਗੁਰਬਾਣੀ ਚੋਂ ਕਿੰਨੇ ਕੁ ਨੂੰ ਪਤਾ ਲੱਗ ਗਿਆ? ਸਿਮਰਨ ਸ਼ਾਸਤਰਾਂ ਦੇ ਵਿੱਚ ਤਾਂ ਪਹਿਲਾਂ ਗੱਲੇ ਹੀ ਉਲਟਾਤੀ ਉਹਨਾਂ ਨੇ, ਉੱਥੇ ਜਾਣ ਬੁੱਝ ਗਏ ਅਰਥਾਂ ਦੇ ਅਰਥ ਕਰਤੇ। ਇੱਥੇ ਜੋ ਲਿਖਿਆ ਸਾਫ਼ ਲਿਖਿਆ, ਇੱਥੇ ਨਹੀਂ ਪਤਾ ਲੱਗ ਰਿਹਾ। ਇਹ ਵੀ ਬੁੱਝਣ ਵਾਲੀ ਗੱਲ ਹੈ। ਇਹ ਵੀ ਬੁੱਝਣ ਵਾਲੀ ਗੱਲ ਹੈ। ਕਰ ਕਿਰਿਆ ਖਟ ਕਰਮ ਕਰਨ ਤਾ ਕਿਰਿਆ ਕਰਦੇ ਨੇ, ਖਟ ਕਰਮ 6 ਕਰਮ ਕਰੀ ਜਾਂਦੇ ਨੇ। ਸੇ ਭਗਤੋ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਤੀ ਭਗਵੰਤਾ। ਅਨੇਕ ਪ੍ਰਕਾਰ ਨਾਲ ਲੋਕ ਕਰ ਰਹੇ ਨੇ, ਪਰ ਭਲੇ ਕੌਣ ਨੇ? ਜਿਹੜੇ ਤੈਨੂੰ ਭੁੱਲਦੇ ਨੇ ਇਹ ਭਗਤੀ, ਤੂੰ ਕਹੇ ਵੀ ਹਾਂ ਭਗਤੀ ਠੀਕ ਹੋ, ਠੀਕ ਨੇ। ਜਿਹੜੇ ਜੋ ਤੈਂ ਪਾਸ ਨਹੀਂ ਕੀਤੇ ਉਹ ਵਿਚਾਰੇ ਰਾਹ 'ਚ ਨੇ। ਕਹਿੰਦੇ ਨੇ ਕੋਈ ਨਹੀਂ, ਹਾਲੇ ਇਹਨਾਂ ਦੀ ਬੁੱਧੀ ਇੰਨੀ ਕਿ ਹਾਲੇ ਕਰੀ ਜਾਣ ਦੋ, ਇਹ ਫੁੱਲ ਤੱਕ ਪਹੁੰਚ ਜਾਣਗੇ, ਫਲ ਫੇਰ ਆਊਗਾ। ਕਬੀਰ ਨੂੰ ਕਹਿੰਦਾ ਫਲ ਕਾਰਨ ਫੁੱਲ ਹੀ ਬਣ ਰਿਹਾ ਹੈ। ਫੁੱਲ ਤੱਕ ਪੌਦਾ ਪਹੁੰਚਣ ਵਾਸਤੇ ਭਗਤੀਆਂ ਹੋਰ ਨੇ, ਬੁੱਧੀ ਡਿਵੈਲਪ ਹੋ ਰਹੀ ਹੈ। ਉਨੀ ਕੁ ਬੁੱਧੀ ਵਾਲੇ ਹੀ ਨੇ, ਆ ਨਹੀਂ ਉਹਨਾਂ ਦੇ ਸਮਝ ਆ ਸਕਦੀ ਹੈ ਜੇ ਗੱਲ। ਇਹ ਪੜ੍ਹਾਈ ਬਹੁਤ ਹੀ ਬਰੀਕ ਹੈ। ਇਹ ਜ਼ਿਆਦਾ ਮਤਲਬ ਹੈ ਮਜ਼ਬੂਤ ਚਾਹੀਦਾ, ਮਨ ਵੀ ਮਜ਼ਬੂਤ ਚਾਹੀਦਾ, ਇਹਦੇ ਵਿੱਚ ਬੁੱਧ ਵੀ ਮਜ਼ਬੂਤ ਚਾਹੀਦੀ ਹੈ। ਉਹ ਇੰਨੇ ਕੁ ਜੋਗੇ ਹੀ ਨੇ ਹਾਲੇ। ਛੋਟੀ ਕਲਾਸ ਦੇ ਵਿੱਚ ਕਿਤਾਬਾਂ ਵੀ ਉਹੋ ਜਿਹੀਆਂ ਹੁੰਦੀਆਂ ਨੇ, ਉਹੀ ਗਿਆਨ ਹੁੰਦਾ। ਉਹਨਾਂ ਕੇ ਬਹੁਤ ਚੱਕਣ, ਜਿਹਨਾਂ ਕੋ ਬੁੱਧੀ ਬਹੁਤ ਚੱਕਣ ਵਾਲੀ ਹੋਵੇ ਉਹਨਾਂ ਕੇ ਬਹੁਤ ਦੇਈਦਾ। ਆ ਰਹੇ ਨੇ ਉਹ ਪਾਈਪਲਾਈਨ ਦੇ ਵਿੱਚ ਨੇ, ਜਾਂ ਨੇੜੇ ਆਉਣਗੇ ਉਹ ਇਹੀ ਆਖਰ ਇਸੇ ਨਾਲ ਖੜਾ ਛੁੱਟਣਾ, ਬਾਹਰ ਇਸੇ ਨਾਲ ਨਿਕਲਣਾ ਲੱਗੇ ਹੋਏ ਨੇ। ਕਬੀਰ ਵੀ ਪਹਿਲਾਂ ਦੇਖੋ, ਗੁਰੂ ਅਮਰਦਾਸ ਇਸੇ ਭਗਤੀ ਨਾਲ, ਪਹਿਲਾਂ ਪਿੱਛੇ ਹੋਰ ਭਗਤੀ ਨਾਲ, ਗੁਰੂ ਅਮਰਦਾਸ ਹੋਰ ਭਗਤੀ ਨਾਲ ਆਏ ਨੇ, ਸਾਰੇ ਭਗਤੇ ਹੋਰ ਭਗਤੀ ਨਾਲ ਆਏ ਨੇ। ਇੱਥੇ ਆ ਕੇ ਕਬੀਰ ਨੂੰ ਪਤਾ ਲੱਗਾ, ਕਬੀਰ ਤੇ ਸਾਰਿਆਂ ਨੂੰ ਪਤਾ ਲੱਗਿਆ। ਬਈ ਇੱਥੇ ਆ ਕੇ ਇੱਕੋ ਰਹਿ ਜਾਂਦੀ ਹੈ ਬਸ, ਜਿੱਤ ਦੁਆਰੇ ਉਭਰੇ ਤੇ ਲਈ, ਬਾਕੀ ਦੁਆਰੇ ਉਵਾਰਨੇ ਵਾਲੇ ਨੇ। ਉੱਪਰ ਲੈ ਆਉਂਦੇ ਨੇ ਮਾਇਆ ਤੋਂ, ਸੰਤੋਖੀ ਤਾਂ ਬਣਾ ਦਿੰਦੇ ਨੇ, ਪਰ ਉਹਨਾਂ ਦੇ ਵਿੱਚ ਆ ਗਿਆਨ ਨਹੀਂ। ਇੱਕ ਹੋਏ ਤਾਂ ਉਗਵੇ ਵਾਲਾ ਗਿਆਨ ਨਹੀਂ ਹੈ, ਡਾਇਰੈਕਟ ਨਿਰਾਕਾਰੀ ਗਿਆਨ ਨਹੀਂ ਹੈ, ਡਾਇਰੈਕਟ ਸਿੱਧਾ ਨਿਰਾਕਾਰੀ ਗਿਆਨ। ਇੱਥੇ ਕੇਵਲ ਨਿਰਾਕਾਰੀ ਗਿਆਨ ਹੈ, ਉੱਥੇ ਹੋਰ ਗਿਆਨ ਨੇ, ਜਪ ਤਪ ਕਰਨੇ, ਦਾਨ ਪੁੰਨ ਕਰਨੇ, ਹੋਰ ਬਹੁਤ ਕੁਛ ਹੈ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜੇ ਅਵਰ ਨਾ ਕੋਈ। ਤੂੰ ਆਦ ਪੁਰਖ, ਇੱਕ ਹੀ ਨੂੰ ਕਹਿ ਰਹੇ ਸੰਬੋਧਨ, ਹੁਕਮ ਨੂੰ ਸੰਬੋਧਨ। ਉਹ ਹਾਕਮ ਨੂੰ ਔਰ ਹੁਕਮ ਦੋਹਾਂ ਨੂੰ ਇੱਕੋ ਹੀ ਗੱਲ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। ਆਦ ਪੁਰਖ ਤੂੰ ਪਹਿਲਾਂ ਸੀਗਾ, ਸੰਸਾਰ ਬਾਅਦ ਚ ਪੈਦਾ ਹੋਇਆ। ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨਾ ਕੋਈ। ਕਿੱਥੇ ਤੱਕ ਤਾਂ ਸੰਸਾਰ ਰਚਿਆ ਹੋਇਆ, ਕੋਈ ਪਤਾ ਨਹੀਂ। ਅਪਰੰਪਰ ਕਰਤਾ ਹੈ, ਤੁਧ ਜੇਵੜਾ ਅਵਰ ਨਾ ਕੋਈ। ਐਡਾ ਵੱਡਾ ਹੋਰ ਕੋਈ ਕਰਤਾ ਨਹੀਂ ਹੈ, ਐਡਾ ਬੜਾ ਕਿਸੇ ਦਾ ਖਲਾਰਾ ਨਹੀਂ ਪਾਇਆ ਹੋਇਆ। ਤੋ ਜੇਵੜਾ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਸਾਰੇ ਯੁੱਗਾਂ ਦੇ ਵਿੱਚ ਹਮੇਸ਼ਾ ਇੱਕੋ ਰਹਿਣਾ। ਉਹ ਨਹੀਂ ਬਦਲਦੀ ਨਹੀਂ ਹੈਗੀ। ਜਿਵੇਂ ਰੌਲ ਬਦਲ ਜਾਂਦੀ ਹੈ ਨਾ, ਦੂਜਾ ਪਾਠੀ ਆ ਜਾਂਦਾ, ਜਾਂ ਰਾਜਾ ਬਦਲ ਜਾਂਦਾ, ਦੂਜਾ ਰਾਜਾ ਆ ਜਾਂਦਾ। ਹਮੇਸ਼ਾ ਤੂੰ ਇੱਕੋ ਹੀ ਰਹਿਣਾ। ਤੂੰ ਜੁਗ ਜੁਗ ਏਕੋ, ਇਹ ਪਾਰਲੀਮੈਂਟ ਇੱਕੋ ਹੀ ਰਹਿੰਦੀ ਹੈ। ਸਦਾ ਸਦਾ ਤੂੰ ਏਕੋ ਜੀ। ਸਦਾ ਸਦਾ ਇੱਕੋ ਹੀ ਰਹਿਣਾ। ਤੂੰ ਨੇਚਲ ਕਰਤਾ ਸੋਈ। ਤੂੰ ਨਹੀਂ ਚੱਲਣਾ, ਮਨ ਤੇਰਾ ਡੋਲਦਾ ਨਹੀਂ, ਅਡੋਲ ਹੈ। ਤੁਦੇ ਆਪੇ ਭਾਵੈ ਸੋਈ ਵਰਤੈ ਜੀ। ਨਹੀਂ ਚੱਲ ਕਰੇ ਸੋ ਹੋਈ, ਜੋ ਤੂੰ ਕਰਦਾ ਹੁੰਦਾ ਉਹੀ ਹੈ। ਨੇਚਲ ਕਰਤਾ ਸੋਈ, ਜੋ ਤੁਧ ਭਾਵੈ ਸੋਈ ਵਰਤੇ ਜੀ। ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਤਾਂ ਆਪੇ ਭਾਵੇਂ ਜਿਹੜੀ ਤੈਨੂੰ ਭਾਉਂਦੀ ਉਹੀ ਵਰਤਦੀ ਤੂੰ ਹੈ। ਆਪੇ ਕਰੈ ਸੋ ਹੋਈ, ਜੋ ਤੂੰ ਕਰਦਾ ਉਹੀ ਹੁੰਦਾ ਹੈ। ਇਹਦਾ ਹੁੰਦਾ ਫਿਰ ਸਾਡੇ ਹੱਥ 'ਚ ਕੀ ਹੋਇਆ? ਪਰ ਪੁੰਨ ਪਾਪ ਨੂੰ ਫਿਰ ਸਿੱਖ ਮਿਲਦੇ ਨੇ, ਸਾਰੇ ਠੀਕ ਹੈ, ਪੁੰਨ ਪਾਪ ਨੂੰ ਮਿਲਦੇ ਨੇ।
ਬਾਣੀ ਕਿਤੇ ਨਹੀਂ ਪੁੰਨ ਪਾਪ ਨੂੰ ਮੰਨਦੀ। ਆ ਦੇਖ ਲਓ ਕੀ ਲਿਖਿਆ ਜੇ ਹੈ, ਆਪੇ ਭਾਵੈ ਪੁੰਨ ਪਾਪ ਨੂੰ ਫੇਰ ਮੰਨੀ ਜਾਂਦੇ ਨੇ ਸਾਰੇ। ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਆਪੇ ਕਰੇ ਸੋਈ। ਉਹ ਪੁੰਨ ਪਾਪ ਹੈ ਜਿਹੜੇ ਬੱਕਰੇ ਵੱਢਣ ਦੀਆਂ ਗੱਲਾਂ ਕਰਦੇ ਨੇ, ਪੁੰਨ ਪਾਪ ਦੇ ਰਸੇ ਹੋਏ ਨੇ। ਹਾਲਾਂਕਿ ਬਲੀਆਂ ਦਾ ਗੱਲ ਸਾਰੇ ਧਰਮਾਂ ਦੇ ਵਿੱਚ ਹੀ ਹੈ। ਪੁੰਨ ਪਾਪ ਤੋਂ ਉੱਪਰ ਉੱਠਣਾ, ਭੈ ਤੋਂ ਉੱਪਰ ਉੱਠਣਾ। ਇਹ ਵਿਚਾਰੇ ਕੀ ਜਾਣਦੇ ਲੋਕ, ਧਰਮ ਕੀ ਹੁੰਦਾ? ਧਰਮ ਇਹਨਾਂ ਦਾ ਵਿਸ਼ਾ ਹੀ ਨਹੀਂ ਅਸਲ 'ਚ। ਧਰਮ ਨੂੰ ਇਹ ਕਹਿੰਦੇ ਨੇ ਵੀ ਹਰੇਕ ਆਦਮੀ ਦਾ ਵਿਸ਼ਾ ਹੈ। ਧਰਮ ਹਰੇਕ ਆਦਮੀ ਦਾ ਵਿਸ਼ਾ ਨਹੀਂ ਹੁੰਦਾ। ਧਾਰਮਿਕ ਬੰਦੇ ਦਾ ਵਿਸ਼ਾ ਧਰਮ ਹੁੰਦਾ। ਕੋਟਨ ਮੈਂ ਨਾਨਕ ਕੋ, ਉਹਦਾ ਵਿਸ਼ਾ ਹੁੰਦਾ ਧਰਮ। ਹਾਂ, ਤੂੰ ਤਾਂ ਆਪੇ ਸ੍ਰਿਸ਼ਟ ਉਪਾਈ ਜੀ, ਤੂੰ ਆਪੇ ਸਿਰਜ ਸਭ ਗੋਈ। ਤੈਂ ਸ੍ਰਿਸ਼ਟ ਆਪੇ ਪੈਦਾ ਕੀਤੀ ਹੈ, ਆਪੇ ਹੀ ਇਹਨੂੰ ਸਿਰਜ ਕੇ ਆਪੇ ਹੀ ਖਤਮ ਕਰ ਦਿੰਦਾ ਗੋਈ। ਫਿਰ ਜਿਹੜੀ ਹੈ ਪੰਜ ਦਾ ਤਾਡਾ ਨੇ ਨਾ, ਬਾਅਦ ਫਿਰ ਇਹਨੂੰ ਜਦ ਮਿਕਸ ਕਰਨੇ ਨਾ, ਫਿਰ ਇਹਦਾ ਕੁਝ ਹੋਰੇ ਬਣ ਜਾਣਾ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣ ਹੋਈ। ਇਸ ਕਰਕੇ ਨਾਨਕ ਜਨ ਜਿਹੜਾ ਉਹ ਕਰਤੇ ਦੇ ਗੁਣ ਗਾਉਂਦਾ ਹੈ, ਹੋਰ ਕਿਸੇ ਕਰਤੇ ਦਾ ਗੁਣ ਨਹੀਂ ਗਾਉਂਦਾ। ਕਰਤੇ ਤੋਂ ਛੁੱਟ ਬਾਕੀ ਸਭ ਕਰਤਾ। ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣ ਹੋਈ। ਜਾਣ ਹੋਈ।